आओ आप परमेश्वर के वचन में चलांगे। आप देखांगे पुराने नियम दे विच यकरिया, पुराने नियम दे विच यकरिया पेज नंबर 1170। ये मलाकी दे कोल ही है। यकरिया ਉਹਦਾ 2 अध्याय छोटा ही है। ਇਹਨੂੰ ਪੜਾਂਗੇ ਆਪਾਂ 1 ਤੋਂ ਲੈ ਕੇ ਇਹਦੀ 13 ਤੱਕ। ਫਿਰ ਮੈਂ ਅੱਖਾਂ ਚੁੱਕ ਕੇ ਡਿਠਾ ਤਾਂ ਵੇਖੋ ਇੱਕ ਮਨੁੱਖ ਦੇ ਹੱਥ ਵਿੱਚ ਕੱਛਣ ਦੀ ਜਰੀਬ ਸੀ। ਮੈਂ ਆਖਿਆ ਤੂੰ ਕਿੱਥੇ ਜਾਂਦਾ ਹੈ? ਉਸ ਨੇ ਇਹਨੂੰ ਆਖਿਆ ਯਰੂਸ਼ਲਮ ਨੂੰ ਨਾਪਣ ਲਈ। ਭਾਈ ਵੇਖਾ ਉਹ ਕਿੰਨਾ ਚੌੜਾ ਹੈ ਅਤੇ ਕਿੰਨਾ ਲੰਮਾ ਹੈ। ਤਾਂ ਵੇਖੋ ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰਦਾ ਸੀ ਬਾਹਰ ਨਿਕਲਿਆ ਤੇ ਦੂਜਾ ਦੂਤ ਉਸ ਦੇ ਮਿਲਣ ਲਈ ਬਾਹਰ ਨਿਕਲਿਆ। ਉਸ ਨੇ ਉਹ ਆਖਿਆ ਦੌੜ ਕੇ ਉਸ ਜਵਾਨ ਨਾਲ ਗੱਲ ਕਰਕੇ ਯਰੂਸ਼ਲਮ ਆਦਮੀਆਂ ਤੇ ਆਪਣੇ ਵਿੱਚ ਦੇ ਪਸ਼ੂਆਂ ਦੇ ਵਾਧੇ ਦੇ ਕਾਰਨ ਬਿਨ ਫਸੀਲ ਪਿੰਡਾਂ ਵਾਂਗੂ ਵਸੇਗਾ। ਮੈਂ ਉਸ ਦੇ ਦੁਆਲੇ ਉਸ ਦੇ ਲਈ ਅੱਗ ਦੀ ਕੰਧ ਹੋਵਾਂਗਾ ਅਤੇ ਉਸ ਦੇ ਵਿੱਚ ਪ੍ਰਤਾਪ ਲਈ ਹੋਵਾਂਗਾ। ਯਹੋਵਾ ਦਾ ਵਾਕ ਹੈ। ਓਏ ਓਏ ਉੱਤਰ ਦੇਸ਼ ਵਿੱਚੋਂ ਨਸੋ, ਯਹੋਵਾ ਦਾ ਵਾਕ ਹੈ। ਕਿਉਂ ਜੋ ਮੈਂ ਆਕਾਸ਼ ਦੀਆਂ ਚੌਹਾਂ ਹਵਾਵਾਂ ਵਾਂਗੂ ਤੁਹਾਨੂੰ ਖਿਲਾਰ ਛੱਡਿਆ ਹੈ। ਯਹੋਵਾ ਦਾ ਵਾਕ ਹੈ। ਓਏ ਸਿਯੋਨਾ ਭੱਜ ਜਾ, ਤੂੰ ਜੋ ਬਾਬਲ ਦੀ ਧੀ ਦੇ ਸੰਗ ਵਸਦਾ ਹੈ। ਸੈਨਾ ਦਾ ਯਹੋਵਾ ਇਹੋ ਆਖਦਾ ਹੈ ਕਿ ਉਸ ਨੇ ਮੈਨੂੰ ਪ੍ਰਤਾਪ ਦੇ ਪਿੱਛੇ ਉਹਨਾਂ ਕੌਮਾਂ ਕੋਲ ਘੱਲਿਆ ਹੈ ਜਿਨ੍ਹਾਂ ਤੁਹਾਨੂੰ ਲੁੱਟ-ਪੁੱਟ ਲਿਆ ਹੈ। ਕਿਉਂ ਜੋ ਜਿਹੜਾ ਤੁਹਾਨੂੰ ਛੂੰਹਦਾ ਹੈ ਉਹ ਉਹਦੀ ਅੱਖ ਦੀ ਕਾਕੀ ਨੂੰ ਛੂੰਹਦਾ ਹੈ। ਵੇਖੋ ਤਾਂ ਮੈਂ ਉਹਨਾਂ ਉੱਤੇ ਆਪਣਾ ਹੱਥ ਹਿਲਾਵਾਂਗਾ ਕਿ ਉਹ ਆਪਣੇ ਦਾਸਾਂ ਲਈ ਲੁੱਟ ਦਾ ਮਾਲ ਹੋਣ। ਤਦ ਤੁਸੀਂ ਜਾਣੋਗੇ ਕਿ ਸੈਨਾ ਦੇ ਯਹੋਵਾ ਨੇ ਮੈਨੂੰ ਘੱਲਿਆ ਹੈ। ਇਹ ਸ਼ਿਦੋਨ ਦੀ ਧੀਏ ਜੈ ਕਰ ਜਾ ਅਤੇ ਆਨੰਦ ਹੋ। ਕਿਉਂ ਜੋ ਵੇਖ ਮੈਂ ਆ ਕੇ ਤੇਰੇ ਵਿੱਚ ਵਸਾਂਗਾ। ਯਹੋਵਾ ਦਾ ਵਾਕ ਹੈ। ਉਹ ਸਮੇਂ ਬਹੁਤ ਸਾਰੀਆਂ ਕੌਮਾਂ ਯਹੋਵਾ ਨਾਲ ਮੇਲ ਕਰ ਲੈਣਗੀਆਂ ਅਤੇ ਉਹ ਮੇਰੀ ਪਰਜਾ ਹੋਣਗੀਆਂ। ਮੈਂ ਉਹਨਾਂ ਦੇ ਵਿੱਚ ਵਸਾਂਗਾ। ਤਦ ਤੂੰ ਜਾਣੇਗੀ ਕਿ ਸੈਨਾ ਦੇ ਯਹੋਵਾ ਨੇ ਮੈਨੂੰ ਤੇਰੇ ਕੋਲ ਘੱਲਿਆ ਹੈ। ਯਹੋਵਾ ਯਹੂਦਾ ਨੂੰ ਪਵਿੱਤਰ ਭੂਮੀ ਉੱਤੇ ਆਪਣੀ ਮਿਲਕ ਦਾ ਹਿੱਸਾ ਠਹਿਰਾਵੇਗਾ ਅਤੇ ਯਰੂਸ਼ਲਮ ਨੂੰ ਫੇਰ ਚੁਣੇਗਾ। ਇਹ ਸਾਰੇ ਬਸ਼ਰੋ ਯਹੋਵਾ ਦੇ ਅੱਗੇ ਚੁੱਪ ਹੋ ਜਾਓ, ਕਿਉਂਕਿ ਉਹ ਆਪਣੇ ਪਵਿੱਤਰ ਸਥਾਨ ਤੋਂ ਜਾਗ ਉੱਠਿਆ ਹੈ। सारे बोलो हालेलुया, हालेलुया, हालेलुया। हालेलुया। ये परमेश्वर का वचन है और जो परमेश्वर के आत्मा द्वारा लिखाया गया है। तो प्रभु यीशु मसीह ने किया काश धरती टल जाएगा पर मेरा वचन कदे नहीं टलेगा। इसलिए परमेश्वर के वचन बहुत ध्यान नाल सुनना गा, क्योंकि जो आप पिछली बार वचन सीख रहे थे, आप सीखा सी पिछली बार कि जो परमेश्वर का दास है उसका विरोध मतलब जो परमेश्वर के दास के खिलाफ हो जाते हैं। आप सीखा सी पिछली बार मूसा के बारे कि मूसा ने जब इजराइल देश में मिस्र देश की गुलामी जो बाहर कढ़ियागा तो उत्थे परमेश्वर ने कहा कि बहुत सारे लोगों को चुन लै जो मेरा काम करनगे। तो उन्होंने लोगों के विचों जब मूसा ने चुने और मूसा ने जब उन्होंने चुनिया तो जब उन्होंने इस्तेमाल होने लग्या तो उन्होंने लोगों ने की कीता सीगा, उसे परमेश्वर के दास का विरोध करना शुरू किया सीगा। उसे दास का उन्होंने विरोध करना शुरू किया सीगा इस गल दे विच कि मूसा हुण तू कल्ला ही पवित्र नहीं है। मूसा हुण तेरे नाल परमेश्वर कल्ला नाल गल्लां नहीं करता, हुण परमेश्वर साडे नाल गल्लां करदा गा। आपां जद उस वचन सीख रहे सी तां परमेश्वर ने मतलब एक होर सब्जेक्ट दिता सीगा, वो है भाग 2। जो अज वचन सीख रहे हैं आपां ये उहदा दूसरा भाग है और परमेश्वर के वचन नूं बहुत ध्यान नाल सुनियो। अगर आपां गल करिए अज परमेश्वर की सेवा करने वाले बहुत सारे लोग ने, बहुत सारे दास लोग ने इस धरती के उपर जो परमेश्वर के वचनों लोगों में लैके जाते हैं। हुण अगर आप गल करते हैं परमेश्वर के दास की, जो परमेश्वर का दास है उसनों आप किस तरह कह सकते हैं कि वह परमेश्वर का दास है, जबकि अज जो भी इंसान है वो 2-250 रुपये का बाइबल लै सकता है। अगर किसी इंसान के द्वारा कोई चमत्कार हो गया, किसी को थोड़ा जिहा ज्ञान हो गया तो वह इंसान संगत नूं छड्ड के एक पास्टर बन जाता है और फिर लोगों लिए प्रार्थना करता गा तो परमेश्वर उसका इस्तेमाल भी करते हैं। फिर जब उसका इस्तेमाल होने लगता गा तो उसको लगता कि हुण मैं पास्टर हाँ तो वह अपनी संगति शुरू कर लेंदा गा। लेकिन अज की है जो अज इंसान के कोल सच्चाई है, अज इंसान के कोल जो
ਪਰਮੇਸ਼ਰ ਦਾ ਵਚਨ ਦਾ ਗਿਆਨ ਹੈ ਉਹ ਸਹੀ ਨਹੀਂ ਹੈ। ਅੱਜ ਜ਼ਿਆਦਾਤਰ ਲੋਕ ਕੀ ਸੋਚਦੇ ਨੇ ਕਿ ਅਗਰ ਚਮਤਕਾਰ ਹੋ ਰਿਹਾਗਾ, ਅਗਰ ਲੋਕਾਂ ਨੂੰ ਆਸ਼ੀਸ਼ ਮਿਲ ਰਹੀ ਹੈ, ਕਿਸੇ ਦਾ ਵੀਜ਼ਾ ਲੱਗ ਰਿਹਾਗਾ, ਕਿਸੇ ਨੂੰ ਬੱਚੇ ਮਿਲ ਰਹੇ ਨੇ, ਤਾਂ ਇਹ ਚੰਗੀ ਗੱਲ ਹੈ। ਚੰਗੀ ਗੱਲ ਮਤਲਬ ਕਿ ਪਰਮੇਸ਼ਰ ਮੇਰਾ ਇਸਤੇਮਾਲ ਕਰ ਰਿਹਾਗਾ। ਸਹੀ ਦੇ ਵਿੱਚ ਜੋ ਪਰਮੇਸ਼ਰ ਦੇ ਵਚਨ ਦਾ ਗਿਆਨ ਹੋਣਾ ਚਾਹੀਦਾਗਾ, ਅੱਜ ਉਹ ਇਨਸਾਨ ਪਰਮੇਸ਼ਰ ਦੇ ਵਚਨ ਦੇ ਗਿਆਨ ਨੂੰ ਲੋਕਾਂ ਵਿੱਚ ਪਹੁੰਚਾ ਨਹੀਂ ਰਿਹਾ। ਅੱਜ ਜ਼ਿਆਦਾਤਰ ਹੁੰਦਾ ਕੀ ਹੈ ਕਿ ਬਸ ਇਨਸਾਨ ਵੀ ਹੁਣ ਇਹੀ ਸੋਚ ਰਿਹਾਗਾ ਕਿ ਮੇਰੇ ਜੀਵਨ ਦੇ ਵਿੱਚ ਚਮਤਕਾਰ ਹੋ ਜਾਏ। ਔਰ ਜਿਨ੍ਹਾਂ ਲੋਕਾਂ ਦੇ ਜੀਵਨ ਦੇ ਵਿੱਚ ਚਮਤਕਾਰ ਹੋ ਚੁੱਕਿਆਗਾ, ਉਹ ਲੋਕ ਹੁਣ ਅੱਗੇ ਨਹੀਂ ਵਧਣਾ ਚਾਹੁੰਦੇ। ਅੱਗੇ ਨਹੀਂ ਵਧਣਾ ਚਾਹੁੰਦੇ ਮਤਲਬ ਇਹਦਾ ਮਤਲਬ ਇਹ ਨਹੀਂ ਕਿ ਉਹ ਲੋਕ ਵਧਣਾ ਨਹੀਂ ਚਾਹੁੰਦੇ, ਹਾਂ, ਲੇਕਿਨ ਉਹਨਾਂ ਨੂੰ ਕੋਈ ਵਧਾ ਨਹੀਂ ਰਿਹਾ, ਉਹਨਾਂ ਨੂੰ ਕੋਈ ਅੱਗੇ ਸਿਖਾ ਨਹੀਂ ਰਿਹਾ। ਕਿਉਂਕਿ ਅਸੀਂ ਜਿੰਨੇ ਵੀ ਲੋਕ ਇਸ ਧਰਤੀ ਉੱਪਰ ਆਏ ਹਾਂ, ਸਾਡਾ ਜੋ ਜੀਵਨ ਹੈ, ਸਾਡੇ ਵਿੱਚੋਂ ਕੋਈ ਵੀ ਜੀਵਨ ਨਹੀਂ ਜਾਣਦਾ ਕਿ ਸਾਡਾ ਜੀਵਨ ਕਿੰਨਾ ਗਾ, 70 ਸਾਲ, 80 ਸਾਲ, 100 ਸਾਲ ਜਾਂ 120 ਸਾਲ। ਅਕਸਰ ਨੂੰ ਇੱਕ ਦਿਨ ਇਨਸਾਨ ਨੇ ਇੱਥੋਂ ਚਲੇ ਜਾਣਾਗਾ, ਲੇਕਿਨ ਜੋ ਇਨਸਾਨ ਦਾ ਇਸ ਧਰਤੀ ਉੱਪਰ ਆਉਣਾਗਾ, ਉਹਦੀ ਜੋ ਪਹਿਚਾਣ ਹੈ, ਅੱਜ ਉਹ ਇਨਸਾਨ ਨੂੰ ਪਹਿਚਾਣ ਨਹੀਂ ਹੋ ਰਹੀ। ਅੱਜ ਜ਼ਿਆਦਾਤਰ ਕੀ ਹੈ, ਲੋਕ ਬੰਦਗੀ ਵਿੱਚ ਜਾਂਦੇ ਨੇ, ਲੋਕ ਪ੍ਰਾਰਥਨਾਵਾਂ ਕਰਦੇ ਨੇ, ਬਾਈਬਲ ਪੜ੍ਹਦੇ ਨੇ, ਲੋਕ ਵਰਤ ਰੱਖਦੇ ਨੇ, ਔਰ ਲੱਗਦਾ ਉਹਨਾਂ ਨੂੰ ਕਿ ਅਸੀਂ ਮਸੀਹ ਨੂੰ ਮੰਨ ਰਹੇ ਹਾਂ। ਲੇਕਿਨ ਅਗਰ ਮਸੀਹ ਦੀ ਗੱਲ ਕਰੀਏ, ਮਸੀਹ ਦੀ ਪਹਿਚਾਣ ਦੀ ਗੱਲ ਕਰੀਏ ਕਿ ਮਸੀਹ ਤੁਹਾਡੇ ਕੋਲੋਂ ਕੀ ਚਾਹੁੰਦਾਗਾ, ਮਸੀਹ ਨੇ ਤੁਹਾਨੂੰ ਪਸੰਦ ਕੀਤਾਗਾ, ਤਾਂ ਉਹਦਾ ਕਾਰਨ ਕੀ ਹੈ। ਤੇ ਅੱਜ ਕੀ ਹੈ, ਅੱਜ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ। ਅੱਜ ਜ਼ਿਆਦਾਤਰ ਲੋਕਾਂ ਨੂੰ ਕੀ ਲੱਗਦਾਗਾ ਕਿ ਅਸੀਂ ਜਦ ਮਸੀਹ ਦੇ ਵਿੱਚ ਨਹੀਂ ਸੀਗੇ, ਅਸੀਂ ਦੁੱਖਾਂ ਦੇ ਵਿੱਚ ਸੀਗੇ, ਅਸੀਂ ਬਿਮਾਰੀ ਦੇ ਵਿੱਚ ਸੀਗੇ, ਲੇਕਿਨ ਜਦ ਦੇ ਮਸੀਹ ਦੇ ਵਿੱਚ ਆ ਗਏ, ਪਰਮੇਸ਼ਰ ਨੇ ਸਾਨੂੰ ਆਸ਼ੀਸ਼ ਦਿੱਤੀ, ਸਾਨੂੰ ਘਰ ਦੇਤਾ, ਸਾਨੂੰ ਗੱਡੀ ਦਿੱਤੀ, ਜਾਂ ਸਾਡੇ ਲਈ ਬੱਚਾ ਨਹੀਂ ਸੀਗਾ, ਅਸੀਂ ਮਸੀਹ ਦੇ ਵਿੱਚ ਆਏ ਤਾਂ ਸਾਨੂੰ ਬੱਚਾ ਮਿਲ ਗਿਆ। ਮਤਲਬ ਕਿ ਅੱਜ ਲੋਕ ਇਸੇ ਜਗ੍ਹਾ ਦੇ ਉੱਪਰ ਖੜ ਚੁੱਕੇ ਨੇ। ਲੇਕਿਨ ਦੇਖਿਆ ਜਾਵੇ, ਜੋ ਉਹਨਾਂ ਨੇ ਅੱਗੇ ਵਧਣਾਗਾ, ਉਹਨਾਂ ਲੋਕਾਂ ਨੇ ਸਵਰਗ ਵਿੱਚ ਜਾਣਾਗਾ। ਹੁਣ ਉਹਨਾਂ ਨੂੰ ਸਵਰਗ ਲਈ ਤਿਆਰ ਕੌਣ ਕਰੇ? ਪਰਮੇਸ਼ਰ ਦਾ ਵਚਨ ਕਹਿੰਦਾਗਾ ਕਿ ਤੁਸੀਂ ਸੇਵਕ ਦੇ ਖਿਲਾਫ ਨਾ ਬੋਲੋ। ਪਰਮੇਸ਼ਰ ਦਾ ਵਚਨ ਕਹਿੰਦਾਗਾ ਕਿ ਤੁਸੀਂ ਮੇਰੇ ਦਾਸ ਦੇ ਖਿਲਾਫ ਨਾ ਬੋਲੋ। ਆਪਾਂ ਪਿਛਲੀ ਵਾਰ ਦੇਖਿਆਗਾ ਕਿ ਇਸ ਤਰ੍ਹਾਂ ਹੋਇਆਗਾ ਵੀ ਜਿਹੜੇ ਲੋਕਾਂ ਨੇ ਪਰਮੇਸ਼ਰ ਦੇ ਦਾਸ ਦੇ ਖਿਲਾਫ ਬੋਲੇ ਨੇ, ਉਹਨਾਂ ਲੋਕਾਂ ਨੇ ਮਤਲਬ ਉਹਨਾਂ ਨਾਲ ਕੀ ਬੀਤੀ, ਉਹ ਲੋਕ ਨਾਸ ਵਿੱਚ ਚਲੇ ਗਏ। ਸਹੀ ਦੇ ਵਿੱਚ ਸਾਡੇ ਪਰਮੇਸ਼ਰ ਸਾਨੂੰ ਇਹੀ ਕਹਿੰਦੇ ਨੇ ਕਿ ਜੋ ਮੇਰਾ ਦਾਸ ਹੈ ਉਹਦੇ ਖਿਲਾਫ ਤੁਸੀਂ ਨਾ ਬੋਲੋ। ਲੇਕਿਨ ਦੇਖਿਆ ਜਾਵੇ ਤਾਂ ਜੋ ਪਰਮੇਸ਼ਰ ਦੇ ਦਾਸ ਨੇ ਉਹਦੇ ਖਿਲਾਫ ਕਦੇ ਵੀ ਨਾ ਬੋਲੋ। ਲੇਕਿਨ ਜੋ ਆਪਣੀ ਮਰਜ਼ੀ ਨਾਲ ਬਣ ਚੁੱਕੇ ਨੇ, ਜੋ ਆਪਣੀ ਮਰਜ਼ੀ ਨਾਲ ਬਣ ਚੁੱਕੇ ਨੇ, ਫਿਰ ਉਹਨਾਂ ਦਾ ਕੀ ਹੋਵੇ? ਉਹ ਤਾਂ ਅੱਜ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਉਹ ਲੋਕ ਕੀ ਕਰ ਰਹੇ ਨੇ? ਅੱਜ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਉਹਨਾਂ ਲੋਕਾਂ ਦੇ ਖਿਲਾਫ ਬੋਲੋ, ਲੇਕਿਨ ਉਹਨਾਂ ਨੂੰ ਜਾਣੋ, ਉਹਨਾਂ ਨੂੰ ਸਮਝੋ ਕਿ ਵਾਕਈ ਉਹ ਬਾਈਬਲ ਦੇ ਅਨੁਸਾਰ ਤੁਹਾਨੂੰ ਸਿਖਾ ਰਹੇ ਨੇ। ਲੇਕਿਨ ਅੱਜ ਲੋਕਾਂ ਨੂੰ ਕੀ ਲੱਗਦਾਗਾ ਕਿ ਅਗਰ ਮਸੀਹ ਦੇ ਵਿੱਚ ਆ ਚੁੱਕੇ ਹੋ ਤਾਂ ਤੁਹਾਡੇ ਕੋਲ ਚੰਗਾ ਪਲਾਟ ਹੋਣਾ ਚਾਹੀਦਾਗਾ, ਚੰਗਾ ਘਰ ਹੋਣਾ ਚਾਹੀਦਾਗਾ, ਚੰਗੇ ਕੱਪੜੇ ਹੋਣੇ ਚਾਹੀਦੇ ਨੇ। ਕਿਉਂ? ਕਿਉਂਕਿ ਤੁਸੀਂ ਕੀ ਹੋ? ਤੁਸੀਂ ਤਾਂ ਰਾਜਿਆਂ ਦੇ ਰਾਜ ਦੇ ਬੇਟੇ ਹੋ। ਔਰ ਜੋ ਰਾਜਿਆਂ ਦਾ ਰਾਜ ਦਾ ਬੇਟਾ ਗਾ, ਉਹ ਕਦੇ ਗਰੀਬ ਨਹੀਂ ਹੁੰਦਾ। ਮਤਲਬ ਤੁਹਾਡਾ ਪ੍ਰਭੂ ਯਿਸੂ ਮਸੀਹ ਕੀ ਹੈ? ਉਹ ਤਾਂ ਰਾਜਾ ਗਾ, ਔਰ ਤੁਸੀਂ ਕੀ ਹੋ? ਉਹਦੇ ਸਾਰੇ ਬੇਟੇ ਹੋ, ਉਹਦੇ ਬੱਚੇ ਹੋ। ਹੁਣ ਇਹਦਾ ਮਤਲਬ ਕਿ ਜੋ ਪ੍ਰਭੂ ਯਿਸੂ ਮਸੀਹ ਹੈ ਉਹ ਤਾਂ ਰਾਜਾ ਗਾ। ਇੱਕ ਰਾਜੇ ਦੇ ਬੱਚੇ ਕੈਸੇ ਹੁੰਦੇ ਨੇ? ਉਹ ਤਾਂ ਰਾਜੇ ਵਰਗੇ ਹੁੰਦੇ ਨੇ। ਇਹਦਾ ਮਤਲਬ ਕਿ ਤੁਹਾਨੂੰ ਕੀ ਚਾਹੀਦੀ ਹੈ? ਆਸੀਸ਼ ਚਾਹੀਦੀ ਹੈ। ਤੁਹਾਡੇ ਲਵੇ ਚੰਗਾ ਰੁਪਿਆ ਪੈਸਾ ਹੋਣਾ ਚਾਹੀਦਾਗਾ। ਗਰੀਬੀ ਕੀ ਹੈ? ਗਰੀਬੀ ਤਾਂ ਇੱਕ ਸਰਾਫ ਹੈ। ਕੁਝ ਪਾਸਟਰ ਲੋਕ, ਕੁਝ ਸੇਵਕ ਲੋਕ ਇਸ ਤਰ੍ਹਾਂ ਦੱਸਦੇ ਨੇ, ਇਸ ਤਰ੍ਹਾਂ ਸਿਖਾਉਂਦੇ ਨੇ ਕਿ ਗਰੀਬੀ ਕੀ ਹੈ? ਗਰੀਬੀ ਕੀ ਹੈ? ਇੱਕ ਸਰਾਫ ਹੈ। ਇੱਕ ਵਾਰ ਕੋਈ ਇਨਸਾਨ ਆਇਆ ਪ੍ਰਭੂ ਯਿਸੂ ਮਸੀਹ ਦੇ ਕੋਲ, ਤਾਂ ਉਸਨੇ ਕਿਹਾ ਪ੍ਰਭੂ ਯਿਸੂ ਮਸੀਹ ਨੂੰ, ਪ੍ਰਭੂ ਜੀ ਮੈਂ ਤੁਹਾਡੇ ਪਿੱਛੇ ਚੱਲਾਂਗਾ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਉਸਨੂੰ ਕੀ ਕਿਹਾ ਸੀਗਾ ਕਿ ਪੰਛੀਆਂ ਦੇ ਕੋਲ ਆਲ੍ਹਣੇ ਨੇ ਤੇ ਲੂੰਬੜੀਆਂ ਕੋਲ ਕੀ ਹੈ? ਘੁਰਨੇ ਨੇ। ਲੇਕਿਨ ਜੋ ਮਨੁੱਖ ਦਾ ਪੁੱਤਰ ਹੈ ਉਹਦੇ ਕੋਲ ਸਿਰ ਢੱਕਣ ਦੇ ਲਈ ਜਗ੍ਹਾ ਵੀ ਨਹੀਂ ਹੈ। ਹੁਣ ਦੇਖੋ ਪ੍ਰਭੂ ਯਿਸੂ ਮਸੀਹ ਜੋ ਰਾਜਿਆਂ ਦਾ ਰਾਜਾ ਗਾ, ਉਹਦੇ ਲਈ ਕੀ ਹੈ? ਉਹਦੇ ਲਈ ਤਾਂ ਕੋਈ ਜਗ੍ਹਾ ਨਹੀਂ ਹੈ। ਹੁਣ ਕੀ ਪ੍ਰਭੂ ਯਿਸੂ ਮਸੀਹ ਸਰਾਫ ਸੀਗਾ? ਗਰੀਬੀ ਸਰਾਫ ਨਹੀਂ ਹੈ। ਆਪਾਂ ਨੇ ਕਈ ਵਾਰ ਵਚਨ ਦੇ ਵਿੱਚੋਂ ਸਿੱਖਿਆ ਵੀ ਹੈ, ਕਈ ਵਾਰ ਵਚਨ ਦੇ ਵਿੱਚੋਂ ਪੜ੍ਹਿਆ ਵੀ ਹੈ। ਇੱਕ ਧਨੀ ਸੀ ਤੇ ਇੱਕ ਲਾਜ਼ਰ ਸੀ। ਲਾਜ਼ਰ ਦੇ ਸਰੀਰ ਦੇ ਉੱਪਰ ਕੀ ਸੀ? ਫੋੜੇ ਸੀ। ਔਰ ਫੋੜਿਆਂ ਨੂੰ ਕੀ ਕਰਦੇ ਸੀ? ਕੁੱਤੇ ਆ ਕੇ ਚੱਟਦੇ ਵੀ ਸੀਗੇ। ਤੇ ਧਨੀ ਹਰ ਰੋਜ਼ ਚੰਗਾ ਖਾਂਦਾ ਸੀਗਾ, ਚੰਗਾ ਪਹਿਨਦਾ ਸੀਗਾ, ਤੇ ਹਰ ਰੋਜ਼ ਬੁਰੇ ਕੰਮ ਕਰਦਾ ਸੀਗਾ। ਜਦੋਂ ਲਾਜ਼ਰ ਮਰਿਆ ਤਾਂ ਉਹਨੂੰ ਲੈਣ ਦੇ ਲਈ ਕੌਣ ਆਏ? ਉਹਨੂੰ ਸਵਰਗਦੂਤ ਲੈਣ ਦੇ ਲਈ ਆਏ। ਤੇ ਉਸ ਤੋਂ ਬਾਅਦ ਲਾਜ਼ਰ ਕਿੱਥੇ ਗਿਆ? ਲਾਜ਼ਰ ਕਿੱਥੇ ਗਿਆ? ਉਹ ਤਾਂ ਅਬਰਾਹਮ ਦੀ ਗੋਦੀ ਵਿੱਚ ਚਲਾ ਗਿਆ, ਮਤਲਬ ਸਵਰਗ ਵਿੱਚ ਚਲਾ ਗਿਆ। ਫਿਰ ਜੋ ਧਨੀ ਸੀਗਾ, ਜਦ ਉਹ ਮਰਿਆ
ਉਹ ਕਿੱਥੇ ਗਿਆ? ਉਹ ਤਾਂ ਨਰਕ ਵਿੱਚ ਚਲਾ ਗਿਆ, ਉਹ ਤਾਂ ਪਤਾਲ ਵਿੱਚ ਚਲਾ ਗਿਆ। ਹੁਣ ਦੇਖੋ ਗਰੀਬੀ ਸ਼ਰਾਪ ਹੈ ਜਾਂ ਅਮੀਰੀ ਸ਼ਰਾਪ ਹੈ? ਲੇਕਿਨ ਅੱਜ ਕੀ ਹੈ? ਅੱਜ ਲੋਕ ਸਿਖਾਉਂਦੇ ਇਸੇ ਤਰ੍ਹਾਂ ਨੇ। ਅਗਰ ਮਸੀਹ ਦੇ ਵਿੱਚ ਆ ਚੁੱਕੇ ਹੋ ਤਾਂ ਤੁਹਾਨੂੰ ਆਸੀਸ਼ ਚਾਹੀਦੀ ਹੈ। ਅਗਰ ਮਸੀਹ ਦੇ ਵਿੱਚ ਆ ਚੁੱਕੇ ਹੋ ਤਾਂ ਤੁਹਾਡਾ ਕਾਰੋਬਾਰ ਬਹੁਤ ਵੱਡਾ ਹੋਣਾ ਚਾਹੀਦਾ ਗਾ, ਤਾਂ ਕਿ ਤੁਹਾਡੀ ਪਹਿਚਾਣ ਹੋਵੇ। ਕਿੱਥੋਂ? ਤੁਹਾਡੇ ਕੱਪੜੇ ਤੋਂ ਪਹਿਚਾਣ ਹੋਵੇ, ਤੁਹਾਡੇ ਘਰ ਤੋਂ ਤੁਹਾਡੀ ਪਹਿਚਾਣ ਹੋਵੇ। ਲੇਕਿਨ ਦੇਖੋ ਲਾਜ਼ਰ ਦਾ ਨਾਮ ਬਾਈਬਲ ਦੇ ਵਿੱਚ ਲਿਖਿਆ ਗਿਆ, ਧਨੀ ਦਾ ਕੀ ਨਾਮ ਸੀਗਾ? ਬਾਈਬਲ ਦੇ ਵਿੱਚ ਨਹੀਂ ਲਿਖਿਆ ਹੋਇਆ। ਲੇਕਿਨ ਸਹੀ ਦੇ ਵਿੱਚ ਜੋ ਗਰੀਬੀ ਹੈ ਇਹ ਕੋਈ ਸ਼ਰਾਪ ਨਹੀਂ ਹੈ। ਲੇਕਿਨ ਪਰਮੇਸ਼ਰ ਕੀ ਕਰਦੇ ਨੇ? ਆਪਣੇ ਲੋਕਾਂ ਨੂੰ ਆਸ਼ੀਸ਼ ਦੇਣ ਵਾਲੇ ਨੇ। ਪਰਮੇਸ਼ਰ ਕਹਿੰਦੇ ਨੇ ਕਿ ਮੈਂ ਤੈਨੂੰ ਕੀ ਦੇਵਾਂਗਾ? ਮੈਂ ਤੈਨੂੰ ਆਸ਼ੀਸ਼ ਦੇਵਾਂਗਾ। ਪਰਮੇਸ਼ਰ ਕਹਿੰਦੇ ਨੇ ਕਿ ਮੈਂ ਤੇਰੀ ਜ਼ਰੂਰਤ ਨੂੰ ਪੂਰਾ ਕਰਾਂਗਾ। ਲੇਕਿਨ ਅੱਜ ਕੀ ਹੈ? ਅੱਜ ਬਹੁਤ ਸਾਰੇ ਐਸੇ ਸੇਵਕ ਲੋਕ ਨੇ ਜੋ ਅੱਜ ਪਰਮੇਸ਼ਰ ਦੇ ਲੋਕਾਂ ਨੂੰ ਉਹ ਗੁੰਮਰਾਹ ਕਰ ਰਹੇ ਨੇ। ਹੁਣ ਜੋ ਸੇਵਕ ਲੋਕ ਨੇ ਸਹੀ ਦੇ ਵਿੱਚ ਜੋ ਉਹਨਾਂ ਨੂੰ ਵਚਨ ਦੀ ਸਮਝ ਹੈ, ਜੋ ਵਚਨ ਦਾ ਗਿਆਨ ਹੈ, ਇਹਦਾ ਇਹ ਮਤਲਬ ਨਹੀਂ ਕਿ ਉਹ ਲੋਕ ਨਹੀਂ ਜਾਣਦੇ, ਉਹ ਜਾਣਦੇ ਨੇ। ਲੇਕਿਨ ਉਹ ਲੋਕ ਜਿਸ ਸੱਚਾਈ ਦੇ ਨਾਲ ਪਰਮੇਸ਼ਰ ਦੇ ਵਚਨਾਂ ਨੂੰ ਦੱਸਣਾ ਚਾਹੀਦਾ ਗਾ, ਉਹ ਸੱਚਾਈ ਦੇ ਨਾਲ ਪਰਮੇਸ਼ਰ ਦੇ ਵਚਨਾਂ ਨੂੰ ਉਹ ਦੱਸ ਨਹੀਂ ਰਹੇ। ਉਹ ਦੱਸ ਨਹੀਂ ਰਹੇ ਇਸ ਕਰਕੇ ਕਿਉਂਕਿ ਹੋ ਸਕਦਾ ਗਾ ਉਹਨਾਂ ਦੀ ਸੰਗਤ ਘਟ ਜਾਏ, ਹੋ ਸਕਦਾ ਗਾ ਉਹਨਾਂ ਦੀ ਸੰਗਤ ਅੱਧੀ ਰਹਿ ਜਾਏ, ਜਾਂ ਹੋ ਸਕਦਾ ਉਹਨਾਂ ਦੀ ਸੰਗਤ ਦੇ ਵਿੱਚ 10-12 ਲੋਕ ਰਹਿ ਜਾਣ। ਇਸ ਲਈ ਉਹ ਪਰਮੇਸ਼ਰ ਦੇ ਵਚਨਾਂ ਨੂੰ ਕੀ ਕਰਦੇ ਨੇ? ਲੁਕੋ ਲੈਂਦੇ ਨੇ, ਛੁਪਾ ਲੈਂਦੇ ਨੇ। ਔਰ ਲੋਕਾਂ ਨੂੰ ਅੱਜ ਕੋਈ ਵੀਜ਼ਾ ਦੇ ਰਿਹਾ ਗਾ, ਅੱਜ ਕੋਈ ਚੰਗੇ ਕਾਰੋਬਾਰ ਦੇ ਵਿੱਚ ਆਸ਼ੀਸ਼ ਦੇ ਰਿਹਾ ਗਾ। ਅੱਜ ਜ਼ਿਆਦਾਤਰ ਲੋਕ ਕੀ ਕਹਿੰਦੇ ਨੇ ਕਿ ਅਗਰ ਪਰਮੇਸ਼ਰ ਕੋਲ ਆਓਗੇ ਤਾਂ ਪਰਮੇਸ਼ਰ ਤੁਹਾਡੇ ਘਰ ਦੇ ਵਿੱਚੋਂ ਗਰੀਬੀ ਕੱਢ ਦੇਵੇਗਾ। ਲੇਕਿਨ ਜੋ ਪਰਮੇਸ਼ਰ ਦੀ ਸੱਚਾਈ ਹੈ, ਅੱਜ ਉਹ ਸੱਚਾਈ ਇਨਸਾਨ ਦੇ ਕੋਲ ਨਹੀਂ ਹੈ। ਇੱਕ ਵਾਰ ਮੈਂ ਤੇ ਮੇਰਾ ਸਾਥੀ ਅਸੀਂ ਕਿਸੇ ਜਗ੍ਹਾ ਚਲੇ ਗਏ ਔਰ ਉਹ ਪਰਿਵਾਰ ਦੇ ਵਿੱਚ ਦੇਖੇ, ਉਹ ਪਰਿਵਾਰ ਦੀ ਹਾਲਤ ਬਹੁਤ ਖਰਾਬ ਹੈ। ਹਾਲਤ ਖਰਾਬ ਹੈ ਮਤਲਬ ਕਿ ਉਹਨਾਂ ਦੇ ਤਕਰੀਬਨ ਸ਼ਾਇਦ ਲਗਭਗ 18-20 ਸਾਲ ਹੋ ਚੁੱਕੇ ਸੀਗੇ। ਮੈਨੂੰ ਪ੍ਰੋਪਰ ਨਹੀਂ ਪਤਾ। 18-20 ਸਾਲ ਤੋਂ ਬਾਅਦ ਉਹ ਮਸੀਹ ਦੇ ਵਿੱਚ ਆਏ ਸੀਗੇ ਔਰ ਉਹਨਾਂ ਨੂੰ ਉੱਥੋਂ ਆ ਕੇ ਬੱਚਾ ਹੋਇਆ, ਇੱਕ ਬੱਚਾ ਹੋਇਆ ਕਿਸੇ ਪਾਸਟਰ ਦੇ ਕੋਲੋਂ। ਤੇ ਜਦ ਉਹਨਾਂ ਲੋਕਾਂ ਨੂੰ ਜਾ ਕੇ ਮਿਲੇ, ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਸਹੀ ਦੇ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਕਿ ਮਸੀਹ ਕੀ ਹੈ, ਮਸੀਹ ਕੌਣ ਹੈ। ਉਹ ਲੋਕ ਬੰਦਗੀ ਵਿੱਚ ਨਹੀਂ ਜਾਂਦੇ। ਕੀ ਹੋਇਆ ਜੇ ਮਹੀਨੇ ਦੇ ਵਿੱਚ 2-4 ਮਹੀਨਿਆਂ ਬਾਅਦ ਜਾਂ 6 ਮਹੀਨਿਆਂ ਬਾਅਦ ਕਦੇ ਬੰਦਗੀ ਵਿੱਚ ਚਲੇ ਗਏ। ਲੇਕਿਨ ਇਹ ਵੀ ਨਹੀਂ ਪਤਾ ਕਿ ਪ੍ਰਾਰਥਨਾ ਕਰਦੇ ਨੇ ਜਾਂ ਬਾਈਬਲ ਪੜ੍ਹਦੇ ਜਾਂ ਨਹੀਂ ਪੜ੍ਹਦੇ। ਲੇਕਿਨ ਕੁਝ ਵੀ ਨਹੀਂ ਪਤਾ। ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹ ਕਹਿੰਦੇ ਨੇ ਦੇਖੋ ਅਸੀਂ ਆਪਣੇ ਪਾਸਟਰ ਨੂੰ ਨਹੀਂ ਛੱਡ ਸਕਦੇ। ਕਿਉਂ ਨਹੀਂ ਛੱਡ ਸਕਦੇ? ਕਿਉਂਕਿ ਸਾਡੇ ਪਾਸਟਰ ਤੋਂ ਸਾਨੂੰ ਬੱਚਾ ਮਿਲਿਆ ਹੈਗਾ। ਸਾਡਾ ਪਾਸਟਰ ਜੈਸਾ ਵੀ ਹੈ, ਸਾਡੇ ਲਈ ਆਵੇ ਚਾਹੇ ਨਾ ਆਵੇ, ਅਸੀਂ ਚਾਹੇ ਮਹੀਨੇ ਬਾਅਦ ਜਾਈਏ ਚਾਹੇ 2-4 ਮਹੀਨਿਆਂ ਬਾਅਦ ਜਾਈਏ, ਅਸੀਂ ਤਾਂ ਆਪਣੇ ਪਾਸਟਰ ਕੋਲ ਹੀ ਜਾਣਾਗਾ। ਹੁਣ ਉਹ ਪਾਸਟਰ ਨੂੰ ਆਪਣੀ ਸੰਗਤ ਦੇ ਲੋਕਾਂ ਦੀ ਕੋਈ ਖਬਰ ਹੀ ਨਹੀਂ ਕਿ ਮੇਰੀ ਸੰਗਤ ਦੇ ਲੋਕ ਨੇ, ਉਹਨੇ ਪਾਸਟਰ ਦੇ ਲਵੇ ਉਹਨਾਂ ਲਈ ਸਮਾਂ ਹੀ ਨਹੀਂ ਹੈ। ਲੇਕਿਨ ਉਹ ਲੋਕ ਵੀ ਦੇਖੋ ਕੈਸੇ ਨੇ, ਉਹ ਵੀ ਲੋਕ ਸਿਰਫ ਔਰ ਸਿਰਫ ਚਮਤਕਾਰ ਪਿੱਛੇ ਪਏ ਹੋਏ ਨੇ। ਉਹ ਲੋਕ ਇਹ ਭੁੱਲ ਚੁੱਕੇ ਨੇ ਕਿ ਬੱਚਾ ਜੋ ਬੱਚੇ ਦੀ ਦਾਤ ਹੈ ਉਹ ਤਾਂ ਪਰਮੇਸ਼ਵਰ ਨੇ ਦਿੱਤੀ ਹੈ। ਲੇਕਿਨ ਉਹਨਾਂ ਨੂੰ ਕੀ ਲੱਗਦਾ ਗਾ ਕਿ ਸਾਨੂੰ ਜੋ ਬੱਚਾ ਮਿਲੇਗਾ ਉਹ ਕਿੱਥੋਂ ਮਿਲੇਗਾ? ਉਹ ਤਾਂ ਪਾਸਟਰ ਕੋਲੋਂ ਮਿਲੇਗਾ। ਜਦ ਕਿ ਸਹੀ ਦੇ ਵਿੱਚ ਉਸ ਪਾਸਟਰ ਨੇ ਉਹਨਾਂ ਲਈ ਪ੍ਰਾਰਥਨਾ ਕੀਤੀ ਔਰ ਪ੍ਰਾਰਥਨਾ ਦਾ ਪਰਮੇਸ਼ਵਰ ਕਿਸ ਦੀ ਵੀ ਸੁਣ ਸਕਦੇ ਨੇ। ਲੇਕਿਨ ਅੱਜ ਕੀ ਹੈ ਕਿ ਅੱਜ ਜੋ ਐਸੇ ਸੇਵਕ ਲੋਕ ਨੇ ਜੋ ਸੰਗਤ ਨੂੰ ਗੁੰਮਰਾਹ ਕਰ ਰਹੇ ਨੇ, ਉਹਨਾਂ ਲਵੇ ਉਹ ਸਮਾਂ ਨਹੀਂ ਕੱਢ ਰਹੇ, ਉਹਨਾਂ ਨੂੰ ਬੰਦਗੀ ਵਿੱਚ ਨਹੀਂ ਬੁਲਾ ਰਹੇ, ਉਹਨਾਂ ਦੇ ਨਾਲ ਉਹ ਮੇਲ ਮਿਲਾਪ ਨਹੀਂ ਕਰ ਰਹੇ। ਇਸ ਕਰਕੇ ਕੀ ਹੋ ਰਿਹਾ ਗਾ ਕਿ ਜੋ ਤਾਂ ਵਿਸ਼ਵਾਸੀ ਲੋਕ ਨੇ ਉਹ ਸ਼ੈਤਾਨ ਦੀ ਗੁਲਾਮੀ ਵਿੱਚ ਫਸ ਚੁੱਕੇ ਨੇ। ਉਹਨਾਂ ਨੇ ਸਪਸ਼ਟ ਹੀ ਕਹਿਤਾ ਕਿ ਅਸੀਂ ਆਪਣੇ ਪਾਸਟਰ ਤੋਂ ਇਲਾਵਾ ਅਸੀਂ ਕਿੱਥੇ ਜਾਂਦੇ ਹੀ ਨਹੀਂ। ਸਾਡਾ ਪਾਸਟਰ ਸਾਡੇ ਲਈ ਆਵੇ ਚਾਹੇ ਨਾ ਆਵੇ, ਅਸੀਂ ਬਿਮਾਰ ਹੋਈਏ ਚਾਹੇ ਜੋ ਵੀ ਹੋਈਏ, ਅਸੀਂ ਆਪਣੇ ਪਾਸਟਰ ਤੋਂ ਬਿਨਾਂ ਕਿਤੇ ਜਾਂਦੇ ਹੀ ਨਹੀਂ। ਹੁਣ ਦੇਖੋ ਕੈਸੀ ਸਿੱਖਿਆ ਪ੍ਰਾਪਤ ਕੀਤੀ ਉਹਨਾਂ ਨੇ। ਕਿ ਰੱਬ ਦਾ ਸੇਵਕ ਐਸੀ ਸਿੱਖਿਆ ਦੇ ਸਕਦਾ ਕਿਸੇ ਨੂੰ ਕਿ ਤੁਸੀਂ 2-2 4-4 ਮਹੀਨੇ 6-6 ਮਹੀਨੇ ਬੰਦਗੀ ਵਿੱਚ ਹੀ ਨਾ ਆਓ, ਜਾਂ ਫਿਰ ਜੋ ਕ੍ਰਿਸਮਸ ਦਾ ਦਿਨ ਹੈ ਉਦੋਂ ਹੀ ਬੰਦਗੀ ਵਿੱਚ ਆਓ, ਉਦੋਂ ਹੀ ਚੰਗਾ ਖਰਚਾ ਕਰੋ। ਲੇਕਿਨ ਸਾਡੇ ਪਰਮੇਸ਼ਵਰ ਕੀ ਕਹਿੰਦੇ ਨੇ ਕਿ ਤੁਸੀਂ ਇਕੱਠੇ ਹੋਵੋ, ਹਰ ਵਾਰ ਇਕੱਠੇ ਹੋਵੋ। ਇਹ ਸਾਡੇ ਪਰਮੇਸ਼ਵਰ ਸਿਖਾਉਂਦੇ ਨੇ। ਫਿਰ ਜਿਹੜੇ ਉਹ ਸੇਵਕ ਲੋਕ ਨੇ ਉਹ ਲੋਕ ਕੀ ਸਿਖਾ ਰਹੇ ਨੇ ਔਰ ਜੋ ਵਿਸ਼ਵਾਸੀ ਲੋਕ ਨੇ ਉਹ ਕੀ ਸਿੱਖ ਰਹੇ ਨੇ। ਮੈਂ ਕਿਸੇ ਸੇਵਕ ਦੇ ਖਿਲਾਫ ਨਹੀਂ ਬੋਲ ਰਿਹਾ, ਲੇਕਿਨ ਮੈਂ ਦੱਸ ਰਿਹਾ ਗਾ ਕਿ ਇਸ ਤਰ੍ਹਾਂ ਹੁੰਦਾ ਗਾ। ਪਰਮੇਸ਼ਵਰ ਕਹਿੰਦੇ ਨੇ ਕਿ ਮੇਰੇ ਸੇਵਕ ਦੇ ਖਿਲਾਫ ਨਾ ਬੋਲੋ, ਮੇਰੇ ਸੇਵਕ ਦੇ ਵਿਰੋਧ ਵਿੱਚ ਨਾ ਜਾਓ। ਲੇਕਿਨ ਖੁਦ ਹੀ ਪਰਮੇਸ਼ਵਰ ਔਰ ਪਰਮੇਸ਼ਵਰ ਦਾਸ ਲੋਕਾਂ ਨੇ ਇਹ ਕੰਮ ਕੀਤਾ ਗਾ। ਆਪਾਂ ਵਚਨ ਪੜਾਂਗੇ ਮੱਤੀ ਉਹਦਾ 3 ਅਧਿਆਏ, ਮੱਤੀ ਉਹਦਾ 3 ਅਧਿਆਏ ਉਹਦਾ 7। ਪਰ ਜਾਂ ਉਹਨੇ ਵੇਖਿਆ ਜੋ ਫਰੀਸੀਆਂ ਤੇ ਸਦੂਕਿਆਂ ਵਿੱਚੋਂ
ਬਥੇਰੇ ਮੈਥੋਂ ਬਪਤਿਸਮਾ ਲੈਣ ਨੂੰ ਆਉਂਦੇ ਹਨ, ਤਾਂ ਉਹਨਾਂ ਨੂੰ ਕਿਹਾ ਕਿ ਹੇ ਸੱਪਾਂ ਦੇ ਬੱਚਿਓ, ਤੁਹਾਨੂੰ ਆਉਣ ਵਾਲੇ ਕੋਪ ਤੋਂ ਭੱਜਣਾ ਕਿਵੇਂ ਦੱਸਿਆ? ਹਾਂ, ਸਾਰੇ ਬੋਲੋ ਹਾਲੇਲੂਇਆ। ਇਹ ਉਸ ਸਮੇਂ ਦੀ ਗੱਲ ਹੋ ਰਹੀ ਹੈ ਕਿ ਜਦ ਯਹੂਨਾ ਬਪਤਿਸਮਾ ਦੇਣ ਵਾਲਾ ਇਸ ਧਰਤੀ ਉੱਪਰ ਸੀਗਾ, ਤਾਂ ਜਦ ਯਹੂਨਾ ਬਪਤਿਸਮਾ ਦੇਣ ਵਾਲੇ ਨੇ ਦੇਖਿਆ ਕਿ ਉਹਦੇ ਕੋਲ ਫਰੀਸੀ ਲੋਕ, ਮਤਲਬ ਜੋ ਵਚਨ ਨੂੰ ਮੰਨਦੇ ਸੀਗੇ, ਵਚਨ ਨੂੰ ਜਾਣਦੇ ਸੀਗੇ, ਤੇ ਸਦੂਕੀ ਲੋਕ ਜੋ ਲੋਕਾਂ ਨੂੰ ਸਿਖਾਉਂਦੇ ਸੀਗੇ, ਉਹ ਲੋਕ ਯਹੂਨਾ ਦੇ ਕੋਲ ਆਏ। ਔਰ ਯਹੂਨਾ ਦਾ ਕੰਮ ਕੀ ਸੀਗਾ? ਕਿ ਲੋਕਾਂ ਨੂੰ ਬਪਤਿਸਮਾ ਦੇਵੇ। ਔਰ ਜਦ ਉਹ ਲੋਕ ਉਹਦੇ ਕੋਲ ਆਏ, ਇੱਕ ਵਾਰ ਫਿਰ ਪੜੋ। ਪਰ ਜਦ ਉਹਨੇ ਵੇਖਿਆ ਹਾਂ। ਕਿ ਫਰੀਸੀਆਂ ਅਤੇ ਸਦੂਕੀਆਂ ਵਿੱਚੋਂ ਬਥੇਰੇ ਮੈਥੋਂ ਬਪਤਿਸਮਾ ਲੈਣ ਨੂੰ ਆਉਂਦੇ ਹਨ, ਇਹ ਲੋਕ ਆਏ ਸੀਗੇ ਬਪਤਿਸਮਾ ਲੈਣ ਦੇ ਲਈ, ਔਰ ਯਹੂਨਾ ਦਾ ਕੰਮ ਕੀ ਸੀਗਾ? ਬਪਤਿਸਮਾ ਦੇਣਾ। ਹੁਣ ਇਹ ਲੋਕ ਵੀ ਆਏ। ਕੌਣ ਸੀਗੇ? ਫਰੀਸੀ ਲੋਕ। ਫਰੀਸੀ ਲੋਕ ਕੌਣ ਸੀਗੇ? ਜੋ ਮੂੰਹ ਜਵਾਨੀ ਬਾਈਬਲ ਨੂੰ ਯਾਦ ਰੱਖਦੇ ਸੀਗੇ, ਲੋਕਾਂ ਨੂੰ ਸਿਖਾਉਂਦੇ ਸੀਗੇ, ਲੋਕਾਂ ਨੂੰ ਦੱਸਦੇ ਸੀਗੇ। ਸਦੂਕੀ ਲੋਕ ਵੀ ਲੋਕਾਂ ਨੂੰ ਸਿਖਾਉਂਦੇ ਸੀਗੇ। ਫਿਰ ਅੱਗੇ ਕੀ ਲਿਖਿਆਗਾ? ਤਾਂ ਉਹਨਾਂ ਨੂੰ ਕਿਹਾ ਕਿ ਹੇ ਸੱਪਾਂ ਦੇ ਬੱਚਿਓ, ਤੁਹਾਨੂੰ ਆਉਣ ਵਾਲੇ ਕੋਪ ਤੋਂ ਭੱਜਣਾ ਕਿਹਨੇ ਦੱਸਿਆ? ਹੁਣ ਦੇਖੋ ਇਹ ਪਰਮੇਸ਼ਰ ਦਾ ਦਾਸ ਉਹ ਐਸੇ ਲੋਕਾਂ ਦੇ ਵਿਰੋਧ ਵਿੱਚ ਬੋਲ ਰਿਹਾਗਾ। ਕੀ ਬੋਲ ਰਿਹਾ? ਹੇ ਸੱਪਾਂ ਦੇ ਬੱਚਿਓ, ਹੇ ਸੱਪਾਂ ਦੇ ਬੱਚਿਓ। ਮਤਲਬ ਤੁਸੀਂ ਲੋਕਾਂ ਨੂੰ ਸਿਖਾਉਂਦੇ ਹੋ, ਲੇਕਿਨ ਗਲਤ ਰੀਤੀ ਨਾਲ ਸਿਖਾ ਦਿੰਦੇ ਹੋ। ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ। ਤੁਸੀਂ ਲੋਕਾਂ ਨੇ ਆਪਣੇ ਹੀ ਮਨੋ ਵਿਚਾਰ ਬਣਾ ਲਏ ਨੇ, ਆਪਣੇ ਮਨ ਦੀਆਂ ਹੀ ਕੁਝ ਐਸੀਆਂ ਗੱਲਾਂ ਬਣਾ ਕੇ ਲੋਕਾਂ ਵਿੱਚ ਪੇਸ਼ ਕੀਤੀਆਂ ਹੋਈਆਂ ਨੇ। ਲੇਕਿਨ ਚਾਹੀਦਾ ਕੀ ਹੈ ਤੁਹਾਨੂੰ? ਅੱਗੇ ਪੜੋ 8। ਸੋ ਤੁਸੀਂ ਤੋਬਾ ਜੋਗਾ ਫਲ ਦਿਓ। ਹਾਂ, ਹੁਣ ਦੇਖੋ ਸਪਸ਼ਟ ਲਿਖਿਆ ਵੀ ਤੁਸੀਂ ਤੋਬਾ ਤਾਂ ਕਰਨਾ ਨਹੀਂ ਚਾਹੁੰਦੇ, ਲੇਕਿਨ ਲੋਕਾਂ ਨੂੰ ਸਿਖਾਉਣਾ ਚਾਹੁੰਦੇ ਹੋ। ਔਰ ਸਿਖਾਉਣਾ ਕੀ ਚਾਹੁੰਦੇ ਹੋ? ਕਿ ਜੋ ਤੁਸੀਂ ਕਰਨਾ ਨਹੀਂ ਚਾਹੁੰਦੇ ਉਹ ਸਿਖਾਉਂਦੇ ਸੀਗੇ। ਹੁਣ ਇਹਨਾਂ ਲੋਕਾਂ ਨੂੰ ਪਰਮੇਸ਼ਰ ਦੇ ਦਾਸ ਨੇ ਸਪਸ਼ਟ ਬੋਲਤਾ, ਉਹਨਾਂ ਨੂੰ ਮੂੰਹ ਦੇ ਉੱਪਰ ਹੀ ਬੋਲਤਾ। ਹਾਂ, ਪਿੱਠ ਪਿੱਛੇ ਨਹੀਂ ਬੋਲਿਆ ਯਹੂਨਾ ਨੇ, ਉਹਨੇ ਸਪਸ਼ਟ ਹੀ ਕਹਿਤਾ। ਦੇਖੋ ਇਹ ਵੀ ਤਾਂ ਪਰਮੇਸ਼ਰ ਦਾ ਦਾਸ ਕੀ ਹੈ, ਉਹਨਾਂ ਦਾ ਵਿਰੋਧ ਕਰ ਰਿਹਾਗਾ। ਮੈਂ ਤੁਹਾਨੂੰ ਨਹੀਂ ਕਹਿੰਦਾ ਤੁਸੀਂ ਕਿਸੇ ਦਾਸ ਦਾ ਵਿਰੋਧ ਕਰੋ। ਅਗਰ ਤੁਹਾਡੀਆਂ ਨਜ਼ਰਾਂ ਵਿੱਚ ਕੋਈ ਐਸਾ ਦਾਸ ਆਉਂਦਾ ਵੀ ਹੈ, ਉਹਦੇ ਖਿਲਾਫ ਨਾ ਬੋਲੋ। ਲੇਕਿਨ ਇਹ ਕੀ ਹੈ? ਇੱਥੇ ਦੇਖੋ ਪਰਮੇਸ਼ਰ ਦਾ ਦਾਸ ਇਹ ਗੱਲ ਕਰ ਰਿਹਾਗਾ। ਫਿਰ ਆਪਾਂ ਦੇਖਾਂਗੇ ਮੱਤੀ ਉਹਦਾ 23 ਅਧਿਆਇ, ਮੱਤੀ 23 ਅਧਿਆਇ ਉਹਦਾ 13 ਵਚਨ। ਪਰ ਹੇ ਹੇ ਕਪਟੀ ਗ੍ਰੰਥੀਓ ਅਤੇ ਫਰੀਸੀਓ, ਤੁਹਾਡੇ ਉੱਤੇ ਹਾਏ ਹਾਏ, ਇਸ ਲਈ ਜੋ ਤੁਸੀਂ ਸਵਰਗ ਦੇ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ ਕਰਦੇ ਹੋ। ਕਿਉਂ ਜੋ ਉਸ ਵਿੱਚ ਨਾ ਆਪ ਵੜਦੇ, ਨਾ ਵੜਨ ਵਾਲਿਆਂ ਨੂੰ ਵੜਨ ਦਿੰਦੇ ਹੋ। ਸਾਰੇ ਬੋਲੋ ਹਾਲੇਲੂਇਆ। ਹੁਣ ਪ੍ਰਭੂ ਯਿਸੂ ਮਸੀਹ ਦੇਖੋ ਇੱਥੇ ਸਾਫ਼-ਸਾਫ਼ ਉਹਨਾਂ ਲੋਕਾਂ ਦਾ ਸਾਹਮਣਾ ਕਰ ਰਹੇ ਨੇ। ਕਿਹਨਾਂ ਲੋਕਾਂ ਦਾ? ਕਿ ਜਿਨ੍ਹਾਂ ਲੋਕਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਆਏ ਸੀਗੇ। ਔਰ ਉਸ ਸਮੇਂ ਦੇ ਵਿੱਚ ਫਰੀਸੀ ਲੋਕ ਸੀਗੇ, ਉਸ ਸਮੇਂ ਦੇ ਵਿੱਚ ਗ੍ਰੰਥੀ ਲੋਕ ਸੀਗੇ, ਜੋ ਲੋਕਾਂ ਦੇ ਵਿੱਚ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਕਰਦੇ ਸੀਗੇ, ਜੋ ਲੋਕਾਂ ਨੂੰ ਸਿਖਾਉਂਦੇ ਸੀਗੇ। ਪ੍ਰਭੂ ਯਿਸੂ ਮਸੀਹ ਨੇ ਸਾਫ਼ ਕਹਿਤਾ ਕਿ ਤੁਹਾਡੇ ਉੱਪਰ ਹਾਏ ਹਾਏ, ਤੁਹਾਡੇ ਉੱਪਰ ਅਫਸੋਸ ਹੈ ਇਸ ਗੱਲ ਦਾ ਕਿ ਨਾ ਤਾਂ ਤੁਸੀਂ ਮਤਲਬ ਖੁਦ ਸਵਰਗ ਵਿੱਚ ਜਾਣਾਗਾ, ਤੇ ਨਾ ਹੀ ਜੋ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਉੱਥੇ ਜਾਣ ਦੇਣਾਗਾ। ਤੁਹਾਡੇ ਉੱਪਰ ਕੀ ਹਾਏ, ਤੁਹਾਡੇ ਉੱਪਰ ਕੀ ਹੈ? ਅਫਸੋਸ ਹੈ। ਫੇਰ ਪੜੋ 15। ਹੇ ਕਪਟੀ ਗ੍ਰੰਥੀਓ ਤੇ ਫਰੀਸੀਓ, ਤੁਹਾਡੇ ਉੱਤੇ ਹਾਏ ਹਾਏ, ਕਿਉਂ ਜੋ ਤੁਸੀਂ ਇੱਕ ਮਨੁੱਖ ਨੂੰ ਆਪਣੇ ਪੰਥ ਵਿੱਚ ਰਲਾਉਣ ਲਈ ਜਾਂ ਫਲ ਗਾਉਂਦੇ ਹੋ, ਅਤੇ ਜਾਂ ਉਹ ਆ ਚੁੱਕਿਆ ਤਾਂ ਤੁਸੀਂ ਉਹਨੂੰ ਆਪਣੇ ਨਾਲੋਂ ਦੂਣਾ ਨਰਕ ਦਾ ਪੁੱਤਰ ਬਣਾਉਂਦੇ ਹੋ। ਮਤਲਬ ਜਦ ਕਿਸੇ ਨੂੰ ਪਤਾ ਚੱਲਦਾਗਾ ਕਿ ਇੱਕ ਵਿਸ਼ਵਾਸੀ ਹੈ ਜਾਂ ਇੱਕ ਦੁਖੀ ਹੈ, ਇੱਕ ਬਿਮਾਰ ਹੈ, ਤਾਂ ਸੇਵਕ ਦੀ ਦੌੜ ਲੱਗਦੀ ਹੈ ਇਸ ਇਨਸਾਨ ਦੀ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਇੱਕ ਵਾਰ ਉਹ ਮਸੀਹ ਦੇ ਵਿੱਚ ਆ ਜਾਏ। ਔਰ ਜਦੋਂ ਮਸੀਹ ਦੇ ਵਿੱਚ ਆ ਗਿਆ ਤਾਂ ਉਸ ਨੂੰ ਜਦ ਸੱਚਾਈ ਨਹੀਂ ਦੱਸੀ ਗਈ ਤਾਂ ਫਿਰ ਕੀ ਹੈ? ਕਹਿੰਦਾ ਉਹ ਨਰਕ ਦਾ ਦੂਣਾ ਭਾਗੀਦਾਰ ਬਣ ਜਾਂਦਾ ਹੈਗਾ। ਮਤਲਬ ਜੋ ਤੁਹਾਨੂੰ ਸਹੀ ਸਿਖਾਉਣਾ ਚਾਹੀਦਾ ਹੈਗਾ ਉਹ ਤੁਸੀਂ ਸਹੀ ਨਹੀਂ ਸਿਖਾ ਰਹੇ। ਲੇਕਿਨ ਤੁਹਾਡੀ ਮਿਹਨਤ ਦੇਖੋ ਕਿੰਨੀ ਹੈ, ਤੁਸੀਂ ਜਲ ਥਲ ਕਰ ਦਿੰਦੇ ਹੋ, ਇੱਥੋਂ ਉੱਥੇ ਚਲੇ ਜਾਂਦੇ ਹੋ, ਉੱਥੋਂ ਉੱਥੇ ਚਲੇ ਜਾਂਦੇ ਹੋ, ਲੇਕਿਨ ਜੋ ਸਿਖਾਉਣਾ ਚਾਹੀਦਾ ਹੈਗਾ ਉਹ ਤੁਸੀਂ ਸਿਖਾ ਨਹੀਂ ਰਹੇ। ਅਗਰ ਤੁਸੀਂ 23 ਦੇ ਸਾਰਾ ਪੜ੍ਹ ਕੇ ਦੇਖੋਗੇ ਤਾਂ ਇੱਥੇ ਪ੍ਰਭੂ ਯਿਸੂ ਮਸੀਹ ਨੇ ਗ੍ਰੰਥੀਆਂ ਨੂੰ, ਫਰੀਸੀਆਂ ਨੂੰ ਸਪਸ਼ਟ ਬੋਲਿਆਗਾ, ਉਹਨਾਂ ਦਾ ਸਪਸ਼ਟ ਸਾਹਮਣਾ ਕੀਤਾਗਾ। ਕਿਉਂਕਿ ਇਹ ਲੋਕ ਖੜੇ ਤਾਂ ਹੋਏ ਸੀਗੇ, ਲੇਕਿਨ ਪਰਮੇਸ਼ਵਰ ਨੇ ਕਿਹੜਾ ਖੜਾ ਕੀਤਾ ਇਹਨਾਂ ਨੂੰ? ਅੱਜ ਵੀ ਸੇਵਕ ਲੋਕ ਆਪਣੀ ਹੀ ਮਰਜ਼ੀ ਨਾਲ ਖੜੇ ਹੋ ਚੁੱਕੇ ਨੇ। ਅੱਜ ਵੀ ਲੋਕ ਪਾਸਟਰ ਲੋਕ ਆਪਣੀ ਮਰਜ਼ੀ ਨਾਲ ਖੜੇ ਹੋ ਚੁੱਕੇ ਨੇ। ਲੇਕਿਨ ਅੱਜ ਜੈਸਾ ਉਹਨਾਂ ਨੂੰ ਲੱਗਦਾਗਾ ਉਸੇ ਤਰ੍ਹਾਂ ਉਹ ਕੰਮ ਕਰਦੇ ਨੇ। ਅੱਜ ਜਿਸ ਤਰ੍ਹਾਂ ਲੱਗਦਾਗਾ ਉਸ ਤਰ੍ਹਾਂ ਵਚਨ ਦੇ ਦਿੰਦੇ ਨੇ।
ਲੇਕਿਨ ਹੁੰਦਾ ਕੀ ਹੈ ਕਿ ਜਦ ਉਹਨਾਂ ਦੇ ਦੁਆਰਾ ਕੋਈ ਚਮਤਕਾਰ ਹੋ ਜਾਏ, ਜਦ ਕੋਈ ਉਹਨਾਂ ਦੇ ਦੁਆਰਾ ਕੋਈ ਬਿਮਾਰ ਚੰਗਾ ਹੋ ਜਾਏ, ਤਾਂ ਫਿਰ ਜੋ ਵਿਸ਼ਵਾਸੀ ਹੈ ਜਾਂ ਜਿਹਦੇ ਜੀਵਨ ਦੇ ਵਿੱਚ ਚਮਤਕਾਰ ਹੋ ਚੁੱਕਿਆ ਹੈਗਾ, ਹੁਣ ਉਹਨੂੰ ਕਹਿੰਦੇ ਨੇ ਹੁਣ ਤੈਂ ਕਿਸੇ ਦੀ ਬੰਦਗੀ ਵਿੱਚ ਨਹੀਂ ਜਾਣਾ, ਤੈਂ ਕਿਸੇ ਹੋਰ ਪਾਸਟਰ ਕੋਲ ਨਹੀਂ ਜਾਣਾ। ਅਗਰ ਤੂੰ ਕਿਸੇ ਹੋਰ ਦੇ ਕੋਲ ਗਿਆ ਫਿਰ ਮੇਰੇ ਕੋਲ ਨਾ ਹੀ। ਤੈਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਤੂੰ ਮੇਰੇ ਦੁਆਰਾ ਬਚਿਆਂਗਾ। ਸਹੀ ਦੇ ਵਿੱਚ ਅੱਜ ਕੀ ਹੈ, ਅੱਜ ਲੋਕਾਂ ਨੂੰ ਪਤਾ ਹੀ ਨਹੀਂ ਕਿ ਬਚਣਾ ਕੀ ਹੈ। ਅੱਜ ਕਿਸੇ ਨੂੰ ਵੀ ਪਤਾ ਹੀ ਨਹੀਂ ਹੈ ਕਿ ਬਚਣਾ ਕੀ ਹੈ, ਜਦ ਕਿ ਸਹੀ ਮੈਨੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਅਜਿਹੇ ਲੋਕਾਂ ਦਾ ਸਾਹਮਣਾ ਕੀਤਾ। ਅਜਿਹੇ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਨੇ ਝਿੜਕਿਆ, ਅਜਿਹੇ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਨੇ ਡਾਂਟਿਆ ਕਿ ਤੁਸੀਂ ਇਸ ਤਰ੍ਹਾਂ ਦਾ ਕੰਮ ਕਰ ਰਹੇ ਹੋ। ਅਰ 23 ਪੜੋ। ਹੇ ਕਾਪੀ ਗ੍ਰੰਥੀ ਅਤੇ ਫਰੀਸੀਓ, ਤੁਹਾਡੇ ਉੱਤੇ ਹਾਏ ਹਾਏ, ਕਿਉਂ ਜੋ ਤੁਸੀਂ ਪੁਦੀਨੇ ਅਤੇ ਸੌਂਫ ਅਤੇ ਜੀਰੇ ਦਾ ਦਸੌਂ ਦਿੰਦੇ ਹੋ ਅਤੇ ਸਰੀਰ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਆਂ ਅਰ ਦਇਆ ਅਰ ਨੇਚਰ ਨੂੰ ਛੱਡ ਦਿੱਤਾ ਹੈ, ਪਰ ਚਾਹੀਦਾ ਸੀ ਜੋ ਇਹਨਾਂ ਨੂੰ ਕਰਦੇ ਤੇ ਉਹਨਾਂ ਨੂੰ ਵੀ ਨਾ ਛੱਡਦੇ। ਹੁਣ ਦੇਖੋ ਇੱਥੇ ਪ੍ਰਭੂ ਯਿਸੂ ਮਸੀਹ ਸਪਸ਼ਟ ਕਹਿ ਰਹੇ ਨੇ, ਹੇ ਕਾਪੀ ਗ੍ਰੰਥੀਓ ਤੇ ਫਰੀਸੀਓ, ਤੁਹਾਡੇ ਉੱਤੇ ਹਾਏ, ਤੁਹਾਡੇ ਉੱਤੇ ਅਫਸੋਸ ਹੈ, ਕਿਉਂਕਿ ਤੁਸੀਂ ਕੀ ਕਰਦੇ ਹੋ? ਦਸਵੰਧ ਦਿੰਦੇ ਹੋ। ਕਿਹੜੇ ਦਾ? ਪੁਦੀਨੇ ਦਾ, ਸੌਂਫ ਦਾ, ਜੀਰੇ ਦਾ। ਲੇਕਿਨ ਜੋ ਪਰਮੇਸ਼ਵਰ ਦੇ ਗਹਿਰੀਆਂ ਗੱਲਾਂ ਨੇ, ਜੋ ਗਹਿਰੇ ਵਚਨ ਨੇ, ਜੋ ਵਚਨ ਮੰਨਣ ਵਾਲੇ ਨੇ, ਉਹਨਾਂ ਨੂੰ ਤੁਸੀਂ ਕੀ ਹੋ? ਛੱਡ ਬੈਠੇ ਹੋ। ਤੁਸੀਂ ਆਪਣੇ ਹਿਸਾਬ ਨਾਲ ਚੱਲ ਰਹੇ ਹੋ। ਤੁਹਾਨੂੰ ਚਾਹੀਦਾ ਸੀਗਾ ਕਿ ਤੁਸੀਂ ਗਹਿਰੀਆਂ ਗੱਲਾਂ ਨੂੰ ਮੰਨਦੇ, ਜੋ ਪਰਮੇਸ਼ਵਰ ਦੇ ਗਹਿਰੇ ਵਚਨ ਨੇ ਉਹਨਾਂ ਨੂੰ ਮੰਨਦੇ ਤੇ ਇਹ ਵੀ ਕਰਦੇ, ਮਤਲਬ 10ਵਾਂ ਹਿੱਸਾ ਵੀ ਤੁਸੀਂ ਦਿੰਦੇ। ਲੇਕਿਨ ਇਹਨਾਂ ਲੋਕਾਂ ਨੇ ਕੀ ਸੋਚਿਆ? 10ਵਾਂ ਹਿੱਸਾ ਦੇ ਚੱਲੋ, 10ਵਾਂ ਹਿੱਸਾ ਦੇ ਚੱਲੋ, ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਕਰਨ ਦੀ ਲੋੜ ਹੀ ਨਹੀਂ। ਮਤਲਬ ਇਹਨਾਂ ਲੋਕਾਂ ਨੇ ਕੀ ਕੀਤਾ? ਆਪਣੇ ਮਨ ਦੇ ਕੁਝ ਗੱਲਾਂ ਬਣਾ ਲਈਆਂ। ਅੱਜ ਸੇਵਕ ਦੀ ਗੱਲ ਕਰੀਏ ਤਾਂ ਇਸ ਧਰਤੀ ਉੱਪਰ ਬਹੁਤ ਸਾਰੇ ਸੇਵਕ ਨੇ, ਅੱਜ ਬਹੁਤ ਸਾਰੇ ਪਾਸਟਰ ਨੇ, ਲੇਕਿਨ ਸਹੀ ਦੇ ਵਿੱਚ ਜੋ ਪਾਸਟਰ ਹੈ, ਜੋ ਸੇਵਕ ਹੈ, ਉਹਦੇ ਲਈ ਪਰਮੇਸ਼ਵਰ ਕੀ ਕਹਿੰਦੇ ਨੇ? ਆਪਾਂ ਪੜਾਂਗੇ ਯਹੂਨਾ ਉਹਦਾ 10 ਅਧਿਆਇ ਉਹਦਾ 12 ਵਚਨ। ਹਿੰਦੀ ਦੇਖੋ ਜੀ, ਹੈ ਕਿਸੇ ਲਈ? ਯਹੂਨਾ 10 ਅਧਿਆਇ ਉਹਦਾ 12 ਵਚਨ। ਪੰਜਾਬੀ ਵੀ ਹਿੰਦੀ ਦੋਨੋਂ ਪੜੋ। ਜੋ ਕੰਮ ਹੈ ਅਤੇ ਆਜ਼ਾਦੀ ਨਹੀਂ, ਜੇ ਦੀਆਂ ਭੇਡਾਂ ਆਪਣੀਆਂ ਨਹੀਂ ਹਨ, ਸੋ ਬਘਿਆੜ ਨੂੰ ਆਉਂਦਾ ਵੇਖ ਕੇ ਭੇਡਾਂ ਨੂੰ ਛੱਡਦਾ ਤੇ ਭੱਜ ਜਾਂਦਾ ਹੈ। ਹੁਣ ਇੱਥੇ ਲਿਖਿਆ 10 ਹਾਂ 12। ਹੁਣ ਇੱਥੇ ਲਿਖਿਆ ਗਾ ਕਿ ਜੋ ਕਾਮਾ ਹੈ, ਮਤਲਬ ਜੋ ਮਜ਼ਦੂਰ ਹੈ, ਹਾਂ, ਅਯਾਲੀ ਨਹੀਂ ਹੈ, ਮਤਲਬ ਮਾਲਕ ਨਹੀਂ ਹੈ। ਫਿਰ ਜਿਹਦੀਆਂ ਭੇਡਾਂ ਆਪਣੀਆਂ ਨਹੀਂ ਹੈਗੀਆਂ, ਲੇਕਿਨ ਜਦੋਂ ਕੋਈ ਬਘਿਆੜ ਦਿਖਦਾ ਗਾ ਤਾਂ ਉਹ ਉਹਨਾਂ ਨੂੰ ਛੱਡ ਕੇ ਭੱਜ ਜਾਂਦਾ ਗਾ। ਇਹ ਕਿਸੇ ਐਸੇ ਇਨਸਾਨ ਦੀ ਗੱਲ ਨਹੀਂ ਕਰ ਰਹੇ, ਪਰਮੇਸ਼ਵਰ ਕੀ ਦੀ ਗੱਲ ਕਰਦੇ ਨੇ? ਇੱਕ ਸੇਵਕ ਦੀ ਗੱਲ ਕਰ ਰਹੇ ਨੇ। ਪੜੋ ਜੀ ਹਿੰਦੀ ਦੇ ਵਿੱਚ। ਮਜ਼ਦੂਰ ਜੋ ਨਾ ਚਰਵਾਹਾ ਹੈ, ਹਾਂ ਦੇਖੋ ਮਜ਼ਦੂਰ, ਹਾਂ ਮਜ਼ਦੂਰ ਮਤਲਬ ਜੋ ਚਰਵਾਹਾ ਨਹੀਂ ਹੈ ਪਰ ਨਾ ਉਹ ਮਾਲਕ ਹੈ। ਮਜ਼ਦੂਰ ਮਤਲਬ ਕੌਣ? ਜਿਹਨੂੰ ਮਜ਼ਦੂਰੀ ਮਿਲਦੀ ਹੈ। ਅੱਜ ਦੇਖੋ ਬਹੁਤ ਸਾਰੀਆਂ ਸੰਸਥਾਵਾਂ ਨੇ, ਅੱਜ ਬਹੁਤ ਸਾਰੀਆਂ ਕਲੀਸਿਆਵਾਂ ਨੇ ਕਿ ਜਿਨ੍ਹਾਂ ਨੇ ਪਾਸਟਰ ਦਿੱਤੇ ਹੋਏ ਨੇ। ਅੱਜ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਜੋ ਪਾਸਟਰ ਐਸੇ ਨੇ ਕਿ ਜਿਨ੍ਹਾਂ ਨੂੰ ਲੋਕ ਪੈਸਾ ਦਿੰਦੇ ਨੇ, ਉਹ ਸੰਸਥਾ ਵਾਲੇ ਦਿੰਦੇ ਨੇ, ਉਹ ਮਿਨਿਸਟਰੀਆਂ ਵਾਲੇ ਪੈਸਾ ਦਿੰਦੇ ਨੇ, ਕੋਈ 2000 ਤੇ ਕੋਈ 5000 ਤੇ ਕੋਈ 6000 ਤੇ ਕੋਈ 10000 ਤੇ। ਲੇਕਿਨ ਹੁਣ ਉਹਨੂੰ ਜਿਹਨੂੰ ਤਨਖਾਹ ਮਿਲਦੀ ਹੋਵੇ, ਕੀ ਉਹ ਪਰਮੇਸ਼ਵਰ ਦੀ ਭੇਡ ਦੀ ਚਰਵਾਹੀ ਕਰੇਗਾ? ਇੱਕ ਵਾਰ ਫਿਰ ਪੜੋ। मजदूर जो ना चरवाहा है और ना ही भेड़ों का मालिक है। हाँ, वो मजदूर है, मतलब वो कामागा। ਉਹਨੂੰ ਕਿਸ ਦਾ ਮਤਲਬ ਹੈ? ਹੁਣ ਤਾਂ ਆਪਣੀ ਮਜ਼ਦੂਰੀ ਦਾ ਮਤਲਬ ਹੈ, ਉਹਨੇ ਕਿਸੇ ਤੋਂ ਕੁਝ ਨਹੀਂ ਲੈਣਾ। ਅੱਜ ਦੇਖੋ ਬਹੁਤ ਸਾਰੇ ਸੰਸਥਾਵਾਂ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਹੈਗਾ। ਸੰਸਥਾ ਵਾਲੇ ਪਾਸਟਰ ਦਿੰਦੇ ਨੇ, ਸੰਸਥਾ ਵਾਲੇ ਫਾਦਰ ਦਿੰਦੇ ਨੇ। ਅਸੀਂ ਕਿਸੇ ਪਰਿਵਾਰ 'ਚ ਗਏ ਤਾਂ ਉੱਥੇ ਇਹਨਾਂ ਨੇ ਕਿਹਾ ਕਿ ਸਾਡੇ ਫਾਦਰ ਦੀ ਬਦਲੀ ਹੋ ਗਈ। ਤੇ ਮੇਰੇ ਨਾਲ ਇੱਕ ਸਾਥੀ ਸੀਗਾ, ਕਹਿੰਦਾ ਤੁਹਾਡੇ ਫਾਦਰ ਬਦਲ ਗਏ? ਕਹਿੰਦਾ ਜੀ ਨਹੀਂ ਜੀ, ਸਾਡੇ ਕਹਿੰਦੇ ਜੋ ਪਾਸਟਰ ਜੀ ਨੂੰ ਤੁਸੀਂ ਕਹਿੰਦਾ ਪਾਸਟਰ ਕਹਿੰਦੇ, ਅਸੀਂ ਫਾਦਰ ਕਹਿੰਦੇ ਹਾਂ। ਕਹਿੰਦਾ ਸਾਡੇ ਫਾਦਰ ਬਦਲ ਗਏ। ਫਾਦਰ ਮਤਲਬ ਬਾਪ ਆ। ਹੁਣ ਤੁਹਾਨੂੰ ਬਾਪ ਨੂੰ ਬਦਲ ਦਿੰਦੇ ਨੇ ਲੋਕ। ਜੋ ਪਾਸਟਰ ਦੀ ਸੇਵਾ ਹੈ ਉਹ ਕਿਹੜੀ ਹੈ? ਉਹ ਤਾਂ ਬਾਪ ਦੀ ਸੇਵਾ ਹੈਗੀ। ਮਤਲਬ ਰਿਸ਼ਤਾ ਕੀ ਹੈ ਕਲੀਸੇ ਨਾਲ? ਉਹ ਤਾਂ ਬਾਪ ਦਾ ਹੈਗਾ। ਲੇਕਿਨ ਉਹਨਾਂ ਦਾ ਬਾਪ ਬਦਲ ਗਿਆ ਤੇ ਫਿਰ ਕਹਿੰਦੇ ਜਿਹੜਾ ਸਾਡਾ ਹੁਣ ਨਵਾਂ ਬਾਪ ਆਇਆ ਹੈਗਾ, ਜਿਹੜਾ ਸਾਡਾ ਹੁਣ ਫਾਦਰ ਆਇਆ ਹੈਗਾ, ਉਹ ਸਾਡੇ ਲੈਵਲ ਦਾ ਨਹੀਂ ਹੈ, ਉਹ ਬਾਹਰੋਂ ਆਇਆ ਹੈਗਾ। ਉਹ ਇੰਨੀ ਸਫਾਈ ਪਸੰਦ ਕਰਦਾ ਹੈਗਾ, ਇੰਨੀ ਸਫਾਈ ਪਸੰਦ ਕਰਦਾ ਹੈਗਾ ਕਿ ਆਪਣੇ ਕਮਰੇ ਦੇ ਵਿੱਚ ਸਾਨੂੰ ਨਹੀਂ ਆਉਣ ਦਿੰਦਾ। ਅਸੀਂ ਕਹਿੰਦੇ ਲਿਖ ਕੇ ਦੇਣਾ ਹੁਣ ਫਿਰ ਵੀ ਸਾਡਾ ਭਾਈ ਫਾਦਰ ਬਦਲ, ਸਾਨੂੰ ਦੂਜਾ ਦੇ ਦਿਓ। ਹੁਣ ਦੇਖੋ ਇਹ ਸੱਚੀ ਗੱਲ ਹੈ, ਇਸ ਤਰ੍ਹਾਂ ਹੁੰਦਾ ਹੈਗਾ। ਫਾਦਰ ਬਦਲ ਦਿੰਦੇ ਨੇ। ਕਿਉਂ? ਕਿਉਂਕਿ ਜਦੋਂ ਉੱਪਰੋਂ ਆਰਡਰ ਆ ਗਏ,
ਹੁਣ ਇਹਦੀ ਸੇਵਾ ਇੱਥੇ ਨਹੀਂ ਚੱਲਣੀ, ਇਹਦੀ ਸੇਵਾ ਕਿਤੇ ਹੋਰ ਚੱਲਣੀ ਹੈ, ਤਾਂ ਉਹਨੂੰ ਉੱਥੋਂ ਜਾਣਾ ਪਏਗਾ। ਲੇਕਿਨ ਜੋ ਅਯਾਲੀ ਹੈ ਉਹ ਜਾਏਗਾ ਇਸ ਤਰ੍ਹਾਂ ਭੇਡਾਂ ਛੱਡ ਕੇ? ਭੇਡਾਂ ਕਦੇ ਵੀ ਨਹੀਂ ਛੱਡ ਸਕਦਾ ਉਹ। ਲੇਕਿਨ ਇਹ ਕੌਣ ਹੈ? ਇਹ ਤਾਂ ਕੰਮ ਆਗਾ, ਇਹ ਤਾਂ ਮਜ਼ਦੂਰ ਹੈ। ਇਹ ਕਿਉਂ ਜਾਂਦਾਗਾ? ਇਹਨੂੰ ਪਤਾ ਅਗਰ ਮੈਂ ਨਾ ਗਿਆ ਮੈਨੂੰ ਪੈਸਾ ਨਹੀਂ ਮਿਲਣਾ, ਮੇਰੀ ਮਜ਼ਦੂਰੀ ਰੁਕ ਜਾਏਗੀ। ਲੇਕਿਨ ਸਹੀ ਦੇ ਵਿੱਚ ਪਰਮੇਸ਼ਰ ਕੀ ਕਹਿੰਦੇ ਨੇ ਕਿ ਜੋ ਐਸੇ ਸੇਵਕ ਨੇ, ਹਾਂ ਐਸੇ ਸੇਵਕਾਂ ਦਾ ਪਰਮੇਸ਼ਰ ਸਾਹਮਣਾ ਕਰਦੇ ਨੇ। ਲੇਕਿਨ ਆਪਾਂ ਨੇ ਐਸੇ ਲੋਕਾਂ ਦਾ ਸੇਵਕਾਂ ਦਾ ਸਾਹਮਣਾ ਨਹੀਂ ਕਰਨਾ। ਹਾਂ, ਐਸੇ ਲੋਕਾਂ ਦਾ ਕੀ ਹੈ? ਐਸੇ ਲੋਕਾਂ ਦਾ ਬਚ ਸਕਦੇ ਹਾਂ ਅਸੀਂ ਅਗਰ ਸਾਨੂੰ ਉਹ ਵਚਨ ਦੇ ਅਨੁਸਾਰ ਸਿਖਾਉਂਦੇ ਨੇ ਤਾਂ ਚੰਗੀ ਗੱਲ ਹੈ। ਅਗਰ ਵਚਨ ਦੇ ਅਨੁਸਾਰ ਨਹੀਂ ਸਿਖਾਉਂਦੇ ਤਾਂ ਫਿਰ ਐਸੇ ਲੋਕਾਂ ਤੋਂ ਬਚਣਾ ਚਾਹੀਦਾ ਸਾਨੂੰ। ਕਿਉਂਕਿ ਜੋ ਸੇਵਕ ਸਾਡੀ ਦੇਖਭਾਲ ਨਹੀਂ ਕਰ ਸਕਦਾ, ਜੋ ਸੇਵਕ ਸਾਡੀ ਖਾਤਰਦਾਰੀ ਨਹੀਂ ਕਰ ਸਕਦਾ, ਸਾਨੂੰ ਸਹੀ ਤਰ੍ਹਾਂ ਖਿਲਾ ਨਹੀਂ ਸਕਦਾ, ਸਾਨੂੰ ਸਹੀ ਤਰ੍ਹਾਂ ਪਿਲਾ ਨਹੀਂ ਸਕਦਾ, ਤਾਂ ਉਸ ਸੇਵਕ ਦਾ ਸਾਡੇ ਜੀਵਨ ਦੇ ਵਿੱਚ ਕੋਈ ਵੀ ਰੋਲ ਨਹੀਂ ਹੈ। ਇੱਕ ਸੇਵਕ ਦਾ ਕੰਮ ਕੀ ਹੈ? ਉਹ ਕਲੀਸਿਆ ਵਿੱਚ ਦੇਖੇ ਕਿ ਮੇਰੇ ਲਈ ਕਿੰਨੀ ਭੀੜ ਹੈ, ਮੇਰੇ ਲਈ ਕਿੰਨੇ ਲੋਕ ਨੇ, ਔਰ ਕਿੰਨੇ ਲੋਕ ਐਸੇ ਨੇ ਕਿ ਜਿਨ੍ਹਾਂ ਕੋਲ ਪਵਿੱਤਰ ਆਤਮਾ ਆ ਚੁੱਕਿਆ ਗਾ, ਕਿੰਨੇ ਲੋਕ ਐਸੇ ਨੇ ਕਿ ਜਿਨ੍ਹਾਂ ਕੋਲ ਵਰਦਾਨ ਆ ਚੁੱਕੇ ਨੇ, ਕਿੰਨੇ ਐਸੇ ਲੋਕ ਨੇ ਕਿ ਜਿਨ੍ਹਾਂ ਕੋਲ ਪਵਿੱਤਰ ਆਤਮਾ ਨਹੀਂ ਹੈ, ਕਿੰਨੇ ਐਸੇ ਲੋਕ ਨੇ ਕਿ ਜਿਨ੍ਹਾਂ ਕੋਲ ਪਵਿੱਤਰ ਆਤਮਾ ਦੇ ਵਰਦਾਨ ਨਹੀਂ ਹੈ। ਮਤਲਬ ਇਹ ਸਾਰੀ ਗੱਲ ਇੱਕ ਸੇਵਕ ਦੇ ਜੀਵਨ ਦੇ ਵਿੱਚ ਹੋਣੀ ਚਾਹੀਦੀ ਹੈ। ਉਹ ਸੇਵਕ ਨੂੰ ਇਹ ਗੱਲ ਬਾਰੇ ਜਾਣਨਾ ਉਹ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਜਦ ਉਹ ਜਾਣੇਗਾ ਤਾਂ ਜਦ ਵੀ ਕਿਸੇ ਦੇ ਘਰੇ ਜਾਏਗਾ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਗਾ ਕਿ ਇਹਨਾਂ ਦੇ ਕੋਲ ਤਾਂ ਪਵਿੱਤਰ ਆਤਮਾ ਨਹੀਂ ਹੈ, ਤਾਂ ਉਹ ਉਹਨਾਂ ਨੂੰ ਪਵਿੱਤਰ ਆਤਮਾ ਬਾਰੇ ਸਿਖਾਏ। ਇਹਨਾਂ ਕੋਲ ਵਰਦਾਨ ਨਹੀਂ ਹੈ, ਵਰਦਾਨ ਦਾ ਕੀ ਕੰਮ ਹੈ, ਪਵਿੱਤਰ ਆਤਮਾ ਦਾ ਕੀ ਕੰਮ ਹੈ? ਇਹ ਇੱਕ ਸੇਵਕ ਦੇ ਕੰਮ ਨੇ। ਲੇਕਿਨ ਸੇਵਕ ਨੂੰ ਕਦ ਪਤਾ ਹੋਊਗਾ? ਜਦ ਉਹਦਾ ਰਿਸ਼ਤਾ ਪਰਮੇਸ਼ਵਰ ਨਾਲ ਹੋਊਗਾ, ਜਦ ਉਹਦਾ ਰਿਸ਼ਤਾ ਸੰਗਤ ਨਾਲ ਹੋਊਗਾ, ਜਦ ਉਹਦਾ ਰਿਸ਼ਤਾ ਹੀ ਹੋਰ ਪਾਸੇ ਹੋਇਆ, ਕਿਸੇ ਕਲੀਸਿਆ ਨਾਲ ਹੋਇਆ, ਕਿਸੇ ਸੰਸਥਾ ਨਾਲ ਹੋਇਆ, ਤਾਂ ਉਹਨੇ ਕੀ ਲੈਣਾ ਸੰਗਤ ਤੋਂ? ਉਹਨੇ ਕੀ ਲੈਣਾ ਕਿਸੇ ਭੇਡ ਤੋਂ? ਤਾਂ ਉਹਨੂੰ ਕੀ ਮਤਲਬ? ਆਪਣੇ ਪੈਸੇ ਤੱਕ ਮਤਲਬ ਹੈ। ਲੇਕਿਨ ਪਰਮੇਸ਼ਵਰ ਸਾਨੂੰ ਕੀ ਕਹਿੰਦੇ ਨੇ ਕਿ ਮੇਰੇ ਸੇਵਕ ਦੇ ਖਿਲਾਫ ਨਾ ਜਾਓ। ਫਿਰ ਕਿਹੜੇ ਸੇਵਕ ਨੇ ਜਿਹਦੇ ਖਿਲਾਫ ਨਹੀਂ ਜਾਣਾ? ਹੁਣ ਆਪਾਂ ਦੇਖਦੇ ਹਾਂ ਕਈ ਜਗ੍ਹਾ ਤੇ ਤਾਂ ਐਸੇ ਸੇਵਕ ਹੈਗੇ। ਯਹੂਨਾ ਵੀ ਸਪਸ਼ਟ ਬੋਲਦਾ ਗਾ, ਪ੍ਰਭੂ ਯਿਸੂ ਮਸੀਹ ਵੀ ਮੱਤੀ 23 ਦੇ ਪੜ੍ਹੇ ਘਰੇ ਜਾ ਕੇ ਸ਼ਾਂਤੀ ਨਾਲ, ਉੱਥੇ ਪ੍ਰਭੂ ਯਿਸੂ ਮਸੀਹ ਨੇ ਬਹੁਤ ਜਗ੍ਹਾ ਬੋਲਿਆ ਗਾ, ਬਹੁਤ ਜਗ੍ਹਾ ਬੋਲਿਆ ਪ੍ਰਭੂ ਯਿਸੂ ਮਸੀਹ ਨੇ। ਜੋ ਪਰਮੇਸ਼ਵਰ ਸਾਨੂੰ ਕਹਿੰਦੇ ਨੇ ਕਿ ਜੋ ਸਿਖਾਉਣ ਵਾਲਾ ਗਾ ਉਹਦੇ ਖਿਲਾਫ ਨਾ ਜਾਓ। ਲੇਕਿਨ ਇਹ ਲੋਕ ਜਦ ਸਿਖਾਉਂਦੇ ਸੀਗੇ, ਇਹ ਲੋਕ ਤਾਂ ਲੋਕਾਂ ਨੂੰ ਉਲਟਾ ਸਿਖਾਉਂਦੇ ਸੀਗੇ। ਇਹ ਲੋਕ ਤਾਂ ਮਤਲਬ ਨਾ ਤਾਂ ਖੁਦ ਸਵਰਗ ਵਿੱਚ ਜਾਣ ਵਾਲੇ ਸੀਗੇ, ਨਾ ਤਾਂ ਕਿਸੇ ਨੂੰ ਸਵਰਗ ਵਿੱਚ ਲੈ ਕੇ ਜਾਣ ਵਾਲੇ ਸੀਗੇ। ਔਰ ਜੋ ਜਾਣਾ ਚਾਹੁੰਦੇ ਸੀਗੇ ਉਹਨਾਂ ਲਈ ਤਾਂ ਸਵਰਗ ਦਾ ਰਸਤਾ ਹੀ ਬੰਦ ਕਰਤਾ, ਕਿਉਂਕਿ ਸਵਰਗ ਦੀ ਕੋਈ ਗੱਲ ਦੱਸਣੀ ਹੀ ਨਹੀਂ। ਸਾਰੀਆਂ ਗੱਲਾਂ ਕਿੱਥੇ ਦੀਆਂ ਨੇ? ਸਾਰੀ ਧਰਤੀ ਦੀਆਂ ਗੱਲਾਂ ਨੇ। ਤੁਹਾਨੂੰ ਬੱਚੇ ਮਿਲ ਜਾਣਗੇ ਕਿ ਬੱਚੇ ਸਵਰਗ ਲੈ ਕੇ ਜਾਣਗੇ, ਤੁਹਾਨੂੰ ਗੱਡੀ ਮਿਲ ਜਾਊਗੀ ਕਿ ਗੱਡੀ ਵਿੱਚ ਬੈਠ ਕੇ ਸਵਰਗ ਵਿੱਚ ਜਾ ਸਕਦੇ ਹੋ, ਕਿ ਕੋਈ ਸੜਕ ਬਣੀ ਹੋਈ ਉੱਥੇ ਸਵਰਗ ਵਿੱਚ ਜਾਣ ਦੇ ਲਈ ਵੀ ਬੈਠਾ ਪਰਿਵਾਰ ਗੱਡੀ ਦੇ ਵਿੱਚ ਚਲੋ, ਤੁਹਾਡਾ ਵੀਜ਼ਾ ਲੱਗ ਜਾਏਗਾ, ਜਹਾਜ਼ ਜਾ ਸਕਦਾ ਸਵਰਗ ਦੇ ਵਿੱਚ। ਇਸ ਤਰ੍ਹਾਂ ਹੋ ਸਕਦਾ ਹੈਗਾ? ਇੱਦਾਂ ਨਹੀਂ ਹੈ। ਲੇਕਿਨ ਕੀ ਹੈ? ਸੰਸਾਰ ਦੀਆਂ ਗੱਲਾਂ ਦੇ ਵਿੱਚ ਮਨ ਲਗਾਇਆ ਪਿਆ ਇਨਸਾਨ ਦਾ। ਅੱਜ ਵੀ ਜ਼ਿਆਦਾਤਰ ਭੀੜਾਂ ਦੇ ਭੀੜਾਂ ਔਰ ਇਕੱਠ ਜ਼ਿਆਦਾ ਉੱਥੇ ਹੋਊਗਾ ਕਿ ਜਿੱਥੇ ਇਹੋ ਜਿਹੇ ਵਚਨ ਹੋਣਗੇ। ਜਦ ਇਨਸਾਨ ਦੇ ਜੀਵਨ ਦੇ ਵਿੱਚ ਸੱਚਾਈ ਵਾਲੇ ਵਚਨ ਹੀ ਨਹੀਂ ਆਉਂਦੇ ਤਾਂ ਫਿਰ ਇਨਸਾਨ ਸੁਣੇ ਕੀ? ਜਦ ਸੁਣਦਾ ਹੀ ਨਹੀਂ ਫਿਰ ਵਿਸ਼ਵਾਸ ਕਿਵੇਂ ਕਰੇ? ਜਦ ਵਿਸ਼ਵਾਸ ਹੀ ਨਹੀਂ ਕਰਦਾ ਫਿਰ ਅੱਗੇ ਕਿਵੇਂ ਵਧੇ? ਇਹਦਾ ਮਤਲਬ ਕੀ ਕਿ ਸਾਨੂੰ ਪਰਮੇਸ਼ਵਰ ਦਿੰਦੇ ਨੇ ਆਪਣੇ ਸੇਵਕ ਲੋਕ, ਪਰਮੇਸ਼ਵਰ ਦਿੰਦੇ ਨੇ ਆਪਣੇ ਦਾਸ ਲੋਕ। ਔਰ ਬਾਈਬਲ ਦੇ ਵਿੱਚ ਲਿਖਿਆ ਗਾ, ਪਰਮੇਸ਼ਵਰ ਕਹਿੰਦੇ ਨੇ ਕਿ ਤੁਸੀਂ ਮੈਨੂੰ ਨਹੀਂ ਚੁਣਿਆ, ਮੈਂ ਤੁਹਾਨੂੰ ਚੁਣਿਆਗਾ, ਮੈਂ ਤੁਹਾਨੂੰ ਪਸੰਦ ਕੀਤਾਗਾ। ਔਰ ਸਭ ਤੋਂ ਪਹਿਲੀ ਗੱਲ, ਜਿਸ ਤਰ੍ਹਾਂ ਪਰਮੇਸ਼ਵਰ ਨੇ ਮੂਸਾ ਨੂੰ ਚੁਣਿਆ, ਮੂਸਾ ਨੂੰ ਪਸੰਦ ਕੀਤਾ, ਮੂਸਾ ਦਾ ਅਭਿਸ਼ੇਕ ਕੀਤਾ। ਔਰ ਮੂਸਾ ਦਾ ਅਭਿਸ਼ੇਕ ਕਰਨ ਤੋਂ ਬਾਅਦ ਪਰਮੇਸ਼ਵਰ ਨੇ ਭੇਜਿਆ ਮਿਸਰ ਦੇ ਵਿੱਚ, ਉੱਥੋਂ ਕੱਢ ਕੇ ਲੈ ਕੇ ਆਇਆ ਉਹਨਾਂ ਨੂੰ, ਉੱਥੋਂ ਕੱਢ ਕੇ ਲੈ ਕੇ ਆਇਆ। ਉਸ ਤੋਂ ਬਾਅਦ ਮੂਸਾ ਦੇ ਦੁਆਰਾ ਹੋਰ ਲੋਕਾਂ ਦੀ ਚੋਣ ਹੋਈ, ਹੋਰ ਲੋਕ ਵੀ ਮਤਲਬ ਪਰਮੇਸ਼ਵਰ ਦੇ ਕੰਮ ਲਈ ਅੱਗੇ ਆਏ। ਜਦ ਉਹਨਾਂ ਨੇ ਦੇਖਿਆ ਕਿ ਸਾਡਾ ਇਸਤੇਮਾਲ ਹੋਣ ਲੱਗ ਗਿਆ, ਉਹੀ ਮੂਸਾ ਦੇ ਵਿਰੋਧ ਵਿੱਚ ਆ ਗਏ। ਇਹ ਮੂਸਾ ਕੀ ਪਰਮੇਸ਼ਵਰ ਤੇਰੇ ਇਕੱਲੇ ਨਾਲ ਹੀ ਗੱਲ ਕਰਦਾ ਗਾ? ਇਹ ਮੂਸਾ ਹੁਣ ਤਾਂ ਅਸੀਂ ਵੀ ਪਵਿੱਤਰ ਬਣ ਚੁੱਕੇ ਹਾਂ। ਇਸ ਤਰ੍ਹਾਂ ਦੀਆਂ ਗੱਲਾਂ ਹੋਣ ਲੱਗ ਗਈਆਂ ਉਹਨਾਂ ਦੇ ਵਿੱਚ। ਫਿਰ ਪ੍ਰਧਾਨ ਬਣ ਗਏ, ਇਹ ਮੂਸਾ ਦੇਖ ਹੁਣ ਸਾਡੇ ਵੱਲ ਦੇਖ ਤੂੰ, ਮਤਲਬ ਗੜਬੜੀ ਹੋਣ ਲੱਗ ਗਈ। ਪਰਮੇਸ਼ਵਰ ਕਹਿੰਦੇ ਨੇ ਜੋ ਮੇਰਾ ਅਭਿਸ਼ੇਕ ਕੀਤਾ ਹੋਇਆ ਦਾਸ ਹੈ, ਹਾਂ ਮੇਰਾ ਅਭਿਸ਼ੇਕ ਕੀਤਾ ਹੋਇਆ ਦਾਸ ਹੈ, ਉਹਦੇ ਖਿਲਾਫ ਨਾ ਬੋਲੋ। ਇੱਕ ਵਚਨ ਪੜ੍ਹੋ ਮੇਰੇ ਨਾਲ, ਦੂਜਾ ਰਾਜਾ ਉਹਦਾ 2 ਅਧਿਆਏ ਉਹਦਾ 23 ਵਚਨ। ਦੂਜਾ ਰਾਜਾ ਉਹਦਾ 2 ਅਧਿਆਏ ਉਹਦਾ 23 ਵਚਨ। ਉਹ ਉੱਥੋਂ ਬੈਤੇਲ ਨੂੰ ਉਤਾਣਾ ਤੁਰ ਪਿਆ, ਔਰ ਜਦ ਉਹ ਰਾਹ ਤੁਰਿਆ ਜਾਂਦਾ ਸੀ ਤਾਂ ਕੁਝ ਮੁੰਡੇ ਸ਼ਹਿਰੋਂ ਬਾਹਰ ਨਿਕਲੇ
ਔਰ ਠੱਠਾ ਕਰਕੇ ਉਹਨੂੰ ਆਖਿਆ, ਚੜਿਆ ਜਾ ਗੰਜੇ ਸਿਰ ਵਾਲਿਆ, ਚੜਿਆ ਜਾ ਗੰਜੇ ਸਿਰ ਵਾਲਿਆ। ਹੁਣ ਦੇਖੋ ਸਾਰੇ ਬੋਲੋ ਹਾਲੇਲੂਇਆ। ਇਹ ਪਰਮੇਸ਼ਰ ਦਾ ਦਾਸ ਹੈ। ਕੋਈ ਦੱਸ ਸਕਦਾਗਾ ਪਰਮੇਸ਼ਰ ਦਾ ਦਾਸ ਗੰਜਾ ਸੀ? ਇਹ ਕੌਣ ਸੀ? ਹੈ ਕਮਾਲ ਹੈ। ਬਾਈਬਲ ਪੜ੍ਹਦੇ ਹੋ? ਜਿਹਨੇ ਬਾਈਬਲ ਪੜ੍ਹਦੇ ਨੇ ਬੋਲੋ ਹਾਲੇਲੂਇਆ। ਘੱਟ ਹੀ ਪੜ੍ਹਦੇ ਹੋ। ਇਹ ਕੌਣ ਸੀ? ਕਿਹੜਾ ਦਾਸ ਸੀ ਇਹ? ਅਲੀਸਾ ਕਿਹੋ ਜਿਹਾ ਸੀਗਾ? ਸਾਰੇ ਬੋਲੋ ਅਲੀਸਾ ਕਿਹੋ ਜਿਹਾ ਸੀਗਾ? ਇੱਕ ਵਾਰ ਫਿਰ ਪੜ੍ਹੋ 23 ਨੂੰ। ਉਹ ਉੱਥੋਂ ਬੈਤੇਲ ਨੂੰ ਤਨਹਾ ਤੁਰ ਪਿਆ, ਪਰ ਜਦ ਉਹ ਰਾਹੇ ਰਾਹ ਤੁਰਿਆ ਜਾਂਦਾ ਸੀ, ਕੁਝ ਮੁੰਡੇ ਸ਼ਹਿਰੋਂ ਬਾਹਰ ਨਿਕਲੇ ਔਰ ਠੱਠਾ ਕਰਕੇ ਉਹਨੂੰ ਆਖਿਆ, ਚੜਿਆ ਜਾ ਗੰਜੇ ਸਿਰ ਵਾਲਿਆ, ਚੜਿਆ ਜਾ ਗੰਜੇ ਸਿਰ ਵਾਲਿਆ। ਸਾਰੇ ਬੋਲੋ ਹਾਲੇਲੂਇਆ। ਇਹ ਕੌਣ ਸੀਗਾ? ਪਰਮੇਸ਼ਰ ਦਾ ਦਾਸ ਅਲੀਸ਼ਾ। ਪਰ ਕਿਹੋ ਜਿਹਾ ਸੀਗਾ ਇਹ? ਸਾਰੇ ਬੋਲੋ ਅਲੀਸ਼ਾ ਕਿਹੋ ਜਿਹਾ ਸੀਗਾ? ਕੀ ਸਿੱਖ ਰਹੇ ਹੋ ਤੁਸੀਂ ਵੀ ਪਰਮੇਸ਼ਰ ਦੇ ਦਾਸ ਦੇ ਖਿਲਾਫ ਨਾ ਬੋਲੋ? ਸਾਰੇ ਗੰਜਾ ਗੰਜਾ ਕਰ ਰਹੇ ਹੋ। ਹਾਂ, ਇਹ ਕੀ ਸੀਗਾ? ਗੰਜਾ ਸੀਗਾ। ਫਿਰ ਅੱਗੇ ਪੜੋ। ਅਤੇ ਜਦ ਉਹਨੇ ਪਿੱਛੇ ਮੁੜ ਕੇ ਉਹਨਾਂ ਨੂੰ ਵੇਖਿਆ ਤਾਂ ਉਹਨੇ ਯਹੋਵਾ ਦਾ ਨਾਮ ਲੈ ਕੇ ਉਹਨਾਂ ਨੂੰ ਸ਼ਰਾਪ ਦਿੱਤਾ, ਅਤੇ ਬਣ ਵਿੱਚੋਂ 2 ਰਿਛਣੀਆਂ ਨਿਕਲੀਆਂ ਅਤੇ ਉਹਨਾਂ ਵਿੱਚੋਂ 42 ਮੁੰਡਿਆਂ ਨੂੰ ਪਾੜ ਛੱਡਿਆ। ਉੱਥੋਂ ਉਹ ਕਰਮਲ ਬਸ ਹੁਣ ਦੇਖੋ ਇਹਨਾਂ ਲੋਕਾਂ ਨੇ ਕੀ ਕੀਤਾ? ਉਸ ਪਰਮੇਸ਼ਰ ਦੇ ਦਾਸ ਦਾ ਕੀ ਕੀਤਾ? ਠੱਠਾ ਕੀਤਾ। ਠੱਠਾ ਕੀ ਹੁੰਦਾਗਾ? ਮਜ਼ਾਕ। ਹੁਣ ਇਹ ਛੋਟੇ ਬੱਚੇ ਨਹੀਂ ਸੀਗੇ, 5-5 ਸਾਲ ਦੇ, 10-10 ਸਾਲ ਦੇ ਜਾਂ 12-12 ਸਾਲ ਦੇ ਬੱਚੇ ਨਹੀਂ ਸੀਗੇ। ਇਹ ਸੀਗੇ 20 ਸਾਲ ਤੋਂ ਉੱਪਰ ਦੇ ਬੱਚੇ ਸੀਗੇ, ਜਾਂ 20 ਸਾਲ ਦੇ ਹੋ ਸਕਦੇ ਨੇ, 20 ਸਾਲ ਜਾਂ 20 ਸਾਲ ਤੋਂ ਉੱਪਰ ਦੇ ਸੀਗੇ। ਇਹਨਾਂ ਨੇ ਕੀ ਕੀਤਾ? ਉਸ ਪਰਮੇਸ਼ਰ ਦੇ ਦਾਸ ਦਾ ਕੀ ਕੀਤਾ? ਮਜ਼ਾਕ ਕੀਤਾ। ਉਹ ਗੰਜਿਆ ਚੜ ਜਾ, ਗੰਜਿਆ ਚਲਾ ਜਾ। ਹੁਣ ਦੇਖੋ ਇਹ ਕੀ ਕਰ ਰਹੇ ਨੇ? ਪਰਮੇਸ਼ਰ ਦਾਸ ਦਾ ਠੱਠਾ ਕਰ ਰਹੇ ਨੇ, ਮਜ਼ਾਕ ਕਰ ਰਹੇ ਨੇ। ਇਹਦਾ ਮਤਲਬ ਕਿ ਜੋ ਪਰਮੇਸ਼ਰ ਦਾ ਅਭਿਸ਼ੇਕ ਕੀਤਾ ਹੋਇਆ ਦਾਸ ਹੈ, ਚਾਹੇ ਤਾਂ ਗੰਜਾ ਗਾ, ਚਾਹੇ ਮਦਰਾ ਗਾ, ਇਹ ਮੈਂ ਵਚਨ ਤੁਹਾਡੇ ਲਈ ਦੱਸ ਰਿਹਾ, ਤੁਹਾਨੂੰ ਸਾਰਿਆਂ ਦੇ ਲਈ, ਮੇਰੇ ਲਈ ਵੀ ਹੈ। ਚਾਹੇ ਮਦਰਾ ਗਾ, ਚਾਹੇ ਗੋਰਾ, ਚਾਹੇ ਕਾਲਾ ਗਾ, ਚਾਹੇ ਪਤਲਾ, ਚਾਹੇ ਮੋਟਾ, ਉਹ ਜਿਹੋ ਜਿਹਾ ਵੀ ਹੈ, ਉਹਦਾ ਕੀ ਨਾ ਕਰੋ, ਕੀ ਨਾ ਕਰੋ। ਜੋ ਮਜ਼ਾਕ ਕਰਦੇ ਨੇ ਬੋਲੋ ਕੀ ਨਾ ਕਰੋ। ਕੋਈ ਵੀ ਨਹੀਂ ਕਰਦਾ। ਬਹੁਤ ਸਮਝਦਾਰ ਹੋ। ਦੇਖੋ ਇਹਨਾਂ ਲੋਕਾਂ ਨੇ, ਇਹ ਕਿੰਨੇ ਲੋਕ ਸੀਗੇ ਉੱਥੇ? 42 ਲੋਕ ਸੀਗੇ। ਇਹਨਾਂ ਨੇ ਕੀ ਕਿਹਾ? ਉਹਦਾ ਮਜ਼ਾਕ ਕੀਤਾ। ਕਿਹਦਾ? ਪਰਮੇਸ਼ਰ ਦੇ ਦਾਸ ਦਾ ਕੀਤਾ। ਇੱਕ ਵਾਰ ਕਰਿਆ ਹੋਊਗਾ, 2 ਵਾਰ ਕਰਿਆ ਹੋਊਗਾ, ਇਹਨਾਂ ਨੇ ਬਾਰ-ਬਾਰ ਕਰਨਾ ਸ਼ੁਰੂ ਕੀਤਾ ਤੇ ਉਹ ਪਰਮੇਸ਼ਰ ਦੇ ਦਾਸ ਦੇ ਅੰਦਰੋਂ ਇੱਕ ਮਤਲਬ ਆਵਾਜ਼ ਨਿਕਲੀ, ਜਿਹਨੂੰ ਕਹਿੰਦੇ ਨੇ ਹਾਏ। ਔਰ ਉਹਨੇ ਕੀ ਕਿਹਾ ਕਿ ਤੁਸੀਂ ਨਾਸ ਹੋ ਜਾਓ। ਔਰ ਕੀ ਲਿਖਿਆ ਬਾਈਬਲ ਦੇ ਵਿੱਚ? 2 ਰਿਛਣੀਆਂ ਕਿੱਥੋਂ ਆਈਆਂ? ਬਣ ਵਿੱਚ ਮਤਲਬ ਜੰਗਲ ਵਿੱਚ 2 ਰਿਛਣੀਆਂ ਆਈਆਂ ਤੇ ਉਹਨਾਂ ਮੁੰਡਿਆਂ ਨੂੰ ਕੀ ਹੋਗਾ? ਪਾੜ ਕੇ ਖਾ ਗਈਆਂ। ਇਹ ਪਰਮੇਸ਼ਰ ਦੇ ਦਾਸ ਨੇ, ਇਹ ਪਰਮੇਸ਼ਰ ਦੇ ਸੇਵਕ ਨੇ ਕਿ ਇਹਨਾਂ ਦੇ ਵਿਰੋਧ ਵਿੱਚ ਲੋਕ ਬੋਲੇ। ਔਰ 42 ਲੋਕ ਜਿਹੜੇ ਸੀਗੇ, ਮਤਲਬ ਕੋਈ 2-2 5-5 ਸਾਲ ਦੇ ਬੱਚੇ ਨਹੀਂ ਹੋਣੇ। ਉਹਨਾਂ ਲੋਕਾਂ ਨੂੰ ਸਮਝ ਹੋਣੀ ਹੈ, ਉਹਨਾਂ ਲੋਕਾਂ ਨੂੰ ਗਿਆਨ ਹੋਣਾਗਾ। ਲਿਖਿਆ ਬਾਈਬਲ ਦੇ ਵਿੱਚ ਕਿ ਜੋ 20 ਸਾਲ ਤੋਂ ਉੱਪਰ ਹੈ ਉਹਨੂੰ ਪਰਮੇਸ਼ਰ ਕੀ ਕਹਿੰਦੇ ਨੇ? ਉਹਨੂੰ ਉਹ ਬਾਲਗ ਮੰਨਦੇ ਨੇ ਵੀ ਉਹ ਸਿਆਣਾ ਗਾ, ਜੋ 20 ਸਾਲ ਤੋਂ ਉੱਪਰ ਹੈ। ਸਾਡੀ ਸਰਕਾਰ ਹੈ ਜੋ, ਉਹ ਕਿੰਨਾ ਮੰਨਦੀ ਹੈ? 18 ਸਾਲ। ਲੇਕਿਨ ਪਰਮੇਸ਼ਰ ਦਾ ਜੋ ਕਾਨੂੰਨ ਹੈ ਉਹ ਕਿੰਨਾ ਗਾ? ਉਹ 20 ਸਾਲ ਹੈ। ਔਰ 20 ਸਾਲ ਤੋਂ ਜੋ ਛੋਟੇ ਨੇ ਉਹਨਾਂ ਨੂੰ ਪਰਮੇਸ਼ਰ ਕੀ ਕਹਿੰਦੇ ਨੇ? ਬਾਲਕ ਕਹਿੰਦੇ ਨੇ, ਬੱਚੇ ਕਹਿੰਦੇ ਨੇ। ਤੇ ਪਰਮੇਸ਼ਰ ਅਗਰ 20 ਸਾਲ ਤੋਂ ਛੋਟੇ ਹੁੰਦੇ ਤਾਂ ਪਰਮੇਸ਼ਰ ਉਹਨਾਂ ਨੂੰ ਬਖਸ਼ ਸਕਦਾ ਸੀਗਾ। ਮਤਲਬ ਤੁਸੀਂ ਗਲਤੀ ਨਹੀਂ ਕਰਦੇ, ਤੁਸੀਂ ਜਾਣਦੇ ਹੋ। ਮੈਂ ਤੁਹਾਡੇ ਲਈ ਗੱਲ ਨਹੀਂ ਕਰਦਾ ਕਿ ਜੋ ਬੱਚੇ ਛੋਟੇ ਨੇ ਉਹ ਐਸੀ ਗਲਤੀ ਕਰਨਾ, ਇਹ ਗਲਤੀ ਨਹੀਂ ਕਰਨੀ। ਅਗਰ ਗਲਤੀ ਕਰ ਰਹੇ ਹੋ ਤਾਂ ਜ਼ਿੰਮੇਵਾਰ ਤੁਸੀਂ ਹੋਵੋਗੇ। ਲੇਕਿਨ ਇਹਨਾਂ ਨੇ ਕੀ ਕੀਤਾ? ਉਹ ਗੰਜਿਆ, ਮਤਲਬ ਉਹਦਾ ਮਜ਼ਾਕ ਕੀਤਾ, ਉਹਦਾ ਠੱਠਾ ਕੀਤਾ। ਤਾਂ ਉਹਨੇ ਕੀ ਕੀਤਾ? ਅੰਦਰੋਂ ਇੱਕ ਕੀ ਨਿਕਲਿਆ? ਇੱਕ ਅੰਦਰੋਂ ਹਾਏ ਨਿਕਲੀ, ਮਤਲਬ ਇੱਕ ਦੁੱਖ ਨਿਕਲਿਆ ਉਹਦੇ ਅੰਦਰੋਂ। ਹੁਣ ਦੇਖੋ ਕਈ ਵਾਰ ਕੋਈ ਇਨਸਾਨ ਅਗਰ ਕੰਮ ਤੇ ਗਿਆ ਹੋਵੇ, ਅਗਰ ਉਹ ਅਚਾਨਕ 2 ਵਜੇ ਜਾਂ 3 ਵਜੇ ਘਰੇ ਆ ਜਾਏ, ਉਸ ਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੋਵੇ, ਔਰ ਘਰ ਦੇ ਲੋਕ ਉਹ ਘਰ ਨਾ ਹੋਣ, ਉਹ ਬਾਜ਼ਾਰ ਗਏ ਹੋਣ ਜਾਂ ਕਿਸੇ ਹੋਰ ਪਾਸੇ ਗਏ ਹੋਣ, ਔਰ ਜੋ ਰਸੋਈ ਹੈ, ਰਸੋਈ ਦੇ ਵਿੱਚ ਜੋ ਗੈਸ ਦਾ ਚੁੱਲ੍ਹਾ ਹੁੰਦਾ ਗਾ, ਉਹਦੇ ਉੱਪਰ ਇੱਕ ਬਰਤਨ ਪਿਆ ਹੋਵੇ, ਬਰਤਨ ਦੇ ਉੱਪਰ ਢੱਕਣ ਪਿਆ ਹੋਵੇ, ਔਰ ਉਹਨੂੰ ਲੱਗੇ ਕਿ ਇਹਦੇ ਵਿੱਚ ਖਾਣਾ ਪਿਆ ਗਾ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਉਸ ਇਨਸਾਨ ਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੈ, ਕੰਮ ਤੋਂ ਆਇਆ ਗਾ, ਘਰ ਦੇ ਵਿੱਚ ਕੋਈ ਨਹੀਂ ਹੈ। ਉਸਨੇ ਦੇਖਿਆ ਰਸੋਈ ਦੇ ਵਿੱਚ ਇੱਕ ਬਰਤਨ ਹੈ ਜੋ ਗੈਸ ਦੇ ਉੱਪਰ ਪਿਆ ਗਾ, ਔਰ ਗੈਸ ਦੇ ਉੱਪਰ ਜੋ ਬਰਤਨ ਪਿਆ ਉਹਦੇ ਉੱਪਰ ਢੱਕਣ ਲੱਗਿਆ ਹੋਏਗਾ, ਤਾਂ ਉਹਦੇ ਅੰਦਰ ਕੀ ਆ ਗਈ? ਵੀ ਇਹਦੇ ਵਿੱਚ ਖਾਣਾ ਪਿਆ ਗਾ।
ਸਾਰੇ ਬੋਲੋ ਹਾਲੇਲੂਇਆ। ਉਹਨੂੰ ਇਸ ਤਰ੍ਹਾਂ ਲੱਗਿਆ ਕਿ ਇਹਦੇ ਅੰਦਰ ਕੀ ਹੈ, ਖਾਣਾ ਗਾ। ਉਹ ਇਨਸਾਨ ਭੱਜ ਕੇ ਗਿਆ ਉੱਥੇ ਰਸੋਈ ਦੇ ਵਿੱਚ। ਜਦੋਂ ਜਾ ਕੇ ਢੱਕਣ ਚੱਕਿਆ ਤਾਂ ਬਰਤਨ ਦੇ ਵਿੱਚ ਕੁਝ ਵੀ ਨਹੀਂ ਹੈ। ਤਾਂ ਫਿਰ ਇਨਸਾਨ ਦਾ ਕੀ ਹਾਲ ਹੋਊਗਾ? ਉਹਦੇ ਅੰਦਰੋਂ ਕੀ ਨਿਕਲੇਗਾ? ਉਹਦੇ ਅੰਦਰ ਤਾਂ ਬਹੁਤ ਗੁੱਸਾ ਹੋਊਗਾ। ਉਹਦੇ ਅੰਦਰੋਂ ਕੀ ਆਏਗਾ? ਹਾਏ, ਉਹ ਕੀ ਕਰੂਗਾ? ਫੋਨ, ਕਿੱਥੇ ਹੋ? ਆ ਜਾਓ, ਮੈਂ ਤੁਹਾਨੂੰ ਬਣਾਉਣਾ ਬੰਦਾ, ਆ ਜਾਓ। ਤੁਹਾਨੂੰ ਪਤਾ ਨਹੀਂ ਮੈਂ ਕੰਮ ਤੇ ਗਿਆ ਸੀਗਾ, ਮੈਂ ਘਰ ਆ ਕੇ ਖਾਣਾ ਖਾਣਾਗਾ, ਲੇਕਿਨ ਤੁਸੀਂ ਬਰਤਨ ਨੂੰ ਐਸਾ ਬਣਾ ਕੇ ਰੱਖਿਆ ਹੋਇਆਗਾ। ਲੇਕਿਨ ਉਹਦੇ ਅੰਦਰੋਂ ਕੀ ਨਿਕਲੇ? ਇੱਕ ਹਾਏ ਨਿਕਲੇ। ਹੁਣ ਇਹ ਪਰਮੇਸ਼ਰ ਦਾ ਦਾਸ ਦੇਖੋ, ਇਹਨੂੰ ਬਾਰ-ਬਾਰ ਪਰੇਸ਼ਾਨ ਕਰ ਰਹੇ ਨੇ, ਇਹਦਾ ਬਾਰ-ਬਾਰ ਮਜ਼ਾਕ ਕਰ ਰਹੇ ਨੇ। ਗੰਜਾ ਹੈ ਤੂੰ, ਚੜ ਜਾ ਗੰਜਾ। ਮਤਲਬ ਨਾ ਜਾਣੇ ਕੀ ਕੀ ਬੋਲੇ ਹੋਣਗੇ ਉੱਥੇ। ਪਰਮੇਸ਼ਰ ਦੇ ਦਾਸ ਨੇ 1 ਵਾਰ ਸੁਣਿਆ ਹੋਊਗਾ, 2 ਵਾਰ ਸੁਣਿਆ ਹੋਊਗਾ, ਨਾ ਜਾਣੇ ਕਿੰਨੀ ਵਾਰ ਸੁਣਿਆ ਹੋਊਗਾ। ਬਾਅਦ ਦੇ ਵਿੱਚ ਕੀ ਕਰਿਆ ਹੋਊਗਾ? ਪਰਮੇਸ਼ਰ ਸਾਹਮਣੇ ਇਹਨਾਂ ਨੂੰ। ਮਤਲਬ ਕਿ ਪਰਮੇਸ਼ਰ ਦੇ ਦਾਸ ਲੋਕ ਦਾ ਕਦੇ ਕਿ ਕਦੇ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ, ਮਤਲਬ ਉਹਦੇ ਖਿਲਾਫ ਨਾ ਜਾਓ। ਕਦੇ ਵੀ ਕਿਸੇ ਗੱਲ ਨੂੰ ਲੈ ਕੇ ਕੋਈ ਵੀ ਸੇਵਕ ਆਉਂਦਾ ਤੁਹਾਡੇ ਕੋਲ, ਚਾਹੇ ਉਹ ਛੋਟਾ ਗਾ, ਚਾਹੇ ਉਹ ਵੱਡਾ ਗਾ, ਚਾਹੇ ਪਤਲਾ, ਚਾਹੇ ਮੋਟਾ ਗਾ, ਚਾਹੇ ਉਹ ਜੈਸਾ ਵੀ ਹੈ, ਚਾਹੇ ਗੋਰਾ ਚਾਹੇ ਕਾਲਾ ਗਾ, ਉਹ ਚਾਹੇ ਜੈਸਾ ਵੀ, ਜਿੱਥੇ ਦਾ ਮਰਜ਼ੀ ਹੈ, ਲੇਕਿਨ ਕਦੇ ਉਹਦੇ ਉੱਪਰ ਐਸੀਆਂ ਗੱਲਾਂ ਦੇ ਉੱਪਰ ਮਜ਼ਾਕ ਨਾ ਕਰੋ, ਕਦੇ ਠੱਠਾ ਨਾ ਕਰੋ। ਪਰਮੇਸ਼ਵਰ ਕਹਿੰਦੇ ਨੇ ਕਿ ਮੇਰਾ ਦਾਸ ਹੈ, ਮੇਰਾ ਸੇਵਕ ਹੈ। ਔਰ ਪੜ੍ਹੋ ਇੱਕ ਵਚਨ ਮੇਰੇ ਨਾਲ, 2 ਸ਼ਮੂਏਲ ਉਹਦਾ 6 ਅਧਿਆਇ। ਇੱਥੇ ਕੀ ਹੋਇਆ? 2 ਸ਼ਮੂਏਲ 6 ਅਧਿਆਇ। ਔਰ ਇੱਥੇ ਦਾਊਦ ਬਾਦਸ਼ਾਹ ਸੀ, ਉਹ ਪਰਮੇਸ਼ਵਰ ਦੇ ਸੰਦੂਕ ਨੂੰ ਲੈ ਕੇ ਆਪਣੇ ਵਾਪਸ ਆ ਰਿਹਾ ਸੀ ਘਰ ਦੇ ਵਿੱਚ। ਮਤਲਬ ਇੱਕ ਜਗ੍ਹਾ ਦੇ ਉੱਪਰ ਆ ਰਿਹਾ ਸੀਗਾ। ਔਰ ਦਾਊਦ ਬਾਦਸ਼ਾਹ ਬੜਾ ਖੁਸ਼ ਸੀਗਾ, ਬੜਾ ਆਨੰਦ ਕਰ ਰਿਹਾ ਸੀਗਾ, ਨੱਚਦਾ ਆ ਰਿਹਾਗਾ, ਖੁਸ਼ੀ ਨਾਲ ਆ ਰਿਹਾਗਾ। ਔਰ ਨੱਚਦੇ ਨੱਚਦੇ ਕੀ ਹੋਇਆ, ਆਪਾਂ ਪੜਾਂਗੇ ਵਚਨ ਦੇ ਵਿੱਚ, ਉਹਦਾ 16 ਵਚਨ। ਚਲੋ 14 ਤੋਂ ਪੜੋ, 14 ਤੋਂ ਪੜੋ। ਅਤੇ ਦਾਊਦ ਯਹੋਵਾ ਦੇ ਅੱਗੇ ਆਪਣੇ ਸਾਰੇ ਜ਼ੋਰ ਨਾਲ ਲੁੱਡੀ ਪਾਉਂਦਾ ਜਾਂਦਾ ਸੀ, ਅਤੇ ਦਾਊਦ ਨੇ ਕਤਾਨ ਦਾ ਐਫੋਦ ਪਹਿਨਿਆ ਹੋਇਆ ਸੀ। ਸਾਰੇ ਬੋਲੋ ਹਾਲੇਲੂਇਆ। ਦਾਊਦ ਬੜੀ ਆਨੰਦ ਦੇ ਵਿੱਚ ਹੈ, ਬੜੀ ਮਤਲਬ ਖੁਸ਼ੀ ਦੇ ਵਿੱਚ ਹੈ। ਕਿਉਂ? ਕਿਉਂਕਿ ਪਰਮੇਸ਼ਵਰ ਦਾ ਜੋ ਸੰਦੂਕ ਸੀਗਾ ਉਸ ਨੂੰ ਲੈ ਕੇ ਆ ਰਿਹਾ ਸੀਗਾ। ਔਰ ਪੂਰੇ ਆਨੰਦ ਦੇ ਵਿੱਚ। ਦਾਊਦ ਕੌਣ ਸੀ, ਕੋਈ ਦੱਸ ਸਕਦਾ ਹੈਗਾ? ਦਾਊਦ ਕੀ ਸੀਗਾ ਇਸ ਸਮੇਂ? ਉਹ ਤਾਂ ਇੱਕ ਰਾਜਾ ਸੀਗਾ। ਦਾਊਦ ਕੀ ਸੀਗਾ? ਇੱਕ ਰਾਜਾ ਸੀਗਾ। ਹੁਣ ਰਾਜਾ ਦੇਖੋ ਆਪੋ ਆਪਣਾ ਭੁੱਲ ਗਿਆ ਕਿ ਮੈਂ ਕੌਣ ਆ। ਮਤਲਬ ਪਰਮੇਸ਼ਵਰ ਦੇ ਵਿੱਚ ਇੰਨਾ ਖੋ ਚੁੱਕਿਆਗਾ, ਪਰਮੇਸ਼ਵਰ ਦੇ ਵਿੱਚ ਇੰਨਾ ਆਨੰਦ ਕਰ ਰਿਹਾਗਾ, ਉਸ ਨੂੰ ਨਹੀਂ ਪਤਾ ਕਿ ਮੈਂ ਕੀ ਕਰ ਰਿਹਾਗਾ। ਲੇਕਿਨ ਪੂਰੇ ਆਨੰਦ ਨਾਲ, ਪੂਰੇ ਜ਼ੋਰ ਨਾਲ ਉਹਦਾ ਕੀ ਕਰ ਰਿਹਾ? ਭੰਗੜੇ ਪਾ ਰਿਹਾਗਾ, ਉਹਦਾ ਲੁੱਡੀ ਪਾ ਰਿਹਾਗਾ, ਉਹ ਤਾਂ ਨੱਚ ਰਿਹਾਗਾ। ਨੱਚਦਾ ਨੱਚਦਾ ਤਾਂ ਕੀ ਹੋਇਆ ਕਿ ਪੜੋ 16 ਦੀ। ਜਾਂ ਯਹੋਵਾ ਦਾ ਸੰਦੂਕ ਦਾਊਦ ਦੇ ਸ਼ਹਿਰ ਵਿੱਚ ਵੜਿਆ। ਹੁਣ ਦੇਖੋ ਯਹੋਵਾ ਦਾ ਸੰਦੂਕ ਕਿੱਥੇ ਆਇਆ? ਦਾਊਦ ਦੇ ਸ਼ਹਿਰ ਦੇ ਵਿੱਚ ਆਇਆ। ਸਾਰੇ ਬੋਲੋ ਹਾਲੇਲੂਇਆ। ਹਾਂ, ਵਚਨ ਨੂੰ ਬਹੁਤ ਧਿਆਨ ਨਾਲ ਸੁਣਿਓ। ਯਹੋਵਾ ਦਾ ਸੰਦੂਕ ਦਾਊਦ ਦੇ ਸ਼ਹਿਰ ਵਿੱਚ ਆਇਆ। ਹਾਂ, ਤਾਂ ਸਾਊਲ ਦੀ ਧੀ ਮੀਕਲ ਨੇ, ਹਾਂ ਸਾਊਲ ਦੀ ਧੀ, ਸਾਊਲ ਜੋ ਪਹਿਲਾ ਰਾਜਾ ਸੀਗਾ ਇਜ਼ਰਾਈਲ ਦਾ, ਉਹਦੀ ਬੇਟੀ ਸੀ। ਉਹਦਾ ਨਾਮ ਕੀ ਸੀਗਾ? ਮੀਕਲ। ਹੁਣ ਇਹ ਕੀ ਸੀ? ਦਾਊਦ ਦੀ ਪਤਨੀ ਬਣ ਚੁੱਕੀ ਸੀ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਇਹ ਕੀ ਸੀ? ਦਾਊਦ ਦੀ ਪਤਨੀ। ਫਿਰ ਅੱਗੇ ਬਾਰੀ ਵਿੱਚੋਂ ਝਾਤੀ ਮਾਰ ਕੇ। ਹੁਣ ਦੇਖੋ ਇਹ ਆਪਣੇ ਚੁਬਾਰੇ ਵਿੱਚ ਹੋਊਗੀ ਜਾਂ ਕਿਸੇ ਉੱਪਰ ਮਕਾਨ ਦੇ ਵਿੱਚ ਹੋਊਗੀ। ਉਸਨੇ ਬਾਰੀ ਵਿੱਚ ਦੀ ਦੇਖਿਆ। ਕੀ ਦੇਖਿਆ ਉਸਨੇ? ਦਾਊਦ ਬਾਦਸ਼ਾਹ ਨੂੰ ਯਹੋਵਾ ਦੇ ਅੱਗੇ ਟਪੂਸੀਆਂ ਮਾਰਦਿਆਂ ਤੇ ਲੁੱਡੀ ਪਾਉਂਦਿਆਂ ਡਿੱਠਾ। ਹੁਣ ਦੇਖੋ ਦਾਊਦ ਕੀ ਸੀਗਾ? ਇੱਕ ਰਾਜਾ। ਦਾਊਦ ਦਾ ਬਹੁਤ ਵੱਡਾ ਨਾਮ ਸੀਗਾ। ਹੁਣ ਜਦ ਉਹਦੀ ਪਤਨੀ ਨੂੰ ਦੇਖਿਆ, ਚੁਬਾਰੇ ਵਿੱਚੋਂ ਦੇਖਿਆ, ਜਾਂ ਉੱਚੇ ਘਰ ਦੇ ਵਿੱਚੋਂ ਦੇਖਿਆ, ਜਾਂ ਮਹਿਲ ਦੇ ਵਿੱਚੋਂ ਦੇਖਿਆ, ਦਾਊਦ ਨੂੰ ਕੀ ਕਰਦੇ ਦੇਖਿਆ ਉਹਨੇ? ਟਪੂਸੀਆਂ ਮਾਰਦੇ ਨੂੰ ਦੇਖਿਆ। ਹੁਣ ਹੈ ਕੋਈ ਰਾਜਾ ਜੋ ਟਪੂਸੀਆਂ ਮਾਰਦਾ ਹੋਵੇ? ਹੁਣ ਸਾਡੇ ਜੋ ਭਾਰਤ ਦੇਸ਼ ਹੈ, ਇਹਦਾ ਰਾਜਾ ਕੌਣ ਹੈ? ਕਦੇ ਦੇਖਿਆ ਇਹ ਮੋਦੀ ਨੂੰ ਟਪੂਸੀਆਂ ਮਾਰਦੇ ਨੂੰ? ਕਦੇ ਦੇਖਿਆ? ਆਪਣੇ ਚਾਹੇ ਉਹ ਇਲੈਕਸ਼ਨ ਜਿੱਤ ਵੀ ਜਾਂਦਾ ਹੈਗਾ, ਉਹ ਟਪੂਸੀ ਫਿਰ ਵੀ ਨਹੀਂ ਮਾਰਦਾ। ਕਦੇ ਉਹ ਰਚਦਾ ਦੇਖਿਆ ਤੁਸੀਂ ਨੇ? ਕਦੇ ਨਹੀਂ ਦੇਖਿਆ। ਲੇਕਿਨ ਇਹ ਦਾਊਦ ਬਾਦਸ਼ਾਹ ਦੇਖੋ ਕਿੰਨਾ ਆਨੰਦ ਕਰ ਰਿਹਾ ਹੈਗਾ। ਕਾਹਦੇ ਲਈ? ਕਿਉਂਕਿ ਜੋ ਪਰਮੇਸ਼ਵਰ ਦਾ ਸੰਦੂਕ ਹੈ ਉਹ ਉਹਦੇ ਸ਼ਹਿਰ ਦੇ ਵਿੱਚ ਆ ਚੁੱਕਿਆਗਾ। ਫਿਰ ਅੱਗੇ ਪੜੋ। ਸੋ ਉਸਨੇ ਆਪਣੇ ਮਨ ਵਿੱਚ ਉਹਨੂੰ ਤੁੱਛ ਜਾਤਾ। ਹੁਣ ਦੇਖੋ ਉਹਦੀ ਪਤਨੀ ਜੋ ਮੀਕਲ ਹੈ, ਉਸਨੇ ਦੂਰੋਂ ਦੇਖਿਆ। ਦੂਰੋਂ ਦੇਖਿਆ, ਕਿਹਨੂੰ ਦੇਖਿਆ ਸੀਗਾ? ਦਾਊਦ ਨੂੰ, ਕਿ ਉਹ ਲੁੱਡੀਆਂ ਪਾ ਰਿਹਾਗਾ, ਉਹਦਾ ਟਪੂਸੀਆਂ ਮਾਰ ਰਿਹਾਗਾ। ਉਹਨੇ ਦੂਰੋਂ ਹੀ ਦੇਖਿਆ। ਲੇਕਿਨ ਆਪਣੇ ਮਨ ਦੇ ਵਿੱਚ ਕੀ ਦੇਖਿਆ? ਉਹਨੂੰ ਕੀ ਸਮਝਿਆ? ਉਹਨੂੰ ਤੁੱਛ ਸਮਝਿਆ। ਅੱਜ ਇਹਨੂੰ ਕੀ ਹੋ ਗਿਆ? ਐਡਾ ਵੱਡਾ ਰਾਜਾ ਅੱਜ ਕੀ ਬਣਿਆ ਫਿਰਦਾ ਆਪਣੇ ਆਪ ਨੂੰ? ਕੀ ਕਰ ਰਿਹਾ ਹੈ ਆਪਣੇ ਆਪ ਨੂੰ? ਹੁਣ ਜੋ ਮੀਕਲ ਸੀ
ਉਹ ਸਾਊਲ ਦੀ ਬੇਟੀ ਸੀ। ਔਰ ਮੀਕਲ ਦਾ ਦਾਊਦ ਨਾਲ ਕੀ ਰਿਸ਼ਤਾ ਸੀਗਾ? ਉਹਦੀ ਪਤਨੀ ਸੀ। ਉਹਦੀ ਪਤਨੀ ਨੇ ਉਹਦੇ ਲਈ ਮਨ ਦੇ ਵਿੱਚ ਕੀ ਸੋਚਿਆ? ਇਹ ਤਾਂ ਨਿਕੰਮਾ ਬਣ ਚੁੱਕਿਆ ਗਾ, ਇਹ ਤਾਂ ਕੈਸਾ ਬਣ ਚੁੱਕਿਆ ਗਾ, ਇਹ ਤਾਂ ਨੀਚ ਹੋ ਚੁੱਕਾ, ਤੁੱਛ ਸਮਝਿਆ। ਤਾਂ ਉਸ ਤੋਂ ਬਾਅਦ ਕੀ ਹੋਇਆ ਆਪਾਂ ਪੜਾਂਗੇ। ਇਹਦੀ ਆਖਰੀ ਵਚਨ ਪੜੋ 6 ਦੀ। ਸੋ ਮੀਕਲ ਸਾਊਲ ਦੀ ਧੀ ਨੂੰ ਮਰਨ ਤੋੜੀ ਕੋਈ ਬੱਚਾ ਨਾ ਜੰਮਿਆ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਹੁਣ ਮੀਕਲ ਨੇ ਦੇਖੋ ਕਿੰਨੀ ਵੱਡੀ ਗਲਤੀ ਕੀਤੀ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਮੀਕਲ ਨੇ ਕੀ ਸੋਚਿਆ ਸੀਗਾ? ਆਪਣੇ ਮਤਲਬ ਜੋ ਉਹਦਾ ਪਾਤਸ਼ਾਹ ਸੀਗਾ, ਜੋ ਰਾਜਾ ਸੀਗਾ, ਉਹਨੂੰ ਮਨ ਦੇ ਵਿੱਚ ਤੁੱਛ ਸਮਝਿਆ। ਫਿਰ ਪੜੋ ਇੱਕ ਵਾਰ ਫਿਰ 23। ਸੋ ਮੀਕਲ ਸਾਊਲ ਦੀ ਧੀ ਨੂੰ ਮਰਨ ਤੋੜੀ ਕੋਈ ਬੱਚਾ ਨਾ ਜੰਮਿਆ। ਹੁਣ ਦੇਖੋ ਉਹਨੇ ਪਰਮੇਸ਼ਵਰ ਦਾ ਦਾਸ ਲਈ ਕੀ ਸੋਚਿਆ। ਪਰਮੇਸ਼ਵਰ ਦਾ ਦਾਸ ਕਿਹਦੇ ਲਈ ਕਰ ਰਿਹਾ ਸੀਗਾ? ਕਿਹਦੇ ਲਈ ਨੱਚ ਰਿਹਾ ਸੀਗਾ? ਉਹਦਾ ਪਰਮੇਸ਼ਵਰ ਦੇ ਲਈ ਨੱਚ ਰਿਹਾ ਸੀਗਾ, ਉਹਦਾ ਪਰਮੇਸ਼ਵਰ ਦੇ ਲਈ ਮਹਿਮਾ ਕਰ ਰਿਹਾ ਸੀਗਾ। ਉਹਦਾ ਪਰਮੇਸ਼ਵਰ ਦੀ ਮਹਿਮਾ ਦੇ ਵਿੱਚ ਇੰਨਾ ਖੋ ਚੁੱਕਿਆ ਸੀ, ਇੰਨਾ ਖੋ ਚੁੱਕਿਆ ਸੀਗਾ ਕਿ ਉਹਨੂੰ ਪਤਾ ਹੀ ਨਹੀਂ ਕਿ ਮੈਂ ਕੀ ਕਰ ਰਿਹਾਗਾ। ਉਹਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੈਂ ਇੱਕ ਰਾਜਾਗਾ ਔਰ ਮੈਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾਗਾ। ਲੇਕਿਨ ਉਹਦੇ ਅੰਦਰ ਪਰਮੇਸ਼ਵਰ ਦਾ ਆਨੰਦ ਹੀ ਨਾ ਆ ਚੁੱਕਿਆ ਸੀਗਾ। ਉਹਦੇ ਅੰਦਰ ਪਰਮੇਸ਼ਵਰ ਦੀ ਮਤਲਬ ਖੁਸ਼ੀ ਨਹੀਂ ਆ ਚੁੱਕੀ ਸੀ ਕਿ ਉਹ ਤਾਂ ਸਭ ਕੁਝ ਭੁਲਾ ਕੇ ਪਰਮੇਸ਼ਵਰ ਦੇ ਲਈ ਨੱਚ ਰਿਹਾਗਾ, ਪਰਮੇਸ਼ਵਰ ਲਈ ਉਹ ਬਾਜ਼ੀਆਂ ਮਾਰ ਰਿਹਾਗਾ, ਉਹਦਾ ਲੁੱਡੀਆਂ ਪਾ ਰਿਹਾਗਾ, ਟਪੂਸੀਆਂ ਮਾਰ ਰਿਹਾਗਾ। ਲੇਕਿਨ ਉਹਦੀ ਪਤਨੀ ਨੇ ਕੀ ਸੋਚਿਆ? ਇਹ ਤਾਂ ਤੁੱਛ ਹੈ, ਇਹ ਤਾਂ ਸਹੀ ਨਹੀਂ ਹੈ। ਲੇਕਿਨ ਲਿਖਿਆ ਬਾਈਬਲ ਦੇ ਵਿੱਚ ਕਿ ਮੀਕਲ ਨੂੰ ਮਰਨ ਤੋੜੀ ਕੋਈ ਬੱਚਾ ਨਹੀਂ ਹੋਇਆ। ਦੇਖੋ ਪਰਮੇਸ਼ਵਰ ਦੇ ਦਾਸ ਦੇ ਖਿਲਾਫ ਜਾਣ ਦੇ ਨੁਕਸਾਨ ਕੀ ਨੇ। ਇਹ ਪਰਮੇਸ਼ਵਰ ਦੇ ਦਾਸ ਦੇ ਖਿਲਾਫ ਸੋਚ ਰਹੀ ਹੈ। ਬੋਲਣ ਦੀ ਗੱਲ ਤਾਂ ਬਹੁਤ ਦੂਰ ਦੀ, ਇਹ ਤਾਂ ਪਰਮੇਸ਼ਵਰ ਦੇ ਦਾਸ ਦੇ ਖਿਲਾਫ ਸੋਚ ਰਹੀ ਹੈ। ਔਰ ਲਿਖਿਆ ਬਾਈਬਲ ਦੇ ਵਿੱਚ, ਸਿੰਦਰ ਜੀ ਇੱਕ ਵਾਰ ਫਿਰ ਪੜ੍ਹ ਦੋ। ਸੋ ਮੀਕਲ ਸਾਊਲ ਦੀ ਧੀ ਨੂੰ ਮਰਨ ਤੋੜੀ ਕੋਈ ਬੱਚਾ ਨਾ ਜੰਮਿਆ। ਮਰਨ ਤੱਕ ਉਸ ਨੂੰ ਕੋਈ ਬੱਚਾ ਨਹੀਂ ਹੋਇਆ। ਕਿਉਂ? ਕਿਉਂਕਿ ਪਰਮੇਸ਼ਵਰ ਦੇ ਦਾਸ ਦੇ ਖਿਲਾਫ ਗਈ, ਪਰਮੇਸ਼ਵਰ ਦੇ ਦਾਸ ਦੇ ਖਿਲਾਫ ਚਲੀ ਗਈ। ਮਤਲਬ ਸਾਡੇ ਪਰਮੇਸ਼ਵਰ ਕੀ ਕਹਿੰਦੇ ਨੇ ਕਿ ਮੇਰੇ ਦਾਸ ਦੇ, ਮੇਰੇ ਸੇਵਕ ਦੇ ਖਿਲਾਫ ਨਾ ਜਾਓ। ਲੇਕਿਨ ਕਿਹੜੇ ਸੇਵਕ ਦੇ? ਜਿਸ ਦਾ ਪਰਮੇਸ਼ਵਰ ਨੇ ਅਭਿਸ਼ੇਕ ਕੀਤਾ ਹੋਇਆਗਾ, ਜਿਸ ਦਾਸ ਨੂੰ ਪਰਮੇਸ਼ਵਰ ਨੇ ਪਸੰਦ ਕੀਤਾ ਹੋਇਆਗਾ, ਐਸੇ ਦਾਸ ਦੇ ਖਿਲਾਫ ਕਦੇ ਵੀ ਨਾ ਜਾਓ, ਨਹੀਂ ਤਾਂ ਉਹਦਾ ਅੰਜਾਮ ਬਹੁਤ ਬੁਰਾ ਹੈਗਾ। ਇੱਕ ਵਚਨ ਪੜੋ ਮੇਰੇ ਨਾਲ, ਪਹਿਲਾ ਰਾਜਾ ਉਹਦਾ 13 ਅਧਿਆਇ। ਪਹਿਲਾ ਰਾਜਾ ਉਹਦਾ 13 ਅਧਿਆਇ। ਔਰ ਇੱਥੇ ਕੀ ਹੋਇਆ? 13 ਦੀ ਸ਼ੁਰੂਆਤ ਪੜਾਂਗੇ ਆਪਾਂ, ਪੜਨਾ ਨਹੀਂ ਹੈ, ਮੈਂ ਤੁਹਾਨੂੰ ਦੱਸ ਦਿੰਦਾ। ਔਰ ਇੱਥੇ ਕੀ ਹੋਇਆ? ਇੱਕ ਪਰਮੇਸ਼ਵਰ ਦਾ ਬੰਦਾ ਸੀਗਾ, ਹਾਂ, ਉਸ ਨੂੰ ਪਰਮੇਸ਼ਵਰ ਨੇ ਇੱਕ ਆਗਿਆ ਦਿੱਤੀ ਕਿ ਜਾ, ਇੱਕ ਰਾਜਾ ਹੈਗਾ, ਉਹਦਾ ਨਾਮ ਯਰੋਬੋਆਮ ਹੈ, ਜਾ ਕੇ ਉਹਦੇ ਲਈ ਕੁਝ ਬੋਲ ਕੇ ਆ। ਹੁਣ ਉਹ ਰਾਜਾ ਸੀ, ਉਹਦੇ ਸਾਹਮਣੇ ਚਲਾ ਗਿਆ। ਪਹਿਲਾ ਰਾਜਾ 13 ਅਧਿਆਇ। ਹਾਂ, ਜਦ ਉੱਥੇ ਚਲਾ ਗਿਆ ਤਾਂ ਉਸਨੇ ਦੱਸਿਆ, ਯਰੋਬੋਆਮ ਨੇ ਦੱਸਿਆ ਕਿ ਜਿਹੜੀ ਜਗਵੇਦੀ ਹੈ, ਹਾਂ, ਇਹ ਜਗਵੇਦੀ ਕੀ ਹੈ? ਇਹ ਪਾਟ ਜਾਏਗੀ। ਔਰ ਇਹ ਪਾਟ ਜਾਏਗੀ, ਇਹਦੇ ਉੱਪਰ ਜੋ ਸੁਆਹ ਗਈ ਉਹ ਕੀ ਹੈ? ਉਹ ਤਿਲਕ ਜਾਏਗੀ। ਜਦ ਇਹ ਸਾਰੀ ਗੱਲ ਉਸਨੇ ਦੱਸੀ ਤਾਂ ਜੋ ਰਾਜਾ ਸੀਗਾ ਯਰੋਬੋਆਮ, ਉਸ ਨੂੰ ਗੁੱਸਾ ਆਇਆ। ਹੁਣ ਇਹ ਯਰੋਬੋਆਮ ਕੌਣ ਸੀਗਾ? ਇਹ ਇਜ਼ਰਾਈਲ ਦੇ ਉੱਪਰ ਇੱਕ ਰਾਜਾ ਸੀਗਾ, ਇਜ਼ਰਾਈਲ ਦੇ ਉੱਪਰ ਇੱਕ ਪਾਤਸ਼ਾਹ ਸੀਗਾ। ਤਾਂ ਉਸਨੇ ਕੀ ਕਿਹਾ? 4 ਨੂੰ ਪੜਾਂਗੇ ਆਪਾਂ। ਤਾਂ ਇਉਂ ਹੋਇਆ ਕਿ ਜਦ ਬਾਦਸ਼ਾਹ ਨੇ ਪਰਮੇਸ਼ਰ ਦੇ ਬੰਦੇ ਦਾ ਵਚਨ ਸੁਣਿਆ ਜੋ ਉਸਨੇ ਬੈਤ-ਏਲ ਵਿੱਚ ਜਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਆਖਿਆ ਸੀ। ਹੁਣ ਦੇਖੋ ਇਸੇ ਰਾਜਾ ਨੇ, ਹਾਂ, ਰਾਜਾ ਨੇ ਜਦ ਉਹ ਵਚਨ ਸੁਣਿਆ ਜੋ ਪਰਮੇਸ਼ਵਰ ਦੇ ਬੰਦੇ ਨੇ, ਪਰਮੇਸ਼ਵਰ ਦੇ ਦਾਸ ਨੇ ਜਗਵੇਦੀ ਦੇ ਵਿਰੁੱਧ ਬੋਲਿਆ ਸੀਗਾ, ਤਾਂ ਉਸਨੇ ਕੀ ਕਿਹਾ? ਤਾਂ ਯਰੋਬੋਆਮ ਨੇ ਜਗਵੇਦੀ ਤੋਂ ਆਪਣੀ ਬਾਹ ਲੰਬੀ ਕਰਕੇ ਆਖਿਆ, ਇਸ ਨੂੰ ਫੜ ਲਓ। ਹਾਂ, ਫਿਰ ਉਹ ਜਗਵੇਦੀ ਦੇ ਉੱਪਰ ਖੜਾਗਾ ਔਰ ਉੱਥੇ ਹੀ ਪਰਮੇਸ਼ਵਰ ਦੇ ਬੰਦੇ ਨੇ ਬੋਲਿਆਗਾ ਕਿ ਜਗਵੇਦੀ ਕੀ ਹੈ? ਤਾਂ ਫਟ ਜਾਏਗੀ। ਔਰ ਨਿਸ਼ਾਨੀ ਕੀ ਹੈ? ਕਿ ਇਹਦੇ ਉੱਪਰੋਂ ਸਵਾਹ ਹੀ ਉਹ ਟਿਕ ਜਾਏਗੀ। ਦੱਸਿਆ ਗਿਆ ਸੀਗਾ ਕਿ ਉੱਥੇ ਇੱਕ ਯਹੂਦਾ ਦੇ ਵਿੱਚ ਕੀ ਹੈ? ਇੱਕ ਰਾਜਾ, ਹਾਂ, ਦਾਊਦ ਦੇ ਘਰਾਣੇ ਵਿੱਚੋਂ ਇੱਕ ਜੋਸ਼ੀਆ ਨਾਮੇ ਮੁੰਡਾ ਜੰਮੇਗਾ, ਮਤਲਬ ਉਹ ਸਭ ਕੁਝ ਇੱਥੋਂ ਨਾਸ਼ ਕਰੇਗਾ, ਇਸ ਤਰ੍ਹਾਂ ਦੱਸਿਆ ਸੀਗਾ। ਤੇ ਜਦ ਇਹ ਗੱਲ ਯਰੋਬੋਆਮ ਨੇ ਸੁਣੀ, ਉਹਦਾ ਜਗਵੇਦੀ ਦੇ ਕੋਲ ਖੜਾਗਾ, ਤਾਂ ਉਸਨੇ ਕੀ ਕੀਤਾ? ਆਪਣਾ ਹੱਥ ਵਧਾਇਆ। ਸਿੰਦਰ ਜੀ ਇੱਕ ਵਾਰ ਫਿਰ ਪੜੋ, ਯਰੋਬੋਆਮ ਨੇ ਜਗਵੇਦੀ ਤੋਂ ਆਪਣੀ ਬਾਹ ਲੰਬੀ ਕਰਕੇ ਆਖਿਆ, ਇਸ ਨੂੰ ਫੜ ਲਓ। ਹੁਣ ਦੇਖੋ, ਫੜ ਲਓ ਇਸ ਨੂੰ, ਇਸ ਤਰ੍ਹਾਂ ਕਿਹਾ ਉਹਨੇ, ਇਸ ਇਨਸਾਨ ਨੂੰ ਫੜ ਲਓ ਜਿਹੜਾ ਮਤਲਬ ਇਸ ਤਰ੍ਹਾਂ ਬੋਲ ਰਿਹਾਗਾ। ਇੱਕ ਗੱਲ ਕੀ ਨਹੀਂ ਕਹੀ? ਯਰੋਬੋਆਮ ਨੇ ਬਾਹ ਆਪਣੀ ਇਸ ਤਰ੍ਹਾਂ ਕਰੀ, ਫੜ ਲਓ ਇਸ ਨੂੰ। ਤਾਂ ਹੋਇਆ ਕੀ ਅੱਗੇ? ਤਾਂ ਉਸਦੀ ਉਹ ਬਾਹ ਜਿਹੜੀ ਉਸ ਲੰਬੀ ਕੀਤੀ ਸੀ ਸੁੱਕ ਗਈ। ਉਹਨੇ ਹੱਥ ਹੀ ਕੀਤਾਗਾ ਪਰਮੇਸ਼ਵਰ ਦੇ ਦਾਸ ਦੀ ਔਰ, ਫੜ ਲਓ ਇਹਨੂੰ, ਤਾਂ ਨਾਲ ਦੀ ਨਾਲ ਬਾਹ ਉਹਦੀ
ਸੁੱਕ ਗਈ, ਉੱਥੇ ਦੀ ਉੱਥੇ ਬਾਂਹ ਖੜ ਗਈ ਉਹਦੀ, ਬਾਕੀ ਸਰੀਰ ਚੱਲ ਰਿਹਾਗਾ, ਉਹਦਾ ਹੱਥ ਉਸੇ ਜਗ੍ਹਾ ਖੜ ਗਿਆ। ਕਿਆ ਹੋਊਗਾ? ਮੈਂ ਰਾਜਾਂਗਾ, ਮੇਰੇ ਸਾਹਮਣੇ ਐਸਾ ਬੋਲ ਰਿਹਾਗਾ, ਜਗਵੇਦੀ ਜਿਹਦੀ ਅਸੀਂ ਪੂਜਾ ਕਰਦੇ ਹਾਂ, ਜਿਹਦੇ ਉੱਪਰ ਅਸੀਂ ਸਜਦਾ ਕਰਦੇ ਹਾਂ, ਇਹਦੇ ਖਿਲਾਫ ਇਸ ਤਰ੍ਹਾਂ ਬੋਲ ਲੇਗਾ, ਫੜ ਲਓ ਇਹਨੂੰ। ਹੱਥ ਉਹਦਾ ਇਸ ਤਰ੍ਹਾਂ ਦਾ, ਤਾਂ ਉਹਦੀ ਬਾਂਹ ਉੱਥੇ ਸੁੱਕ ਗਈ। ਫਿਰ ਕੀ ਹੋਇਆ? ਸੋ ਉਹ ਉਸ ਨੂੰ ਆਪਣੀ ਵੱਲ ਖਿੱਚ ਨਾ ਸਕਿਆ। ਉਹਦੀ ਬਾਂਹ ਉੱਥੇ ਦੇ ਉੱਥੇ ਵਾਪਸ ਲੈ ਕੇ ਨਹੀਂ ਆ ਸਕਿਆ ਥੱਲੇ, ਉਹਨੂੰ ਖਿੱਚ ਨਹੀਂ ਸਕਿਆ ਆਪਣੀ ਵੱਲ। ਤਾਂ ਫਿਰ ਕੀ ਹੈ? ਜਦ ਫਿਰ ਤਾਂ ਜਗਵੇਦੀ ਵੀ ਪਾਟ ਗਈ ਅਤੇ ਸਵਾਹ ਉਸ ਜਗਵੇਦੀ ਤੋਂ ਢਿਲਕ ਪਈ, ਉਸ ਨਿਸ਼ਾਨੀ ਦੇ ਅਨੁਸਾਰ ਜੋ ਉਸ ਪਰਮੇਸ਼ਰ ਦੇ ਬੰਦੇ ਨੇ ਯਹੋਵਾ ਦੇ ਬਚਨ ਨਾਲ ਦਿੱਤੀ ਸੀ। ਜੋ ਪਰਮੇਸ਼ਵਰ ਨੇ ਆਪਣੇ ਦਾਸ ਦੇ ਦੁਆਰਾ ਬੋਲਿਆ ਸੀਗਾ, ਉਹ ਕੰਮ ਪਰਮੇਸ਼ਵਰ ਨੇ ਉਹ ਜਗ੍ਹਾ ਕੀਤਾ। ਲੇਕਿਨ ਬਾਂਹ ਉਹਦੀ ਉੱਥੇ ਦੀ ਉੱਥੇ ਹੀ ਹੈ। ਜਗਵੇਦੀ ਵੀ ਪਾਟ ਚੁੱਕੀ ਸੀ, ਜੋ ਉਹਦੇ ਉੱਪਰ ਸਵਾਹ ਸੀ ਉਹ ਵੀ ਢਿਲਕ ਚੁੱਕੀ ਸੀ, ਉਹ ਵੀ ਥੱਲੇ ਆ ਚੁੱਕੀ ਸੀ। ਤਾਂ ਫਿਰ ਉਸ ਪਾਤਸ਼ਾਹ ਨੇ ਕੀ ਕਿਹਾ? ਤਾਂ ਪਾਤਸ਼ਾਹ ਨੇ ਉਸ ਪਰਮੇਸ਼ਰ ਦੇ ਬੰਦੇ ਨੂੰ ਉੱਤਰ ਵਿੱਚ ਆਖਿਆ ਕਿ ਹੁਣ ਤੂੰ ਯਹੋਵਾ ਆਪਣੇ ਪਰਮੇਸ਼ਰ ਦੇ ਅੱਗੇ ਅਰਦਾਸ ਕਰ ਅਤੇ ਮੇਰੇ ਲਈ ਬੇਨਤੀ ਕਰਕੇ ਮੇਰਾ ਹੱਥ ਫਿਰ ਮੇਰੇ ਲਈ ਚੰਗਾ ਕੀਤਾ ਜਾਵੇ। ਤਾਂ ਉਸ ਪਰਮੇਸ਼ਰ ਦੇ ਬੰਦੇ ਨੇ ਯਹੋਵਾ ਅੱਗੇ ਅਰਦਾਸ ਕੀਤੀ ਅਤੇ ਪਾਤਸ਼ਾਹ ਦਾ ਹੱਥ ਉਹਦੇ ਲਈ ਚੰਗਾ ਕੀਤਾ ਗਿਆ ਅਤੇ ਅੱਗੇ ਵਰਗਾ ਹੋ ਗਿਆ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਇਹ ਪਰਮੇਸ਼ਰ ਦਾ ਦਾਸ ਹੈ, ਇਹ ਪਰਮੇਸ਼ਰ ਦਾ ਸੇਵਕ ਹੈ। ਜਦੋਂ ਸੇਵਕ ਨੇ ਉਸ ਪਰਮੇਸ਼ਰ ਦੇ ਦਾਸ ਨੂੰ ਰਾਜਾ ਨੇ ਕਿਹਾ ਕਿ ਫੜ ਲਓ ਇਹਨੂੰ, ਉਹਦੀ ਬਾਂਹ ਉੱਥੇ ਦੀ ਉੱਥੇ ਹੀ ਹੈ। ਜਦ ਉਸ ਰਾਜੇ ਨੇ ਕੋਸ਼ਿਸ਼ ਕਰੀ ਉਹ ਆਪਣੀ ਬਾਂਹ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰੀ, ਉਹ ਬਾਂਹ ਮੇਰੀ ਥੱਲੇ ਆ ਜਾਏ, ਉਹਦੀ ਬਾਂਹ ਤਾਂ ਸੁੱਕ ਚੁੱਕੀ ਹੈ। ਸੁੱਕ ਚੁੱਕੀ ਮਤਲਬ ਮਰ ਚੁੱਕੀ ਹੈ, ਉਹਦੇ ਵਿੱਚ ਜਾਨ ਨਹੀਂ ਰਹੀ, ਉਹ ਉੱਥੇ ਦੀ ਉੱਥੇ ਹੀ ਹੈ। ਫਿਰ ਉਸੇ ਰਾਜਾ ਨੇ ਕੀ ਕਿਹਾ ਉਸ ਸੇਵਕ ਨੂੰ? ਮੇਰੇ ਤੇ ਰਹਿਮ ਕਰ, ਮੇਰੇ ਤੇ ਦਇਆ ਕਰ, ਮੈਨੂੰ ਚੰਗਾ ਕਰ ਦੇ। ਤਾਂ ਰੱਬ ਦਾ ਸੇਵਕ ਐਸਾ ਸੀਗਾ, ਉਸਨੇ ਪ੍ਰਾਰਥਨਾ ਕਰੀ ਪਰਮੇਸ਼ਵਰ ਅੱਗੇ, ਔਰ ਉਸੇ ਘੜੀ ਉਸਦੀ ਬਾਂਹ ਉਹ ਚੰਗੀ ਹੋ ਗਈ, ਪਹਿਲਾਂ ਜੈਸੀ ਹੋ ਗਈ। ਇਹ ਰੱਬ ਦਾ ਸੇਵਕ ਹੈ। ਮਤਲਬ ਐਸੇ ਸੇਵਕ ਦੇ ਖਿਲਾਫ ਕਦੇ ਵੀ ਨਾ ਜਾਓ, ਨਹੀਂ ਤਾਂ ਉਹਦਾ ਅੰਜਾਮ ਉਹ ਬਹੁਤ ਬੁਰਾ ਹੈਗਾ। ਪਰਮੇਸ਼ਵਰ ਕਹਿੰਦੇ ਨੇ ਕਿ ਜੋ ਮੇਰਾ ਸੇਵਕ ਹੈ ਉਹਦੇ ਖਿਲਾਫ ਨਾ ਜਾਓ। ਲੇਕਿਨ ਅੱਜ ਦੇ ਸੇਵਕ ਨਾਲ ਐਸਾ ਹੋ ਜਾਏ ਜੋ ਆਪਣੀ ਮਰਜ਼ੀ ਨਾਲ ਖੜਾ ਹੋ ਚੁੱਕਿਆ ਹੈਗਾ, ਅਗਰ ਅੱਜ ਉਹਨੂੰ ਕੁਝ ਕਹਿ ਦਿਓ ਤਾਂ ਫਿਰ ਉਹ ਕਹਿੰਦਾ ਮੈਂ ਵੀ ਤੁਹਾਨੂੰ ਦਿਖਾ ਦਿੰਦਾ, ਹੁਣ ਕੋਈ ਗੱਲ ਨਹੀਂ, ਮੈਂ ਵੀ ਪ੍ਰਾਰਥਨਾ ਕਰ ਦਿੰਦਾਗਾ। ਉਹ ਵੀ ਐਸੀ ਪ੍ਰਾਰਥਨਾ ਕਰੂਗਾ, ਪਰਮੇਸ਼ਵਰ ਦੇ ਨਾਲ ਐਸਾ ਹੋ ਜਾਏ ਕਿ ਪਰਮੇਸ਼ਵਰ ਐਸੀ ਪ੍ਰਾਰਥਨਾ ਸੁਣੇਗਾ ਕਿਸ ਦੀ? ਲੇਕਿਨ ਕਈ ਲੋਕ ਕਹਿੰਦੇ ਨੇ ਅਗਰ ਤੁਸੀਂ ਮੈਨੂੰ ਛੱਡ ਕੇ ਗਏ, ਅਗਰ ਮੇਰੀ ਬੰਦਗੀ ਵਿੱਚ ਨਾ ਆਏ ਤਾਂ ਮੈਂ ਤੁਹਾਨੂੰ ਸਰਾਪ ਦੇ ਦਿਆਂਗਾ। ਕਿ ਪਰਮੇਸ਼ਵਰ ਦਾ ਦਾਸ ਕਿਸ ਨੂੰ ਸਰਾਪ ਦੇਵੇਗਾ? ਜਾਂ ਪਰਮੇਸ਼ਵਰ ਐਸੇ ਇਨਸਾਨ ਦੀ ਪ੍ਰਾਰਥਨਾ ਸੁਣੇਗਾ? ਲੇਕਿਨ ਪਰਮੇਸ਼ਵਰ ਕੀ ਕਹਿੰਦੇ ਨੇ ਕਿ ਜਿਹੜਾ ਮੇਰਾ ਅਭਿਸ਼ੇਕ ਕੀਤਾ ਹੋਇਆ ਦਾਸ ਹੈ ਉਹਦੇ ਖਿਲਾਫ ਨਾ ਜਾਓ। ਲੇਕਿਨ ਅੱਜ ਕੀ ਹੈ? ਅੱਜ ਲੋਕਾਂ ਨੂੰ ਇਹੀ ਨਹੀਂ ਪਤਾ ਕਿ ਅਭਿਸ਼ੇਕ ਕੀ ਹੈ। ਅੱਜ ਲੋਕ ਆਪਣੀ ਮਰਜ਼ੀ ਦੇ ਨਾਲ ਪਾਸਟਰ ਬਣ ਚੁੱਕੇ ਨੇ, ਆਪਣੀ ਸੋਚ ਦੇ ਅਨੁਸਾਰ ਉਹ ਪਰਮੇਸ਼ਵਰ ਦਾ ਕੰਮ ਕਰ ਰਹੇ ਨੇ। ਇੱਕ ਵਾਰ ਕੀ ਹੋਇਆ, ਇੱਕ ਚਰਚ ਸੀ, ਚਰਚ ਦੇ ਵਿੱਚ ਇੱਕ ਪਾਸਟਰ ਸੀ, ਔਰ ਉਸ ਪਾਸਟਰ ਦੇ ਵਿੱਚ ਮਤਲਬ ਉਸ ਪਾਸਟਰ ਦੇ ਕੋਲ ਬਹੁਤ ਸਾਰੀ ਕਲੀਸਿਆ ਸੀ, ਬਹੁਤ ਦੂਰੋਂ ਦੂਰੋਂ ਉਸਦੇ ਕੋਲ ਸੰਗਤ ਆਉਂਦੀ ਸੀ। ਇੱਕ ਵਾਰ ਕੀ ਹੋਇਆ ਕਿ ਇੱਕ ਇਨਸਾਨ ਸੀ ਉਸ ਬੰਦਗੀ ਦੇ ਵਿੱਚ, ਉਸ ਇਨਸਾਨ ਨੂੰ ਪਰਮੇਸ਼ਵਰ ਨੇ ਬਹੁਤ ਸਾਰੇ ਵਿਜ਼ਨ ਦਿਖਾਏ, ਬਹੁਤ ਸਾਰੇ ਸੁਪਨੇ ਦਿਖਾਏ, ਔਰ ਪਰਮੇਸ਼ਵਰ ਨੇ ਬਹੁਤ ਵਾਰ ਗੱਲਬਾਤ ਕੀਤੀ ਉਹਦੇ ਨਾਲ। ਗੱਲਬਾਤ ਕੀਤੀ ਤਾਂ ਹੋਇਆ ਕਿ ਉਸ ਇਨਸਾਨ ਦੇ ਲਈ ਜੋ ਪਰਮੇਸ਼ਵਰ ਦੀ ਯੋਜਨਾ ਸੀ ਉਹ ਇੱਕ ਸੇਵਕ ਦੀ ਸੀ, ਪਾਸਟਰ ਦੀ ਸੀ। ਪਰਮੇਸ਼ਵਰ ਨੇ ਦੱਸਿਆ ਕਿ ਮੈਂ ਤੈਨੂੰ ਪਾਸਟਰ ਦੇ ਰੂਪ ਦੇ ਵਿੱਚ ਪਸੰਦ ਕੀਤਾਗਾ, ਤੂੰ ਮੇਰਾ ਕੰਮ ਕਰ। ਚਲੋ ਉਸ ਪਾਸਟਰ ਦੇ ਨਾਲ, ਉਸ ਭਾਈ ਦੇ ਨਾਲ ਸਾਡੀ ਮੁਲਾਕਾਤ ਹੋਈ। ਤਾਂ ਉਸਨੇ ਜਦ ਗੱਲਾਂ ਬਾਤਾਂ ਕੀਤੀਆਂ ਤਾਂ ਉਸ ਨੂੰ ਦੱਸਿਆ ਗਿਆ ਵੀ ਭਰਾਵਾ ਤੂੰ ਪਰਮੇਸ਼ਵਰ ਦਾ ਕੰਮ ਸ਼ੁਰੂ ਕਰ। ਫਿਰ ਜੇ ਪਰਮੇਸ਼ਵਰ ਤੁਹਾਨੂੰ ਬਾਰ-ਬਾਰ ਦੱਸ ਰਹੇ ਨੇ ਫਿਰ ਤੁਸੀਂ ਰੁਕੇ ਕਿਉਂ ਹੋਏ ਹੋ? ਉਹ ਕਹਿੰਦਾ ਸਾਡੇ ਪਾਸਟਰ ਸਾਹਿਬ ਨਹੀਂ ਮੰਨਦੇ। ਤੇ ਮੈਂ ਸੀ, ਮੇਰੇ ਨਾਲ ਮੇਰਾ ਸਾਥੀ ਸੀ, ਅਸੀਂ ਗਏ। ਮੈਂ ਕੋਈ ਗੱਲ ਨਹੀਂ ਜੀ, ਪਾਸਟਰ ਨਹੀਂ ਮੰਨਦੇ, ਇੱਕ ਵਾਰ ਫਿਰ ਗੱਲ ਕਰੋ। ਉਸ ਭਾਈ ਨੇ ਪਾਸਟਰ ਨਾਲ ਗੱਲ ਕੀਤੀ, ਪਾਸਟਰ ਜੀ ਹੁਣ ਮੈਂ ਸੇਵਾ ਸ਼ੁਰੂ ਕਰਨਾ ਚਾਹੁੰਦਾਗਾ, ਸਾਨੂੰ ਇੱਥੇ ਆਉਂਦੇ ਨੂੰ ਕਾਫੀ ਟਾਈਮ ਹੋ ਗਿਆਗਾ, ਔਰ ਸਾਨੂੰ ਆਉਣ ਦੇ ਵਿੱਚ ਕਾਫੀ ਦੂਰ ਹੈ, ਹੁਣ ਮੈਂ ਸੇਵਾ ਸ਼ੁਰੂ ਕਰਨੀ ਹੈ। ਪਾਸਟਰ ਸਾਹਿਬ ਕਹਿੰਦੇ ਮੈਨੂੰ ਆਤਮਾ ਅਗਵਾਈ ਨਹੀਂ ਕਰਦਾ। ਤੇ ਚਲੋ ਭਾਈ ਸਾਹਿਬ ਉਹ ਉਦਾਸ ਹੋ ਕੇ ਚਲੇ ਗਏ। ਫਿਰ ਕੁਝ ਸਮੇਂ ਬਾਅਦ ਸਾਡੀ ਫਿਰ ਮੁਲਾਕਾਤ ਹੋਈ, ਫਿਰ ਗੱਲਬਾਤ ਨਿਕਲੀ, ਕੀ ਬਣਿਆ ਤੁਹਾਡੀ ਸੇਵਾ ਦਾ? ਕਹਿੰਦਾ ਜੀ ਗਏ ਸੀਗੇ ਲੇਕਿਨ ਪਾਸਟਰ ਸਾਹਿਬ ਕਹਿੰਦੇ ਮੈਨੂੰ ਆਤਮਾ ਅਗਵਾਈ ਨਹੀਂ ਕਰਦਾ। ਤੇ ਮੈਂ ਫਿਰ ਤੁਹਾਨੂੰ ਕੌਣ ਅਗਵਾਈ ਕਰਦਾ? ਕਹਿੰਦਾ ਮੈਨੂੰ ਆਤਮਾ ਅਗਵਾਈ ਕਰਦਾ ਹੈਗਾ। ਮੈਂ ਫਿਰ ਕਿਹੜੀ ਆਤਮਾ ਸਹੀ ਹੈ, ਤੁਹਾਡੇ ਵਾਲੀ ਜਾਂ ਦੂਜੀ ਪਾਸਟਰ ਸਾਹਿਬ ਦੀ? ਕਹਿੰਦਾ ਜੀ ਮੇਰੀ ਸਹੀ ਹੈ। ਮਤਲਬ ਸਾਡੇ ਪਾਸਟਰ ਦੀ ਆਤਮਾ ਜੋ ਹੈ ਉਹ ਗਲਤ ਹੈ। ਫਿਰ ਮੈਂ ਜੇ ਤੁਹਾਡੀ ਸਹੀ ਸ਼ੁਰੂ ਕਰੋ, ਕੋਈ ਬਾਤ ਨਹੀਂ। ਫਿਰ ਉਹਨਾਂ ਨੇ ਗੱਲਬਾਤ ਕੀਤੀ ਪਾਸਟਰ ਸਾਹਿਬ, ਪਾਸਟਰ ਸਾਹਿਬ ਦੇਖੋ ਤੁਸੀਂ ਜੇਕਰ ਸਾਡੀ ਬੰਦਗੀ ਵਿੱਚ ਆ ਰਹੇ ਹੋ ਤਾਂ ਠੀਕ ਹੈ, ਨਹੀਂ ਤਾਂ ਮੈਂ ਆਪਣੇ ਘਰੇ ਬੰਦਗੀ ਸ਼ੁਰੂ ਕਰਨ ਲੱਗਿਆ ਹਾਂ। ਹੁਣ ਪਾਸਟਰ ਸਾਹਿਬ ਨੇ ਦੇਖਿਆ ਅਗਰ ਇਹ ਇਕੱਲਾ ਜਾਂਦਾਗਾ ਤਾਂ ਦੂਜੀ ਲੋਕਾਂ ਦੇ ਉੱਪਰ ਅਸਰ ਪਏਗਾ ਇਹ ਗੱਲ ਦਾ। ਉਸਨੇ ਸੋਚਿਆ ਚਲੋ ਆਪਣੇ ਘਰ ਬੰਦਗੀ ਕਰਾ,
ਤੇ ਮੈਂ ਉੱਥੇ ਆ ਕੇ ਬੰਦਗੀ ਵਿੱਚ ਇਹ ਅਨਾਉਂਸ ਕਰਾਂਗਾ, ਇਹ ਜ਼ਾਹਿਰ ਕਰ ਦਿਆਂਗਾ ਕਿ ਅੱਜ ਤੋਂ ਬਾਅਦ ਇਹ ਪਾਸਟਰ ਹੈ। ਇਹਦੇ ਵਿੱਚ ਪਾਸਟਰ ਦੀ ਵੀ ਇੱਜ਼ਤ ਬਣੀ ਰਹੀ ਤੇ ਉਸ ਭਾਈ ਦੀ ਵੀ। ਮਤਲਬ ਦੇਖਿਆ ਜਾਵੇ, ਜਿਹਨੂੰ ਪਰਮੇਸ਼ਵਰ ਪਸੰਦ ਕਰ ਰਿਹਾ ਗਾ, ਜਿਹਨੂੰ ਪਰਮੇਸ਼ਵਰ ਨੇ ਚੁਣਿਆਗਾ, ਉਹਦੇ ਲਈ ਦੂਜਾ ਪਾਸਟਰ ਹੈ ਉਹਨੂੰ ਅਗਵਾਈ ਨਹੀਂ ਹੋ ਰਹੀ, ਜਦ ਕਿ ਉਸੇ ਪਾਸਟਰ ਨੂੰ ਅਗਵਾਈ ਵੀ ਹੋਣੀ ਚਾਹੀਦੀ ਸੀ। ਲੇਕਿਨ ਹੋਇਆ ਕਿ ਉਹ ਪਾਸਟਰ ਉਹਦੇ ਵਿਰੋਧ ਦੇ ਵਿੱਚ ਹੈ, ਮੈਨੂੰ ਆਤਮਾ ਅਗਵਾਈ ਨਹੀਂ ਕਰ ਰਿਹਾ। ਫਿਰ ਆਪਾਂ ਇਹਨੂੰ ਕੀ ਕਹਿ ਸਕਦੇ ਹਾਂ ਕਿ ਉਹ ਪਾਸਟਰ ਕਿਹੜੀ ਆਤਮਾ ਨਾਲ ਚੱਲ ਰਿਹਾ ਗਾ? ਅੱਜ ਇਸ ਤਰ੍ਹਾਂ ਹੋ ਰਿਹਾ ਗਾ ਲੋਕਾਂ ਦੇ ਵਿੱਚ। ਲੇਕਿਨ ਜੋ ਪਰਮੇਸ਼ਵਰ ਦੇ ਸੇਵਕ ਨੇ, ਪਰਮੇਸ਼ਵਰ ਜਿਹਨਾਂ ਦਾ ਇਸਤੇਮਾਲ ਕਰਦੇ ਨੇ, ਇਸਤੇਮਾਲ ਕਰਨ ਤੋਂ ਪਹਿਲਾਂ ਪਰਮੇਸ਼ਵਰ ਕੀ ਕਰਦੇ ਨੇ? ਆਪਣੇ ਲੋਕਾਂ ਨੂੰ ਅਭਿਸ਼ੇਕ ਕਰਦੇ ਨੇ। ਔਰ ਲਿਖਿਆ ਬਾਈਬਲ ਦੇ ਵਿੱਚ, ਆਪਾਂ ਵਚਨ ਪੜਾਂਗੇ, ਪਹਿਲਾ ਸੈਮੂਏਲ ਉਹਦਾ 24 ਅਧਿਆਇ, ਹਾਂ ਮੈਂ ਤੁਹਾਨੂੰ ਕੁਝ ਦੱਸ ਦਿੰਦਾ। ਇੱਥੇ ਗੱਲ ਹੋ ਰਹੀ ਹੈ ਸੌਲ ਰਾਜੇ ਬਾਰੇ। ਸੌਲ ਬਾਰੇ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਕਿ ਸੌਲ ਸੀਗਾ ਉਹ ਇਜ਼ਰਾਈਲ ਦਾ ਪਹਿਲਾ ਰਾਜਾ ਹੋਇਆਗਾ, ਪਹਿਲਾ ਰਾਜਾ ਹੋਇਆ। ਲੇਕਿਨ ਜਦ ਉਸਨੇ ਪਰਮੇਸ਼ਵਰ ਦਾ ਕੰਮ ਕੀਤਾਗਾ ਤਾਂ ਥੋੜੇ ਸਮੇਂ ਲਈ ਇਸਨੇ ਕੰਮ ਕੀਤਾਗਾ। ਇਸ ਤਰ੍ਹਾਂ ਨਹੀਂ ਕਿ ਪਰਮੇਸ਼ਵਰ ਦੇ ਦਾਸ ਦਾ ਅਭਿਸ਼ੇਕ ਨਹੀਂ ਹੋਇਆ ਸੀਗਾ, ਸੌਲ ਦਾ ਵੀ ਅਭਿਸ਼ੇਕ ਹੋਇਆ ਜਦ ਉਸਨੇ ਕੰਮ ਕੀਤਾ। ਉਸ ਤੋਂ ਬਾਅਦ ਜਦ ਉਹ ਪਰਮੇਸ਼ਵਰ ਦੇ ਵਿੱਚ ਬਣਿਆ ਨਹੀਂ ਰਿਹਾ, ਉਸ ਤੋਂ ਬਾਅਦ ਪਰਮੇਸ਼ਵਰ ਨੇ ਆਪਣੇ ਦਾਸ ਦਾਊਦ ਨੂੰ ਖੜਾ ਕੀਤਾ। ਹੁਣ ਦਾਊਦ ਖੜਾ ਹੋ ਚੁੱਕਿਆ ਗਾ ਸੌਲ ਦੇ, ਮਤਲਬ ਉਹ ਵਿਰੋਧ ਨਹੀਂ ਕਰ ਰਿਹਾ ਉਹਦਾ, ਲੇਕਿਨ ਪਰਮੇਸ਼ਵਰ ਨੇ ਪਸੰਦ ਕੀਤਾ ਉਹਨੂੰ, ਦਾਊਦ ਨੂੰ। ਹੁਣ ਸੌਲ ਨੂੰ ਡਰ ਲੱਗ ਰਿਹਾ ਕਿ ਗੱਲ ਦਾ ਕਿ ਅਗਰ ਦਾਊਦ ਹੈ, ਅਗਰ ਦਾਊਦ ਰਾਜਾ ਬਣ ਗਿਆ ਤਾਂ ਮੇਰਾ ਕੀ ਬਣੇਗਾ? ਤਾਂ ਫਿਰ ਸੌਲ ਸੀਗਾ ਉਹ ਦਾਊਦ ਦੇ ਖਿਲਾਫ ਹੋ ਗਿਆ, ਦਾਊਦ ਨੂੰ ਮਾਰਨ ਦੇ ਲਈ ਤਿਆਰ ਹੋ ਗਿਆ। ਹੁਣ ਮਾਰਨ ਦੇ ਲਈ ਦੇਖੋ ਕਿੰਨੀ ਭੱਜ ਨੱਠ ਕਰ ਰਿਹਾ ਗਾ। ਹੁਣ ਉਹ ਸਮੇਂ ਦਾ ਰਾਜਾ ਕੌਣ ਸੀਗਾ? ਸਾਊਲ। ਸਾਊਲ ਪੂਰੇ ਇਜ਼ਰਾਈਲ ਦੇ ਉੱਪਰ ਰਾਜ ਕਰ ਰਿਹਾ ਗਾ। ਔਰ ਦਾਊਦ ਉਹ ਤਾਂ ਲੁਕਦਾ ਫਿਰਦਾ ਗਾ, ਕਦੇ ਇੱਧਰ ਕਦੇ ਉੱਧਰ ਕਦੇ ਉੱਧਰ। ਹੁਣ ਦਾਊਦ ਦੇ ਵਿੱਚ ਵੀ ਇੰਨੀ ਸਾਮਰਥ, ਸੌਲ ਦੇ ਵਿੱਚ ਇੰਨੀ ਸਾਮਰਥ ਨਹੀਂ ਰਹੀ ਕਿ ਉਹ ਦਾਊਦ ਨੂੰ ਫੜ ਲਵੇ। ਲੇਕਿਨ ਉਹ ਵੀ ਕੀ ਹੈ, ਉਸ ਨੂੰ ਲੱਭਣ ਦੇ ਲਈ ਕਦੇ ਇੱਧਰ ਭੱਜਦਾ ਕਦੇ ਉੱਧਰ ਭੱਜਦਾ ਗਾ। ਤਾਂ ਇੱਕ ਵਾਰ ਕੀ ਹੋਇਆ, ਆਪਾਂ ਪੜਾਂਗੇ ਇਹ ਪਹਿਲਾ ਸੈਮੂਏਲ ਉਹਦਾ 24 ਅਧਿਆਇ, ਉਹਦਾ 3 ਵਚਨ ਪੜੋ। ਤਦ ਉਹ ਭੇਡਾਂ ਦੇ ਵਾਲਿਆਂ ਨੂੰ ਅੱਪੜ ਪਿਆ ਜੋ ਪਹੇ ਦੇ ਕੋਲ ਹਨ। ਉੱਥੇ ਇੱਕ ਖੁੰਦਰ ਸੀ, ਸੋ ਸੌਲ ਸਚੇਤੇ ਫਿਰਨ ਲਈ ਉਸ ਖੁੰਦਰ ਵਿੱਚ ਵੜ ਗਿਆ ਅਤੇ ਉਸੇ ਵੇਲੇ ਦਾਊਦ ਆਪਣਿਆਂ ਮਨੁੱਖਾਂ ਸਣੇ ਉਸੇ ਖੁੰਦਰ ਦੀਆਂ ਨੁਕਰਾਂ ਵਿੱਚ ਬੈਠਾ ਹੋਇਆ ਸੀ। ਦਾਊਦ ਦੇ ਮਨੁੱਖਾਂ ਨੇ ਉਹਨੂੰ ਆਖਿਆ, ਵੇਖੋ ਉਹ ਦਿਨ ਆਇਆ ਹੈ ਜੋ ਯਹੋਵਾ ਨੇ ਤੁਹਾਨੂੰ ਆਖਿਆ ਸੀ ਕਿ ਵੇਖ ਮੈਂ ਤੇਰੇ ਵੈਰੀ ਨੂੰ ਵੀ ਜੋ ਤੈਨੂੰ ਭਾਵੇਂ ਸੋ ਉਹਦੇ ਨਾਲ ਕਰਨ ਲਈ ਤੇਰੇ ਹੱਥ ਵਿੱਚ ਕਰ ਦਿਆਂਗਾ। ਤਦ ਦਾਊਦ ਨੇ ਮਲਕੜੇ ਉੱਠ ਕੇ ਸੌਲ ਦੀ ਚੱਦਰ ਦਾ ਪੱਲਾ ਕੱਟ ਲਿਆ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਹੁਣ ਕੀ ਹੋਇਆ ਕਿ ਜੋ ਸੌਲ ਸੀਗਾ ਉਹ ਦਾਊਦ ਨੂੰ ਮਾਰਨ ਦੇ ਲਈ ਆਪਣੇ ਨਾਲ ਸੈਨਾ ਲੈ ਕੇ ਚਲਾ ਗਿਆ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ ਕਿ ਜੋ ਸੌਲ ਸੀਗਾ ਉਹ ਤਾਂ ਦਾਊਦ ਦਾ ਵੈਰੀ ਬਣ ਚੁੱਕਿਆ ਸੀਗਾ। ਕਿਉਂ? ਕਿਉਂਕਿ ਜੋ ਦਾਊਦ ਸੀਗਾ ਹੁਣ ਪਰਮੇਸ਼ਵਰ ਨੇ ਉਹਦਾ ਅਭਿਸ਼ੇਕ ਕੀਤਾ ਸੀਗਾ। ਦਾਊਦ ਨੂੰ ਪਰਮੇਸ਼ਵਰ ਨੇ ਇਜ਼ਰਾਈਲ ਦੇ ਉੱਪਰ ਰਾਜਾ ਬਣਾਉਣਾ ਸੀਗਾ। ਹੁਣ ਜੋ ਸੌਲ ਸੀਗਾ ਉਹ ਤਾਂ ਹੁਣ ਰਾਜਾ ਪਹਿਲਾਂ ਹੈਗਾ ਸੀਗਾ, ਲੇਕਿਨ ਹੁਣ ਉਹ ਰਾਜਾ ਨਹੀਂ ਸੀਗਾ, ਲੇਕਿਨ ਹੁਣ ਆਪਣੀ ਮਰਜ਼ੀ ਦੇ ਨਾਲ ਉਹ ਕੰਮ ਕਰ ਰਿਹਾ ਸੀਗਾ। ਤਾਂ ਫਿਰ ਉਹਨੇ ਕੀ ਸੋਚਿਆ ਕਿ ਹੋਵੇ ਨਾ ਇਦਾਂ ਕਿ ਮੈਂ ਹੁਣ ਦਾਊਦ ਨੂੰ ਖਤਮ ਕਰ ਦੇਵਾਂ, ਤਾਂ ਦਾਊਦ ਨੂੰ ਮਾਰਨ ਦੇ ਲਈ ਚਲਾ ਗਿਆ। ਲੇਕਿਨ ਹੋਇਆ ਕੀ ਕਿ ਇੱਕ ਵਾਰ ਉਹ ਦਾਊਦ ਨੂੰ ਲੱਭਦਾ ਲੱਭਦਾ ਕਿਸੇ ਖੁੰਦਰ ਵਿੱਚ ਚਲਾ ਗਿਆ। ਖੁੰਦਰ ਮਤਲਬ ਕੋਈ ਮੰਨ ਲਓ ਗੁਫਾ ਦੇ ਵਿੱਚ ਚਲਾ ਗਿਆ। ਔਰ ਉਸਨੇ ਦੇਖਿਆ ਵੀ ਚਲੋ ਮੈਂ ਹੁਣ ਬਾਹਰ ਅੰਦਰ ਜਾ ਕੇ ਆਉਣਾਗਾ। ਉਹ ਬਾਹਰ ਅੰਦਰ ਜਾਣ ਦੇ ਲਈ ਉਸ ਗੁਫਾ ਵਿੱਚ ਚਲਾ ਗਿਆ। ਹੁਣ ਗੁਫਾ ਦੇ ਵਿੱਚ ਹੀ ਦਾਊਦ ਲੁਕਿਆ ਹੋਇਆ ਸੀਗਾ, ਦਾਊਦ ਦੇ ਸਾਥੀ ਲੋਕ ਵੀ ਉੱਥੇ ਹੀ ਸੀਗੇ। ਹੁਣ ਇਹ ਗੱਲ ਦਾ ਸੌਲ ਨੂੰ ਨਹੀਂ ਪਤਾ, ਲੇਕਿਨ ਸੌਲ ਕਾਹਦੇ ਲਈ ਗਿਆ ਸੀਗਾ? ਉਹਦਾ ਵੈਸੇ ਗਿਆ ਸੀਗਾ, ਬਾਹਰ ਅੰਦਰ ਜਾਣ ਦੇ ਲਈ ਗਿਆ ਸੀਗਾ। ਬਾਹਰ ਅੰਦਰ ਜਾਣ ਦੇ ਲਈ ਆਪਣੇ ਜਦ ਸੌਲ ਗਿਆ ਤਾਂ ਅੰਦਰ ਦਾਊਦ ਬੈਠਾ ਗਾ। ਹੁਣ ਉਹਦੇ ਸਾਥੀ ਵੀ ਕਹਿੰਦੇ ਨੇ ਦਾਊਦ ਫੜ ਲੈ, ਹੁਣ ਤਾਂ ਯਹੋਵਾ ਨੇ ਤੇਰੇ ਹੱਥ ਵਿੱਚ ਦੇ ਦਿੱਤਾਗਾ। ਦੇਖ ਇਹ ਤੇਰਾ ਵੈਰੀ ਹੈ, ਇਹ ਤਾਂ ਤੇਰੀ ਜਾਨ ਨੂੰ ਖਤਮ ਕਰਨਾ ਚਾਹੁੰਦਾ ਗਾ, ਇਹ ਤੈਨੂੰ ਮਾਰ ਦੇਣਾ ਚਾਹੁੰਦਾ ਗਾ। ਲੇਕਿਨ ਦਾਊਦ ਨੇ ਕੀ ਕਿਹਾ ਉਹਨੂੰ? ਉਹਨੇ ਕੁਝ ਵੀ ਨਹੀਂ ਕਿਹਾ। ਦਾਊਦ ਉੱਠਿਆ, ਹੌਲੀ ਤੇ ਜਾ ਕੇ ਉਹਦੀ ਜੋ ਚੱਦਰ ਸੀਗੀ, ਉਹਦਾ ਜੋ ਕੱਪੜਾ ਪਹਿਨਿਆ ਸੀਗਾ, ਉਹਨੂੰ ਜਾ ਕੇ ਉਹਨੇ ਕੱਟ ਲਿਆ, ਉੱਥੋਂ ਕੱਟ ਲਿਆ। ਤਾਂ ਉਸ ਤੋਂ ਬਾਅਦ ਕੀ ਹੋਇਆ? ਇਹਦੇ ਪਿੱਛੋਂ ਅਜਿਹਾ ਹੋਇਆ ਜੋ ਦਾਊਦ ਦਾ ਮਨ ਵਿਆਕੁਲ ਹੋ ਗਿਆ, ਉਸਨੇ ਉਹਦੀ ਚੱਦਰ ਦਾ ਪੱਲਾ ਜੋ ਕੱਟਿਆ ਸੀ। ਹਾਂ, ਹਾਲੇਲੂਇਆ। ਹਾਲੇਲੂਇਆ। ਇਹ ਸੇਵਕ ਹੈ ਪਰਮੇਸ਼ਵਰ ਦਾ, ਇਹ ਦਾਸ ਹੈ। ਇਹ ਮਾਰਨਾ ਨਹੀਂ ਚਾਹੁੰਦਾ ਸੀਗਾ ਉਸਨੂੰ,
ਚਾਹੁੰਦਾ ਤਾਂ ਸੌਲ ਨੂੰ ਖਤਮ ਕਰ ਸਕਦਾ ਸੀਗਾ ਉਸੇ ਗੁਫਾ ਦੇ ਵਿੱਚ, ਲੇਕਿਨ ਇਸਨੇ ਕੀ ਸੋਚਿਆ, ਚੱਲ ਕੋਈ ਗੱਲ ਨਹੀਂ, ਜਾ ਕੇ ਉਹਦੇ ਕੱਪੜਾ ਕੱਟ ਲੈਣਾ। ਲੇਕਿਨ ਕੱਪੜਾ ਕੱਟਣ ਦੇ ਨਾਲ ਕੀ ਹੋਇਆ, ਇਹਦਾ ਮਨ ਬੇਚੈਨ ਹੋ ਗਿਆ। ਇਹਦਾ ਮਨ ਕੀ ਹੋ ਗਿਆ, ਇਹਦਾ ਮਨ ਵਿਆਕੁਲ ਹੋ ਗਿਆ, ਇਹਦਾ ਪਰੇਸ਼ਾਨ ਹੋਣ ਲੱਗ ਗਿਆ। ਕਿਉਂ? ਕਿਉਂਕਿ ਮੈਂ ਕੀ ਕਰਿਆ ਇਹਦੇ ਨਾਲ, ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀਗਾ ਇਹਦੇ ਨਾਲ। ਕਿਉਂ ਨਹੀਂ ਕਰਨਾ ਚਾਹੀਦਾ ਸੀਗਾ? ਕਿਉਂਕਿ ਇਹਦਾ ਪਰਮੇਸ਼ਵਰ ਦਾ ਅੱਜ ਨਹੀਂ ਤਾਂ ਪਹਿਲਾਂ ਦਾ ਦਾਸ ਰਹਿ ਚੁੱਕਿਆ ਗਾ। ਇਹ ਅੱਜ ਨਹੀਂ ਤਾਂ ਪਹਿਲਾਂ ਪਰਮੇਸ਼ਵਰ ਇਸ ਦਾ ਅਭਿਸ਼ੇਕ ਕਰ ਚੁੱਕਿਆ ਗਾ। ਲੇਕਿਨ ਮੈਨੂੰ ਕੀ ਹੱਕ ਸੀਗਾ ਕਿ ਮੈਂ ਇਸ ਦੇ ਖਿਲਾਫ ਜਾਂਦਾ? ਮੈਨੂੰ ਕੀ ਹੱਕ ਸੀਗਾ ਕਿ ਮੈਂ ਇਸ ਦੇ ਕੱਪੜੇ ਨੂੰ ਕੱਟਦਾ? ਉਸ ਤੋਂ ਬਾਅਦ ਕੀ ਹੋਇਆ ਕਿ ਜਦ ਉਹ ਵਿਆਕੁਲ ਹੋ ਚੁੱਕਿਆ ਗਾ, ਉਹ ਬੇਚੈਨ ਹੋ ਚੁੱਕਿਆ ਗਾ, ਤਾਂ ਫਿਰ ਦਾਊਦ ਨੇ ਅੱਗੇ ਜਾ ਕੇ ਜਦੋਂ ਉਹ ਬਾਹਰ ਚਲਾ ਗਿਆ ਉੱਠ ਕੇ ਸੌਲ, ਤਾਂ ਇਹਨੇ ਵੀ ਜਾ ਕੇ ਦੂਰ ਜਾ ਕੇ ਰੌਲਾ ਪਾਇਆ, ਹਾਕਾ ਮਾਰ ਰਿਹਾ ਉਹਨਾਂ ਨੂੰ। ਔਰ ਪੜਾਂਗੇ ਆਪਾਂ 24:8। 24:8 ਇਹਦੇ ਪਿੱਛੋਂ ਦੌਦ ਵੀ ਉੱਠ ਕੇ ਉਸ ਖੁੰਦਰ ਵਿੱਚੋਂ ਨਿਕਲਿਆ ਅਤੇ ਸੌਲ ਦੇ ਪਿੱਛੋਂ ਹਾਕਾ ਮਾਰ ਕੇ ਆਖਿਆ, हे ਮੇਰੇ ਮਹਾਰਾਜ ਪਾਤਸ਼ਾਹ। ਅਤੇ ਸੌਲ ਨੇ ਪਿਛਾਂ ਭੌਂ ਕੇ ਜਾ ਵੇਖਿਆ ਤਾਂ ਦੌਦ ਨੇ ਮੂੰਹ ਭਰਨੇ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ। ਦੇਖੋ, ਇਹ ਪਰਮੇਸ਼ਵਰ ਦਾ ਦਾਸ, ਇਹ ਪਰਮੇਸ਼ਵਰ ਦਾ ਸੇਵਕ, ਅੱਜ ਵੀ ਇਹ ਉਸ ਰਾਜੇ ਦੇ ਕੀ ਕਰ ਰਿਹਾ ਗਾ, ਅੱਜ ਵੀ ਸੌਲ ਦੀ ਕੀ ਕਰਦਾ ਗਾ, ਮਤਲਬ ਮਾਣ ਦਿੰਦਾ ਉਹਨੂੰ। ਅੱਜ ਵੀ ਕੀ ਕਰਦਾ ਗਾ, ਉਹਨੂੰ ਇੱਜ਼ਤ ਦਿੰਦਾ। ਇਹ ਅੱਜ ਵੀ ਉਹਦੀ ਰਿਸਪੈਕਟ ਕਰ ਰਿਹਾ ਗਾ। ਇਹ ਚਾਹੇ ਸੌਲ ਆਪਣੀ ਜਗ੍ਹਾ ਦੇ ਉੱਪਰ ਨਹੀਂ ਰਹਿ ਸਕਿਆ, ਲੇਕਿਨ ਇਹ ਤਾਂ ਉਸ ਜਗ੍ਹਾ ਦੇ ਉੱਪਰ ਹੈ। ਅੱਜ ਵੀ ਇਹ ਕੀ ਹੈ, ਉਸ ਪਰਮੇਸ਼ਵਰ ਦੇ ਜੋ ਪਹਿਲਾਂ ਦਾਸ ਸੀਗਾ ਸੌਲ, ਉਹਨੂੰ ਅੱਜ ਵੀ ਇਹ ਕੀ ਹੈ, ਪਿਆਰ ਕਰਦਾ ਗਾ। ਅੱਜ ਵੀ ਉਹਨੂੰ ਕੀ ਹੁੰਦਾ, ਇਹ ਮਾਨ ਸਨਮਾਨ ਦਿੰਦਾ ਗਾ। ਉਹਨੂੰ ਮੱਥਾ ਟੇਕਿਆ, ਮੱਥਾ ਟੇਕਿਆ। ਔਰ ਉਸ ਤੋਂ ਬਾਅਦ ਕੀ ਹੋਇਆ, ਪੜਾਂਗੇ ਆਪਾਂ। ਅਤੇ ਦਾਊਦ ਨੇ ਸੌਲ ਨੂੰ ਆਖਿਆ, 10 ਪੜ੍ਹ ਦਿਓ ਜੀ। 10 ਵੇਖ, ਅੱਜ ਤੂੰ ਆਪਣੀਆਂ ਅੱਖੀਆਂ ਨਾਲ ਵੇਖਿਆ ਜੋ ਯਹੋਵਾ ਨੇ ਅੱਜ ਹੀ ਕਿੱਕਰ ਤੈਨੂੰ ਖੁੰਦਰ ਦੇ ਅੰਦਰ ਮੇਰੇ ਵੱਸ ਵਿੱਚ ਕਰ ਦਿੱਤਾ ਸੀ। ਅਤੇ ਕਈਆਂ ਨੇ ਮੈਨੂੰ ਆਖਿਆ ਵੇ। ਹੁਣ ਦੇਖੋ, ਦੂਰ ਖੜਾ ਗਾ, ਪਹਿਲਾਂ ਜਾ ਕੇ ਸਜਦਾ ਕੀਤਾ ਉਹਨੂੰ, ਹੇ ਸੌਲ, ਹੇ ਮੇਰੇ ਮਹਾਰਾਜ, ਹੇ ਮੇਰੇ ਸੁਆਮੀ। ਜਦ ਸੌਲ ਨੇ ਮੁੜ ਕੇ ਦੇਖਿਆ ਇਹ ਤਾਂ ਦਾਊਦ ਹੈ, ਫਿਰ ਦਾਊਦ ਨੇ ਜਦ ਉਹਨੂੰ ਮੱਥਾ ਟੇਕ ਕੇ ਸਜਦਾ ਕੀਤਾ, ਉਹਨੂੰ ਮਾਨ ਸਨਮਾਨ ਦਿੱਤਾ। ਔਰ ਬਾਅਦ ਦੇ ਵਿੱਚ ਕੀ ਕਹਿ ਰਿਹਾ ਗਾ, ਵੇਖ ਅੱਜ ਆਪਣੀ ਅੱਖਾਂ ਨਾਲ ਦੇਖ ਸੌਲ, ਅੱਜ ਮੇਰੇ ਪਰਮੇਸ਼ਵਰ ਨੇ ਤੈਨੂੰ ਮੇਰੇ ਹਵਾਲੇ ਕੀਤਾ ਸੀਗਾ। ਮੇਰੇ ਪਰਮੇਸ਼ਵਰ ਨੇ ਤੈਨੂੰ ਮੇਰੇ ਹਵਾਲੇ ਕਰ ਦਿੱਤਾ ਸੀਗਾ, ਮੇਰੇ ਵੱਸ ਵਿੱਚ ਕਰ ਦਿੱਤਾ ਸੀਗਾ। ਫਿਰ ਅਤੇ ਕਈਆਂ ਨੇ ਮੈਨੂੰ ਕਿਹਾ ਵੀ, ਕੀ ਕਿਹਾ, ਉਹਨੂੰ ਮਾਰ ਲੈ, ਹਾਂ, ਪਰ ਮੇਰੀਆਂ ਅੱਖਾਂ ਨੇ ਤੇਰੇ ਤੇ ਤਰਸ ਖਾਦਾ। ਹੁਣ ਦੇਖੋ ਪਰਮੇਸ਼ਵਰ ਦਾ ਦਾਸ ਕੀ ਕਹਿ ਰਿਹਾ ਹੈਗਾ, ਜਿਹੜੇ ਮੇਰੇ ਸਾਥੀ ਲੋਕ ਸੀਗੇ ਉਹ ਤਾਂ ਮੈਨੂੰ ਕਹਿੰਦੇ ਸੀਗੇ ਚੰਗਾ ਮੌਕਾ ਤੇਰੇ ਲਵੇ, ਨਾਸ਼ ਕਰ ਦੇ ਇਹਨੂੰ, ਖਤਮ ਕਰ ਦੇ ਇਹਨੂੰ, ਲੇਕਿਨ ਮੇਰੀਆਂ ਅੱਖੀਆਂ ਨੇ ਕੀ ਕੀਤਾ, ਤੇਰੇ ਉੱਪਰ ਤਰਸ ਕੀਤਾ, ਤੇਰੇ ਉੱਤੇ ਰਹਿਮ ਕੀਤਾ। ਫਿਰ ਅਤੇ ਮੈਂ ਆਖਿਆ ਕਿ ਮੈਂ ਆਪਣੇ ਸੁਆਮੀ ਉੱਤੇ ਹੱਥ ਨਾ ਚਲਾਵਾਂਗਾ, ਹਾਂ, ਕਿਉਂ ਜੋ ਉਹ ਯਹੋਵਾ ਦਾ ਮਸਾ ਕੀਤਾ ਹੋਇਆ ਹੈ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਇਹ ਪਰਮੇਸ਼ਵਰ ਦਾ ਦਾਸ ਹੈ ਜਿਸ ਦਾ ਪਰਮੇਸ਼ਵਰ ਨੇ ਅਭਿਸ਼ੇਕ ਕੀਤਾ ਗਾ। ਕੀ ਕਹਿੰਦਾਗਾ, ਬੇਸ਼ੱਕ ਮੇਰੇ ਪਰਮੇਸ਼ਵਰ ਨੇ ਸੌਲ ਤੈਨੂੰ ਮੇਰੇ ਹਵਾਲੇ ਕੀਤਾ ਸੀਗਾ, ਮੇਰੇ ਪਰਮੇਸ਼ਵਰ ਨੇ ਤੈਨੂੰ ਮੇਰੇ ਕੋਲ ਭੇਜ ਦਿੱਤਾ ਸੀਗਾ। ਮੈਂ ਚਾਹੁੰਦਾ ਤਾਂ ਤੈਨੂੰ ਉਸ ਟਾਈਮ ਨਾਸ਼ ਕਰ ਸਕਦਾ ਸੀਗਾ, ਮੈਂ ਚਾਹੁੰਦਾ ਤਾਂ ਤੈਨੂੰ ਮੈਂ ਖਤਮ ਕਰ ਸਕਦਾ ਸੀਗਾ। ਮੇਰੇ ਸਾਥੀ ਲੋਕਾਂ ਨੇ ਵੀ ਕਿਹਾ ਕਿ ਮਾਰ ਦੇ, ਕੱਲਾ ਹੀ ਹੈ, ਚੰਗਾ ਮੌਕਾ ਤੇਰੇ ਲਵੇ, ਤੂੰ ਕਿਹੜਾ ਮੈਨੂੰ ਦੇਖਦਾ ਸੀਗਾ, ਲੇਕਿਨ ਮੈਂ ਤੈਨੂੰ ਦੇਖ ਚੁੱਕਿਆ ਸੀਗਾ। ਲੇਕਿਨ ਨਹੀਂ, ਮੈਂ ਨਹੀਂ ਚਾਹੁੰਦਾ ਕਿ ਜੋ ਪਰਮੇਸ਼ਵਰ ਦਾ ਮਸਾ ਕੀਤਾ ਹੋਇਆ ਸੀ, ਅੱਜ ਨਹੀਂ ਹੈ ਕੋਈ ਗੱਲ ਨਹੀਂ, ਲੇਕਿਨ ਕਦੇ ਤਾਂ ਪਰਮੇਸ਼ਵਰ ਨੇ ਤੈਨੂੰ ਮਸਾ ਕੀਤਾ ਸੀਗਾ, ਮੈਂ ਤੇਰੇ ਉੱਪਰ ਆਪਣਾ ਹੱਥ ਚਲਾਵਾਂ। ਇਹ ਇੱਕ ਪਰਮੇਸ਼ਵਰ ਦਾ ਦਾਸ ਹੈ। ਲੇਕਿਨ ਅੱਜ ਦੇ ਦਾਸ ਲੋਕਾਂ ਨੂੰ, ਅੱਜ ਦੇ ਸੇਵਕ ਲੋਕਾਂ ਨੂੰ ਦੇਖੋ, ਮੌਕਾ ਮਿਲਣਾ ਚਾਹੀਦਾ ਹੈਗਾ। ਅੱਜ ਦੇ ਸੇਵਕ ਲੋਕਾਂ ਨੂੰ ਮੌਕਾ ਮਿਲਣਾ ਚਾਹੀਦਾ ਹੈਗਾ। ਇੱਕ ਵਾਰ ਅਸੀਂ ਕਿਸੇ ਚਰਚ ਵਿੱਚ ਕਿਸੇ ਪਰਿਵਾਰ ਵਿੱਚ ਚਲੇ ਗਏ, ਮੈਂ ਤੇ ਮੇਰੇ ਨਾਲ ਪਾਸਟਰ ਜੀ, ਅਸੀਂ ਦੋਨੋਂ ਚਲੇ ਗਏ। ਉਸ ਪਰਿਵਾਰ ਦੇ ਲੋਕਾਂ ਨੇ ਸਾਨੂੰ ਚੰਗਾ ਪਿਆਰ ਦਿੱਤਾ, ਮਤਲਬ ਅਸੀਂ ਉਸ ਪਰਿਵਾਰ ਵਿੱਚ ਜਾਂਦੇ ਸੀਗੇ ਤੇ ਉਹ ਲੋਕ ਸਾਡੇ ਕੋਲੋਂ ਹਰ ਵਾਰ ਕੁਛ ਨਾ ਕੁਛ ਸਿੱਖਦੇ ਸੀਗੇ। ਤੇ ਉਸ ਦਿਨ ਵੀ ਉਹਨਾਂ ਲੋਕਾਂ ਨੇ ਕਿਹਾ ਵੀ ਅਸੀਂ ਅੱਜ ਇਕੱਠੇ ਹੋਣ ਵਾਲੇ ਆ, ਤੁਸੀਂ ਰੁਕੋ ਸਾਡੇ ਲਈ, ਸਾਨੂੰ ਕੁਛ ਸਿਖਾ ਕੇ ਜਾਓ। ਤੇ ਚਲੋ ਪਾਸਟਰ ਜੀ ਬਹੁਤ ਖੁਸ਼ ਹੋਏ, ਮੈਂ ਵੀ ਖੁਸ਼ ਹੋਇਆ। ਚਲੋ ਅੱਜ ਫਿਰ ਕੁਛ ਮੌਕਾ ਮਿਲ ਗਿਆ ਸਾਨੂੰ। ਅਸੀਂ ਬੈਠੇ ਤੇ ਸੰਗਤ ਦੇ ਲੋਕ ਆ ਰਹੇ ਸੀਗੇ, ਸੰਗਤ ਦੇ ਲੋਕ ਆ ਰਹੇ ਨੇ, ਤੇ ਇੰਨੇ ਨੂੰ ਉਹਨਾਂ ਦਾ ਪਾਸਟਰ ਵੀ ਆ ਗਿਆ। ਤੇ ਹੁਣ ਉਹ ਲੋਕ ਡਰ ਗਏ ਸਾਰੇ, ਉਹ ਤਾਂ ਇੱਕ ਦੂਜੇ ਨੂੰ ਦੇਖਣ ਲੱਗੇ ਵੀ ਪਾਸਟਰ ਆ ਗਿਆ, ਹੁਣ ਕੀ ਬਣੂ, ਹੁਣ ਕੀ। ਅਸੀਂ ਤਾਂ ਆਰਾਮ ਨਾਲ ਬੈਠੇ ਕਮਰੇ 'ਚ, ਸਾਨੂੰ ਆ ਕੇ ਕਹਿਣ ਲੱਗੇ ਸਾਡਾ ਪਾਸਟਰ ਆ ਗਿਆ। ਤੇ ਅਸੀਂ ਕਿਹਾ ਕੋਈ ਬਾਤ ਨਹੀਂ, ਜਾ ਕੇ ਆ ਜਾਣ, ਕੋਈ ਗੱਲ ਨਹੀਂ। ਤੇ ਅਸੀਂ ਬੈਠੇ ਤੇ ਚਲੋ ਅਸੀਂ ਦੇਖਿਆ ਵੀ ਕਮਰਾ ਛੋਟਾ ਗਾ ਤੇ ਸੰਗਤ ਜ਼ਿਆਦਾ ਹੋ ਚੁੱਕੀ ਹੈ।
ਤੇ ਹੋਇਆ ਕੀ, ਉਹਨੂੰ ਬਜ਼ੁਰਗ ਪਾਸਟਰ ਨੇ ਤਕਰੀਬਨ ਮੇਰੇ ਹਿਸਾਬ ਨਾਲ 60-65 ਦੇ ਹੋਣਗੇ, 60-65 ਦੇ ਨੇੜੇ ਤੇੜੇ ਬਜ਼ੁਰਗ ਪਾਸਟਰ, ਜਦ ਉਹ ਆਏ ਉਹ ਸਾਡੇ ਕੋਲ ਬੈਠ ਗਏ। ਅਸੀਂ ਤਾਂ ਥੱਲੇ ਬੈਠੇ ਸੀਗੇ, ਮਤਲਬ ਆਰਾਧਨਾ ਕਰਨ ਦੇ ਲਈ, ਵਚਨ ਦੇਣ ਦੇ ਲਈ, ਤੇ ਉਹ ਪਾਸਟਰ ਜੀ ਆ ਕੇ ਸੋਫੇ ਉੱਪਰ ਬੈਠ ਗਏ। ਤੇ ਸੰਗਤ ਦੇ ਲੋਕ ਕਹਿੰਦੇ ਵੀ ਇੱਥੇ ਜਗ੍ਹਾ ਘੱਟ ਹੈ, ਆਪਾਂ ਬਾਹਰ ਬੈਠਦੇ ਹਾਂ। ਅਸੀਂ ਕਿਹਾ ਠੀਕ ਹੈ ਚਲੋ ਕੋਈ ਗੱਲ ਨਹੀਂ। ਹੁਣ ਮੈਨੂੰ ਤਾਂ ਪਤਾ ਗਾ, ਮੇਰੀ ਤਾਂ ਪਹਿਲਾਂ ਹੀ ਮੁਲਾਕਾਤ ਹੋਈ ਉਹਨਾਂ ਨਾਲ। ਮੈਂ ਤਾਂ ਜਲਦੀ ਬੈਗ ਚੱਕਿਆ, ਮੈਂ ਜਾਣ ਲੱਗਿਆ, ਤੇ ਪਾਸਟਰ ਜੀ ਇਹ ਸਲੋ ਹੋ ਗਏ। ਮੈਂ ਕਿਹਾ ਜਲਦੀ ਨਿਕਲ, ਮੈਨੂੰ ਪਤਾ ਕਿ ਇੱਥੇ ਗੜਬੜੀ ਹੋਣਗੀ ਹੁਣ। ਤੇ ਉਹਨਾਂ ਨੇ ਆਵਾਜ਼ ਮਾਰ ਲਈ, ਕਹਿੰਦਾ ਰੁਕੋ। ਫਿਰ ਸਾਨੂੰ ਰੁਕਣਾ ਪਿਆ। ਕਹਿੰਦਾ ਤੁਸੀਂ ਇੱਥੇ? ਮੈਂ ਕਿਹਾ ਜੀ ਇੱਥੇ ਆਏ ਸੀ ਮਿਲਣ ਵਾਸਤੇ। ਕਿਹਨੂੰ ਪੁੱਛ ਕੇ ਆਏ ਹੋ? ਭਾਈ ਕਿਸੇ ਨੂੰ ਪੁੱਛ ਕੇ ਨਹੀਂ ਆਏ। ਮੈਨੂੰ ਕਿਹਾ ਮੈਂ ਤਾਂ ਪਹਿਲਾਂ ਨਿਕਲ ਆਉਂਦਾ ਪਹਿਲਾਂ ਯਾਰ ਹੈ। ਤੇ ਕਹਿੰਦਾ ਕਿਹਨੂੰ ਪੁੱਛ ਕੇ ਆਏ ਹੋ? ਅਸੀਂ ਅੰਦਰ ਹੀ ਹਾਂ, ਬਾਕੀ ਸੰਗਤ ਬਾਹਰ ਬੈਠੀ ਹੈ, ਕਿਹਨੂੰ ਪੁੱਛ ਕੇ ਆਏ ਹੋ? ਮੈਂ ਕਿਹਾ ਕਿਸੇ ਨੂੰ ਨਹੀਂ ਪੁੱਛ ਕੇ ਆਏ, ਤੁਹਾਨੂੰ ਪਤਾ ਹੈ ਸੰਗਤ ਕਿਹਦੀ ਹੈ। ਤੇ ਅਸੀਂ ਕੁਝ ਨਹੀਂ ਬੋਲੇ। ਇਹ ਕਹਿੰਦਾ ਚੱਲੀਏ। ਮੈਂ ਖੜ ਜਾ ਹੁਣ 2 ਮਿੰਟ, ਹੁਣ ਮੈਂ ਜਾਣਾ ਨਹੀਂ ਹੈ, ਆਪਾਂ ਗੱਲ ਕਰਕੇ ਜਾਵਾਂਗੇ। ਹੁਣ ਉਹ ਕਾਫੀ ਗਰਮ ਹੋਣ ਲੱਗੇ। ਹੁਣ ਸੰਗਤ ਦੇ ਲੋਕ ਬਾਹਰ ਬੈਠੇ ਨੇ, ਸਾਨੂੰ ਕਹਿੰਦੇ, ਮਤਲਬ ਬਜ਼ੁਰਗ ਕਾਫੀ ਨੇ 60-65 ਸਾਲ ਦੇ, ਮੈਨੂੰ ਕਹਿੰਦਾ ਭੱਜੋ ਇੱਥੋਂ ਦੀ ਲੜਾਈ ਹੋ ਜੂ। ਇਹ ਕਹਿੰਦਾ ਚੱਲੀਏ। ਮੈਂ ਜਾਣਾ ਨਹੀਂ ਹੈ, ਹੁਣ ਦੇਖ ਕੀ ਹੁੰਦਾ ਉੱਥੇ। ਤੇ ਇਹਨਾਂ ਨੇ ਮੈਨੂੰ ਘੱਟੋ ਘੱਟ 6-7 ਵਾਰ ਕਿਹਾ ਚੱਲਦੇ ਹਾਂ। ਮੈਂ ਨਹੀਂ ਹੁਣ ਜਾਣਾ ਨਹੀਂ, ਆਪਾਂ ਇੱਥੇ ਰੁਕ ਕੇ ਚੱਲਦੇ ਹਾਂ। ਤੇ ਚਲੋ ਸੰਗਤ ਦੇ ਲੋਕ ਵੀ ਆ ਗਏ ਅੰਦਰ ਹੀ, ਤੇ ਉਹਨਾਂ ਨੇ ਕਾਫੀ ਕਿਹਾ ਪਾਸਟਰ ਨੂੰ ਵੀ ਪਾਸਟਰ ਸਾਹਿਬ ਕੋਈ ਗੱਲ ਨਹੀਂ, ਆਏ ਨੇ ਸਾਡੇ ਘਰੇ, ਤੇ ਇਹਨਾਂ ਨੂੰ ਕੁਝ ਸੁਣਦੇ ਆਪਾਂ ਕੀ ਕਹਿੰਦੇ ਨੇ। ਇਹ ਕਹਿੰਦਾ ਜਾਂ ਤਾਂ ਇਹ ਰਹਿਣਗੇ ਜਾਂ ਮੈਂ ਰਹੂੰ। ਤੇ ਪਾਸਟਰ ਹੁਣ ਦੇਖੋ, ਉਹ ਤਾਂ ਕਾਫੀ ਪੁਰਾਣੇ ਪਾਸਟਰ ਨਾਲ ਵੀ, ਔਰ ਉਹਨਾਂ ਦੇ ਲੋਕਾਂ ਦੇ ਜੀਵਨਾਂ ਵਿੱਚ ਕਾਫੀ ਚਮਤਕਾਰ ਹੋ ਚੁੱਕੇ ਨੇ। ਤੇ ਜਦ ਉਹਨਾਂ ਨੇ, ਫਿਰ ਮੈਂ ਵੀ ਖੜਾ ਹੋ ਗਿਆ ਉਹਨਾਂ ਨਾਲ, ਜੋ ਪਰਿਵਾਰ ਦੇ ਲੋਕ ਸੀਗੇ। ਪਾਸਟਰ ਨੇ ਭੱਜੋ, ਉਹਨਾਂ ਦੇ ਸਾਹਮਣੇ ਕਹਿੰਦਾ, ਮੈਂ ਪਾਸਟਰ ਮੈਂ ਤੁਹਾਡੇ ਕਹਿ ਕੇ ਨਹੀਂ ਜਾਂਦਾ। ਮੈਂ ਕਿਹਾ ਪਰਿਵਾਰ ਦੇ ਲੋਕ ਮੈਨੂੰ ਕਹਿ ਦੇਣ ਫਿਰ ਜਾਊਂ ਮੈਂ। ਜਿਸ ਤਰ੍ਹਾਂ ਚੱਲੀਏ। ਮੈਂ ਜਾਣਾ ਨਹੀਂ ਹੈ, ਮੈਂ ਜਾਣਾ ਨਹੀਂ, ਹੁਣ ਦੇਖ ਕੀ ਹੁੰਦਾ ਇੱਥੇ। ਤੇ ਮੈਂ ਤੁਸੀਂ ਜੋ ਮਰਜ਼ੀ ਕਹੋ, ਮੈਂ ਤੁਹਾਡੇ ਕਹਿ ਨਹੀਂ ਜਾਂਦਾ। ਅਗਰ ਪਰਿਵਾਰ ਦੇ ਲੋਕ ਸਾਨੂੰ ਕਹਿਣਗੇ ਮੈਂ ਤਾਂ ਜਾਊਂ। ਹੁਣ ਉਹ ਲੋਕ ਸਾਡੀ ਬਰਾਦਰੀ ਦੇ ਲੋਕ ਸੀਗੇ, ਹੁਣ ਉਹਨਾਂ ਨੂੰ ਇਹ ਵੀ ਲੱਗੇ ਡਰ ਵੀ ਅਸੀਂ ਕਿਵੇਂ ਕਹੀਏ ਹੈ। ਚਲੋ ਜੋ ਵੀ ਹੋਇਆ, ਹੁਣ ਪਾਸਟਰਾਂ ਤੁਸੀਂ ਨਹੀਂ ਜਾਂਦੇ, ਉਹ ਆਪ ਚਲਾ ਗਿਆ ਬਾਹਰ ਜੀ, ਮੇਨ ਗੇਟ 'ਤੇ ਚਲਾ ਗਿਆ। ਫਿਰ ਸੰਗਤ ਦੇ ਲੋਕ ਪਿੱਛੇ ਗਏ ਉਹਦੇ, ਉਹਨੂੰ ਜਿਵੇਂ ਕਿਵੇਂ ਮਿੰਨਤਾਂ ਤਰਲਾਂ ਕੀਤੀਆਂ ਉਹਦੀਆਂ, ਉਹਨੂੰ ਵਾਪਸ ਲੈ ਕੇ ਆਏ। ਫਿਰ ਬਹਿ ਕੇ ਬੰਦਗੀ ਦੇ ਵਿੱਚ ਆਰਾਧਨਾ ਕਰਾਈ ਉਹਨਾਂ ਨੇ। ਤੇ ਇਸ ਤੋਂ ਬਾਅਦ ਫਿਰ ਪਾਸਟਰ ਜੀ ਮੈਨੂੰ ਕਿਹਾ, ਕਹਿੰਦਾ ਬਚਨ ਤੁਸੀਂ ਦਿਓ। ਚਲੋ ਮੈਂ ਕੋਈ ਗੱਲ ਨਹੀਂ, ਬਚਨ ਦੇਵਾਂਗੇ। ਤੇ ਫਿਰ ਪਾਸਟਰ ਜੀ ਬੈਠੇ ਸੀਗੇ, ਜੋ ਆਰਾਧਨਾ ਸਮਾਪਤ ਹੋਈ ਉਸ ਤੋਂ ਬਾਅਦ ਪੁੱਛਿਆ ਵੀ ਹਾਂਜੀ ਵਚਨ, ਮੈਂ ਪਾਸਟਰ ਸਾਹਿਬ ਕੁਝ ਸਿਖਾਓ ਸਾਨੂੰ। ਕਹਿੰਦਾ ਮੈਂ ਨਹੀਂ ਸੁਣਾਉਣਾ। ਮੈਂ ਬੋਲਿਆ ਨਹੀਂ, ਗਰਦਨ ਨਹੀਂ ਹਿਲਾਤੀ, ਕਹਿੰਦਾ ਮੈਂ ਨਹੀਂ। ਕਹਿੰਦਾ ਤੁਸੀਂ ਦੱਸੋ। ਚਲੋ ਮੈਂ ਠੀਕ ਹੈ। ਤੇ ਅਸੀਂ ਵਚਨ ਦਿੱਤਾ। ਉਸ ਤੋਂ ਬਾਅਦ ਵਚਨ ਦੇਣ ਤੋਂ ਬਾਅਦ ਅਸੀਂ ਉੱਥੋਂ ਚੱਲੇ, ਉਹ ਚਲੇ ਗਏ। ਕਹਿੰਦਾ ਤੁਸੀਂ ਬੈਠੋਗੇ? ਮੈਂ ਅਸੀਂ ਬੈਠਾਂਗੇ। ਉਹ ਮਾਰੀ ਕਿੱਕ, ਉਹ ਚਲੇ ਗਏ ਉੱਥੋਂ। ਤੇ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਵਿਰੋਧ ਕੀਤਾ। ਮਤਲਬ ਦੇਖੋ ਐਸੇ ਸੇਵਕ ਨੇ, ਮਤਲਬ ਕਦੇ ਵੀ ਕਿਸੇ ਨੂੰ ਕੋਈ ਮੌਕਾ ਮਿਲੇ ਤਾਂ ਉਹ ਮੌਕਾ ਜਾਣ ਨਹੀਂ ਦਿੰਦੇ। ਮੈਨੂੰ ਕਹਿੰਦੇ, ਸਾਨੂੰ ਕਹਿੰਦੇ ਦੋਹਾਂ ਨੂੰ, ਕਹਿੰਦੇ ਭੱਜੋ ਨਹੀਂ ਲੜਾਈ ਹੋ ਜੂਗੀ। ਹੁਣ ਦੇਖੋ ਐਸੇ ਸੇਵਕ ਨੇ। ਇੱਕ ਇਹ ਸੀ ਪਰਮੇਸ਼ਵਰ ਦਾ ਸੇਵਕ। ਇਹ ਕੀ ਕਹਿੰਦਾ ਸੀਗਾ? ਮੈਂ ਚਾਹੁੰਦਾ ਤਾਂ ਤੈਨੂੰ ਮੈਂ ਨਾਸ਼ ਕਰ ਸਕਦਾ ਸੀਗਾ, ਮੈਂ ਚਾਹੁੰਦਾ ਤਾਂ ਮੈਂ ਤੈਨੂੰ ਖਤਮ ਕਰ ਸਕਦਾ ਸੀਗਾ, ਕਿਉਂਕਿ ਮੇਰੇ ਪਰਮੇਸ਼ਵਰ ਨੇ ਤੈਨੂੰ ਮੇਰੇ ਹੱਥਾਂ ਵਿੱਚ ਦੇ ਦਿੱਤਾ ਸੀਗਾ। ਤੂੰ ਤਾਂ ਬੇਵੱਸ ਸੀਗਾ, ਤੂੰ ਕਿਹੜਾ ਲੜਨ ਦੇ ਲਈ ਅੰਦਰ ਆਇਆ ਸੀਗਾ, ਔਰ ਤੈਨੂੰ ਤਾਂ ਪਤਾ ਵੀ ਨਹੀਂ ਸੀਗਾ। ਲੇਕਿਨ ਇਹ ਵੀ ਇੱਕ ਪਰਮੇਸ਼ਵਰ ਦਾ ਦਾਸ ਹੈ, ਪਰਮੇਸ਼ਵਰ ਦਾ ਦਾਸ ਹੈ। ਕੀ ਕਹਿ ਰਿਹਾ ਹੈਗਾ ਕਿ ਸੌਲ, ਮੇਰੇ ਪਰਮੇਸ਼ਵਰ ਨੇ ਤੈਨੂੰ ਮੇਰੇ ਹੱਥਾਂ ਵਿੱਚ ਦੇ ਦਿੱਤਾ ਸੀਗਾ। ਲੇਕਿਨ ਦਾਊਦ ਨੇ ਕੀ ਕੀਤਾ? ਉਹਦੇ ਉੱਪਰ ਰਹਿਮ ਕੀਤਾ। ਉਹਦੇ ਉੱਪਰ ਕੀ ਕੀਤਾ? ਤਰਸ ਕੀਤਾ। ਆਪਾਂ ਦੇਖਾਂਗੇ ਪਹਿਲਾ ਸੈਮੂਅਲ ਉਹਦਾ 26 ਇੱਕ ਵਾਰ ਫਿਰ ਇੱਥੇ ਇਹੀ ਇਸ ਤਰ੍ਹਾਂ ਹੀ ਹੋਇਆ ਕਿ ਜੋ ਸੌਲ ਸੀਗਾ ਉਹ ਤਾਂ ਹੁਣ ਦਾਊਦ ਦਾ ਦੁਸ਼ਮਣ ਬਣ ਚੁੱਕਿਆ ਸੀਗਾ। ਉਹ ਤਾਂ ਦਾਊਦ ਨੂੰ ਕਿਸੇ ਨਾ ਕਿਸੇ ਤਰ੍ਹਾਂ ਖਤਮ ਹੀ ਕਰ ਦੇਣਾ ਚਾਹੁੰਦਾ ਸੀਗਾ। ਉਹ ਤਾਂ ਚਾਹੁੰਦਾ ਸੀਗਾ ਕਿ ਦਾਊਦ ਨੂੰ ਉਹ ਮਾਰ ਹੀ ਦੇਵੇ, ਦਾਊਦ ਨੂੰ ਉਹ ਮਾਰ ਹੀ ਦੇਵੇ। ਤਾਂ ਫਿਰ ਕੀ ਹੋਇਆ ਆਪਾਂ ਪੜਾਂਗੇ 26:7। ਸੋ ਦਾਊਦ ਅਤੇ ਅਬੀਸਈ ਰਾਤ ਨੂੰ ਉਹਨਾਂ ਲੋਕਾਂ ਵਿੱਚ ਜਾ ਪਏ ਅਤੇ ਵੇਖੋ ਉਸੇ ਵੇਲੇ ਸੌਲ ਗੱਡੀਆਂ ਦੇ ਥਾਂ ਵਿੱਚ ਸੁੱਤਾ ਪਿਆ ਸੀ। ਹੁਣ ਦੇਖੋ ਹਾਂ ਅੱਛਾ ਫਿਰ ਅਤੇ ਉਹਦੀ ਬਾਛੀ ਉਹਦੀ ਸਿਰ ਹਾਦੀ ਧਰਤੀ ਵਿੱਚ ਗੱਡੀ ਹੋਈ ਸੀ ਅਤੇ ਅਬੀਨੇਰ ਅਤੇ ਸਿਪਾਹੀ ਉਹਦੇ ਉਦਾਲੇ ਪਏ ਹੋਏ ਸਨ। ਹੁਣ ਦੇਖੋ ਇੱਕ ਵਾਰ ਫਿਰ ਸੌਲ ਕਿੱਥੇ ਪਿਆ ਹੋਇਆ ਰਾਤ ਨੂੰ, ਦਾਊਦ ਨੇ ਦੇਖ ਲਿਆ। ਦਾਊਦ ਨੇ ਕਿ ਆਪਣੇ ਸਾਥੀਆਂ ਵਿੱਚੋਂ ਕਿਹਾ ਕਿ ਹੈ ਕੋਈ ਮੇਰੇ ਨਾਲ ਜਾਣ ਦੇ ਲਈ ਉੱਥੇ? ਤਾਂ ਇੱਕ ਇਨਸਾਨ ਸੀਗਾ, ਉਹ ਕਹਿੰਦਾ ਮੈਂ ਚੱਲਦਾ ਤੁਹਾਡੇ ਨਾਲ। ਤਾਂ ਉਹ ਚਲੇ ਗਏ ਉੱਥੇ। ਔਰ ਜਦ ਦੇਖਿਆ ਸੌਲ ਤਾਂ ਬਿਲਕੁਲ ਸ਼ਾਂਤੀ ਨਾਲ ਸੁੱਤਾ ਪਿਆਗਾ, ਉਸਨੂੰ ਤਾਂ ਕੋਈ ਫਿਕਰ ਨਹੀਂ,
ਉਸ ਨੂੰ ਤਾਂ ਕੋਈ ਵੀ ਡਰ ਨਹੀਂ ਹੈ, ਉਹ ਤਾਂ ਬੜੇ ਆਰਾਮ ਨਾਲ ਸੁੱਤਾ ਪਿਆਗਾ ਉੱਥੇ। ਔਰ ਜਦ ਉੱਥੇ ਸੁੱਤਾ ਪਿਆਗਾ ਤਾਂ ਫਿਰ ਉਹਦੇ ਕੋਲ ਕੀ ਪਈ ਹੈ? ਉਹਦੀ ਬਰਛੀ ਇਸ ਤਰ੍ਹਾਂ ਗੱਡੀ ਹੋਈ ਹੈ ਜ਼ਮੀਨ ਦੇ ਵਿੱਚ। ਇੱਕ ਉਹਦੇ ਕੋਲ ਕੀ ਪਈ ਹੈ? ਉਹਦੀ ਗੜਵੀ ਪਈ ਹੈ, ਕੋਈ ਬਰਤਨ ਪਿਆਗਾ। ਫਿਰ ਕੀ ਹੋਇਆ ਅੱਗੇ? ਤਦ ਅਬੀਸਈ ਨੇ ਦਾਊਦ ਨੂੰ ਆਖਿਆ, ਪਰਮੇਸ਼ਰ ਨੇ ਅੱਜ ਤੁਹਾਡੇ ਵੈਰੀ ਨੂੰ ਤੁਹਾਡੇ ਹੱਥ ਕਰ ਦਿੱਤਾ। ਹੈਂ? ਜੇ ਹੁਣ ਆਗਿਆ ਕਰੋ ਤਾਂ ਮੈਂ ਉਹਨੂੰ ਬਾਛੀ ਦਾ ਇੱਕੋ ਵਾਰ ਮਾਰ ਕੇ ਧਰਤੀ ਨਾਲ ਵਿੰਨਾ ਅਤੇ ਮੈਂ ਉਹਨੂੰ ਦੂਜੀ ਵਾਰ ਨਾ ਮਾਰਾਂਗਾ। ਸਾਰੇ ਬੋਲੋ ਹਾਲੇਲੂਇਆ। ਦਾਊਦ ਕੁਝ ਨਹੀਂ ਬੋਲ ਰਿਹਾ। ਉਹਦਾ ਸਾਥੀ ਹੈ ਜੋ ਅਬੀਨੇਰ, ਉਹ ਕੀ ਕਹਿੰਦਾਗਾ? ਹੇ ਸਵਾਮੀ, ਹੇ ਦਾਊਦ, ਦੇਖ ਜੋ ਤੇਰਾ ਦੁਸ਼ਮਣ ਹੈ ਉਹਦਾ ਕੈਸੀ ਨੀਂਦ ਸੁੱਤਾ ਪਿਆਗਾ। ਮੈਨੂੰ ਇੱਕ ਵਾਰ ਮੌਕਾ ਦੇ ਦੇ ਕਿ ਮੈਂ ਕੀ ਕਰਾਂ, ਇੱਕ ਵਾਰ ਹੀ ਇਹਦੇ ਤਲਵਾਰ ਮਾਰਾਂ ਔਰ ਦੂਜੀ ਵਾਰ ਮੈਨੂੰ ਮਾਰਨ ਦੀ ਲੋੜ ਨਹੀਂ ਪੈਣੀ। ਮਤਲਬ ਮੈਂ ਉੱਪਰ ਦੀ ਤਲਵਾਰ ਮਾਰਾਂਗਾ, ਜ਼ਮੀਨ ਦੇ ਵਿੱਚ ਵੀ ਤਲਵਾਰ ਨੂੰ ਮੈਂ ਕੱਢ ਦਿਆਂਗਾ। ਤਾਂ ਫਿਰ ਕੀ ਹੋਇਆ ਕਿ ਦੂਜੀ ਵਾਰ ਮੈਂ ਇਹਨੂੰ ਮਾਰਾਂ ਹੀ ਨਾ। ਮਤਲਬ ਇਹ ਵੀ ਕੀ ਹੈ? ਮੌਕਾ ਮਿਲ ਗਿਆ ਤੁਹਾਨੂੰ, ਪਰਮੇਸ਼ਵਰ ਨੇ ਤੁਹਾਨੂੰ ਇਹ ਮੌਕਾ ਦੇ ਦਿੱਤਾਗਾ। ਫਿਰ ਕੀ ਹੋਇਆ? ਪਰ ਦਾਊਦ ਨੇ ਅਬੀਸਈ ਨੂੰ ਆਖਿਆ, ਉਹਨੂੰ ਨਾ ਮਾਰ, ਹਾਂ। ਕਿਉਂ ਜੋ ਯਹੋਵਾ ਦੇ ਮਸੇ ਹੋਏ ਉੱਤੇ ਕਿਹੜਾ ਹੈ ਜੋ ਹੱਥ ਚੁੱਕੇ ਅਤੇ ਬੇਦੋਸ਼ਾ ਠਹਿਰੇ। ਸਾਰੇ ਬੋਲੋ ਹਾਲੇਲੂਇਆ। ਦਾਊਦ ਕਹਿੰਦਾ ਵੀ ਦੇਖੋ ਉਹ ਤਾਂ ਪਰਮੇਸ਼ਵਰ ਦਾ ਅਭਿਸ਼ੇਕ ਕੀਤਾ ਹੋਇਆ ਦਾਸ ਸੀ, ਅੱਜ ਨਹੀਂ ਰਿਹਾ ਕੋਈ ਗੱਲ ਨਹੀਂ, ਲੇਕਿਨ ਉਹ ਕਿਹੜਾ ਇਨਸਾਨ ਹੈ ਕਿ ਜਿਹੜਾ ਪਰਮੇਸ਼ਵਰ ਦੇ ਅਭਿਸ਼ੇਕ ਕੀਤੇ ਦਾਸ ਉੱਪਰ ਹੱਥ ਚੁੱਕੇ ਔਰ ਉਹ ਬੇਦੋਸ਼ਾ ਠਹਿਰ ਜਾਏ। ਮਤਲਬ ਤੈਨੂੰ ਕੋਈ ਲੋੜ ਨਹੀਂ ਉਸ ਨੂੰ ਮਾਰਨ ਦੀ, ਉਹ ਆਪੇ ਮਰ ਜਾਏਗਾ, ਜਿਵੇਂ ਮਰਜ਼ੀ ਮਰੇ, ਲੇਕਿਨ ਆਪਾਂ ਨੂੰ ਮਾਰ ਕੇ ਕੋਈ ਵੀ ਫਾਇਦਾ ਨਹੀਂ ਹੈ। ਫਿਰ ਦਾਊਦ ਨੇ ਇਹ ਵੀ ਆਖਿਆ, ਜਿਉਂਦੇ ਯਹੋਵਾ ਦੀ ਸਹੁੰ, ਜਾਂ ਤਾਂ ਉਹ ਨੂੰ ਯਹੋਵਾ ਆਪ ਮਾਰੇਗਾ, ਜਾਂ ਉਹਦੇ ਮਰਨ ਦਾ ਦਿਨ ਆਵੇਗਾ, ਜਾਂ ਉਹ ਲੜਾਈ ਵਿੱਚ ਜਾ ਕੇ ਮਾਰਿਆ ਜਾਵੇਗਾ। ਸਾਰੇ ਬੋਲੋ ਹਾਲੇਲੂਇਆ। ਮਤਲਬ ਦਾਊਦ ਨੇ ਫਿਰ ਮਨਾ ਕੀਤਾ। ਦਾਊਦ ਚਾਹੁੰਦਾ ਤਾਂ ਉਸਨੂੰ ਦੂਜੀ ਵਾਰ ਮਾਰ ਸਕਦਾ ਸੀਗਾ। ਦੇਖੋ ਇੱਕ ਵਾਰ ਤਾਂ ਉਹਨੇ ਮਾਫ ਕੀਤਾ, ਕਿਹਨੂੰ? ਸੌਲ ਨੂੰ। ਸੌਲ ਦਾ ਫਰਜ਼ ਸੀਗਾ ਕਿ ਹੁਣ ਦਾਊਦ ਦਾ ਪਿੱਛਾ ਛੱਡ ਦੇਵੇ। ਸੌਲ ਨੂੰ ਪਤਾ ਹੋਣਾ ਚਾਹੀਦਾਗਾ ਕਿ ਉਹ ਤਾਂ ਮੈਨੂੰ ਮਾਰਨਾ ਨਹੀਂ ਚਾਹੁੰਦਾ। ਦਾਊਦ ਕਿਹੜਾ ਮੇਰਾ ਦੁਸ਼ਮਣ ਹੈ? ਦੁਸ਼ਮਣ ਕੌਣ ਸੀਗਾ? ਦੁਸ਼ਮਣ ਤਾਂ ਸੌਲ ਸੀਗਾ। ਸੌਲ ਦੇ ਮਤਲਬ ਦਾਊਦ ਲਵੇ ਮੌਕਾ ਵੀ ਸੀਗਾ ਕਿ ਸੌਲ ਨੂੰ ਖਤਮ ਕਰ ਦੇਵੇ ਕਿਸੇ ਖੁੰਦਰ ਦੇ ਵਿੱਚ, ਕਿਸੇ ਗੁਫਾ ਦੇ ਵਿੱਚ। ਲੇਕਿਨ ਜਦ ਉਸਨੇ ਸਾਰੀ ਗੱਲ ਦੱਸੀ ਕਿ ਦੇਖ ਮੈਂ ਤੇਰੀ ਚੱਦਰ ਦਾ ਕੱਪੜਾ ਕੱਟ ਲਿਆਗਾ, ਮੈਂ ਤੇਰੇ ਕੱਪੜੇ ਵਿੱਚੋਂ ਕੱਟ ਲਿਆਗਾ, ਮੈਂ ਚਾਹੁੰਦਾ ਤੈਨੂੰ ਮਾਰ ਸਕਦਾ ਸੀਗਾ, ਤੇ ਸੌਲ ਦਾ ਫਰਜ਼ ਸੀਗਾ ਨਹੀਂ ਯਾਰ ਇਹ ਮੇਰਾ ਦੁਸ਼ਮਣ ਨਹੀਂ ਹੈ। ਲੇਕਿਨ ਸੌਲ ਨੇ ਦੂਜੀ ਵਾਰ ਫਿਰ ਉਸਦੇ ਉੱਪਰ ਇਸ ਤਰ੍ਹਾਂ ਹੀ ਕੀਤਾ, ਉਸ ਨੂੰ ਮਾਰਨ ਦੇ ਲਈ ਚਲਾ ਗਿਆ। ਤੇ ਫਿਰ ਦਾਊਦ ਨੇ ਦੇਖਿਆ ਕਿ ਹੁਣ ਫਿਰ ਮੌਕਾ ਸਾਡੇ ਲਵੇ ਕਿ ਸੌਲ ਨੂੰ ਮਾਰ ਦਈਏ, ਸੌਲ ਦਾ ਨਾਸ਼ ਕਰ ਦਈਏ। ਲੇਕਿਨ ਜਦ ਉਸਦੇ ਦਾਊਦ ਦੇ ਸਾਥੀ ਨੇ ਕਿਹਾ ਕਿ ਅਬੀਨੇਰ ਸੀ ਕਿ ਮੈਂ ਇਸਨੂੰ ਮਾਰ ਦਿੰਨਾਗਾ, ਤਾਂ ਦਾਊਦ ਨੇ ਮਨਾ ਕੀਤਾ, ਨਹੀਂ ਇਹ ਪਰਮੇਸ਼ਵਰ ਦਾ ਅਭਿਸ਼ੇਕ ਕੀਤਾ ਹੋਇਆ ਦਾਸ ਹੈ, ਇਹਦੇ ਉੱਪਰ ਹੱਥ ਚੁੱਕ ਕੇ ਕੋਈ ਵੀ ਇਨਸਾਨ ਬੇਦੋਸ਼ਾ ਨਹੀਂ ਹੈ। ਮਤਲਬ ਇਹਦੇ ਉੱਪਰ ਨਹੀਂ, ਪਰਮੇਸ਼ਵਰ ਦੇ ਕਿਸੇ ਵੀ ਦਾਸ ਦੇ ਉੱਪਰ ਹੱਥ ਚੁੱਕ ਕੇ ਕੋਈ ਵੀ ਇਨਸਾਨ ਬੇਦੋਸ਼ਾ ਨਹੀਂ ਠਹਿਰੇਗਾ। ਤਾਂ ਉਹਨਾਂ ਨੇ ਕੀ ਕੀਤਾ? ਨਿਸ਼ਾਨੀ ਦੇ ਲਈ ਕੀ ਕੀਤਾ? ਪੜੋ 10-11। ਪਰ ਯਹੋਵਾ ਨਾ ਕਰੇ ਜੋ ਮੈਂ ਯਹੋਵਾ ਦੇ ਮਸੇ ਹੋਏ ਉੱਤੇ ਹੱਥ ਚਲਾਵਾਂ। ਹੁਣ ਦੇਖੋ ਪਰਮੇਸ਼ਵਰ ਮਤਲਬ ਐਸਾ ਨਾ ਚਾਹੇ ਕਿ ਮੈਂ ਪਰਮੇਸ਼ਵਰ ਦੇ ਮਸਾ ਕੀਤੇ ਹੋਏ ਉੱਪਰ ਹੱਥ ਚੁੱਕਾਂ। ਇਹ ਵੀ ਇੱਕ ਪਰਮੇਸ਼ਵਰ ਦਾ ਦਾਸ ਰਿਹਾ। ਦੇਖੋ ਦਾਊਦ ਇਹ ਨਹੀਂ ਚਾਹੁੰਦਾ ਕਿ ਪਰਮੇਸ਼ਵਰ ਦੇ ਮਸਾ ਕੀਤੇ ਹੋਏ ਉੱਪਰ ਹੱਥ ਚੁੱਕੇ। ਪਰਮੇਸ਼ਵਰ ਤਾਂ ਐਸੇ ਲੋਕਾਂ ਦੀ ਗੱਲ ਕਰਦੇ ਨੇ ਕਿ ਐਸੇ ਸੇਵਕ ਲੋਕਾਂ ਦੇ ਵਿਰੋਧ ਵਿੱਚ ਨਾ ਜਾਓ, ਐਸੇ ਦਾਸ ਲੋਕਾਂ ਦੇ ਵਿਰੋਧ ਵਿੱਚ ਨਾ ਜਾਓ, ਜਿਹੜੇ ਲੋਕਾਂ ਦਾ ਮੈਂ ਅਭਿਸ਼ੇਕ ਕਰ ਚੁੱਕਿਆਂਗਾ, ਜਿਹੜੇ ਲੋਕ ਆਪਣੀ ਮਰਜ਼ੀ ਨਾਲ ਖੜੇ ਹੋ ਚੁੱਕੇ ਨੇ, ਜੋ ਲੋਕ ਪਰਮੇਸ਼ਵਰ ਦੇ ਵਚਨ ਨੂੰ ਸੱਚਾਈ ਨਾਲ ਨਹੀਂ ਦੱਸ ਰਹੇ, ਜੋ ਲੋਕਾਂ ਨੇ ਪਰਮੇਸ਼ਵਰ ਦੇ ਸਵਰਗ ਨੂੰ ਲੋਕਾਂ ਦੇ ਲਈ ਬੰਦ ਕੀਤਾ ਹੋਇਆਗਾ। ਪਰਮੇਸ਼ਵਰ ਐਸੇ ਲੋਕਾਂ ਦੀ ਗੱਲ ਨਹੀਂ ਕਰਦੇ। ਜੋ ਲੋਕ ਕਹਿੰਦੇ ਨੇ ਆਸ਼ੀਸ਼ ਮਿਲੇਗੀ, ਬਰਕਤ ਮਿਲੇਗਾ, ਵੀਜ਼ਾ ਮਿਲੇਗਾ, ਬੱਚੇ ਮਿਲਣਗੇ, ਪਰਮੇਸ਼ਵਰ ਐਸੇ ਲੋਕਾਂ ਦੀ ਗੱਲ ਨਹੀਂ ਕਰਦੇ। ਪਰਮੇਸ਼ਵਰ ਕਿਹੜੇ ਲੋਕਾਂ ਦੀ ਗੱਲ ਕਰਦੇ ਨੇ? ਜਿਹਦੀ ਪਰਮੇਸ਼ਵਰ ਨੇ ਅਭਿਸ਼ੇਕ ਕੀਤਾਗਾ, ਜਿਹਦਾ ਪਰਮੇਸ਼ਵਰ ਨੇ ਮਸਾ ਕੀਤਾਗਾ, ਜਿਸ ਤਰ੍ਹਾਂ ਦਾਊਦ ਦਾ ਮਸਾ ਕੀਤਾਗਾ। ਦਾਊਦ ਕੀ ਕਹਿੰਦਾਗਾ? ਨਹੀਂ ਮੈਂ ਪਰਮੇਸ਼ਵਰ ਦੇ ਮਸਾ ਕੀਤੇ ਹੋਏ ਉੱਪਰ ਹੱਥ ਨਹੀਂ ਚੁੱਕਣਾ। ਫਿਰ ਅੱਗੇ, ਪਰ ਤੂੰ ਉਹਦੀ ਸਰਹੱਦਿਓਂ ਇਹ ਬਾਛੀ ਅਤੇ ਪਾਣੀ ਦੀ ਗੜਬੀ ਨੂੰ ਚੁੱਕ ਲੈ ਅਤੇ ਅਸੀਂ ਤੁਰ ਪਈਏ। ਹਾਂ, ਉਹਦੇ ਕੋਲੋਂ ਇੱਕ ਬਰਛੀ ਚੱਕ ਲੈ, ਉਹਦੀ ਤਲਵਾਰ ਲੈ ਲੈ, ਇੱਕ ਭਾਂਡਾ ਹੈਗਾ ਉਹ ਗੜਬੀ ਲਿਖਿਆ ਹੋਇਆ, ਉਹ ਗੜਬੀ ਚੁੱਕ ਲੈ ਉੱਥੋਂ। ਔਰ ਉਸ ਤੋਂ ਬਾਅਦ ਇਹ ਚੀਜ਼ ਜਾ ਕੇ ਉਹਨਾਂ ਨੇ ਉੱਥੇ ਪੁਕਾਰੀ ਵੀ। ਫਿਰ ਪੜੋ ਅੱਗੇ। ਸੋ ਦਾਊਦ ਨੇ ਬਾਛੀ ਅਤੇ ਪਾਣੀ ਦੀ ਗੜਬੀ ਨੂੰ ਸੌਲ ਦੀ ਸਰਹੱਦਿਓਂ ਲੈ ਲਿਆ ਅਤੇ ਉਹ ਤੁਰ ਗਏ, ਅਤੇ ਕਿਸੇ ਮਨੁੱਖ ਨੇ ਵੀ ਇਹ ਨਾ ਵੇਖਿਆ ਅਤੇ ਨਾ ਹੀ ਜਾਤਾ ਅਤੇ ਕੋਈ ਨਾ ਜਾਗਿਆ, ਕਿਉਂ ਜੋ ਉਹ ਸਭ ਸੁੱਤੇ ਪਏ ਹੋਏ ਸਨ, ਇਸ ਕਰਕੇ ਜੋ ਯਹੋਵਾ ਵੱਲੋਂ ਉਹਨਾਂ ਉੱਤੇ ਭੂਖ ਨੀਂਦ ਆਈ ਹੋਈ ਸੀ। ਸਾਰੇ ਬੋਲੋ ਹਾਲੇਲੂਇਆ। ਹੁਣ ਜੋ ਸੌਲ ਰਾਜਾ ਸੀਗਾ ਉਹ ਇਕੱਲਾ ਨਹੀਂ ਆਇਆ ਸੀਗਾ ਮਾਰਨ ਦੇ ਲਈ ਦਾਊਦ ਨੂੰ, ਉਹਦੇ ਨਾਲ ਤਾਂ ਸੈਨਾ ਸੀ, ਉਹਦੇ ਨਾਲ ਤਾਂ ਬਹੁਤ ਸਾਰੇ ਲੋਕ ਸੀਗੇ। ਜਦ ਉਹ ਲੋਕ ਆਏ ਨੇ ਉੱਥੇ, ਉਹਨਾਂ ਲੋਕਾਂ ਨੇ ਗੱਲਾਂ ਵੀ ਕੀਤੀਆਂ ਨੇ ਉੱਥੇ, ਉਹਨਾਂ ਲੋਕਾਂ ਨੇ ਸਮਾਨ ਵੀ ਚੁੱਕਿਆ ਉੱਥੋਂ,
ਲੇਕਿਨ ਕਿਸੇ ਵੀ ਸਿਪਾਹੀ ਨੇ ਉੱਠ ਕੇ ਨਹੀਂ ਦੇਖਿਆ ਕਿ ਸਾਡਾ ਜੋ ਮਾਲਕ ਹੈ, ਸਾਡਾ ਜੋ ਸਵਾਮੀ ਹੈ, ਸਾਡਾ ਜੋ ਰਾਜਾ ਗਾ, ਉਹ ਕਿੱਥੇ ਹੈ। ਸਾਰੇ ਲੋਕ ਗੂੜੀ ਨੀਂਦ ਸੁੱਤੇ ਪਏ ਨੇ। ਔਰ ਜਦੋਂ ਵਾਪਸ ਜਾ ਰਹੇ ਨੇ ਕਿਸੇ ਨੂੰ ਪਤਾ ਨਹੀਂ ਲੱਗਿਆ ਕੌਣ ਆਇਆ ਕੌਣ ਗਿਆ। ਔਰ ਉਸ ਤੋਂ ਬਾਅਦ ਕੀ ਹੋਇਆ? ਫਿਰ ਦਾਊਦ ਪਰਲੇ ਪਾਸੇ ਲੰਘ ਕੇ ਦੂਰ ਇੱਕ ਪਹਾੜ ਦੀ ਟੀਸੀ ਉੱਤੇ ਜਾ ਖਲੋਤਾ ਅਤੇ ਉਹਨਾਂ ਦੇ ਵਿਚਕਾਰ ਵੱਡੀ ਵਿੱਥ ਸੀ। ਹਾਂ, ਦਾਊਦ ਫਿਰ ਉੱਠ ਕੇ ਚਲਾ ਗਿਆ ਉੱਥੋਂ ਔਰ ਦੂਰ ਚਲਾ ਗਿਆ। ਇੱਕ ਕਾਫੀ ਫਰਕ ਸੀਗਾ। ਇੱਕ ਗਰਾਊਂਡ ਕਹਿ ਸਕਦੇ ਹਾਂ, ਇੱਕ ਮੈਦਾਨ ਕਹਿ ਸਕਦੇ ਹਾਂ। ਮੈਦਾਨ ਦੇ ਇਸ ਪਾਸੇ ਦਾਊਦ, ਮੈਦਾਨ ਦੇ ਦੂਜੇ ਪਾਸੇ ਸਾਊਲ। ਤਾਂ ਫਿਰ ਕੀ ਹੋਇਆ? ਦਾਊਦ ਨੇ ਲੋਕਾਂ ਵੱਲ ਅਤੇ ਨੇਰ ਦੇ ਪੁੱਤਰ ਅਬੀਨੇਰ ਵੱਲ ਹਾਕਾ ਮਾਰ ਕੇ ਆਖਿਆ, ਹੇ ਅਬੀਨੇਰ, ਉੱਤਰ ਨਹੀਂ ਦਿੰਦਾ। ਤਦ ਅਬੀਨੇਰ ਨੇ ਉੱਤਰ ਦੇ ਕੇ ਆਖਿਆ, ਤੂੰ ਕੌਣ ਹੈ ਜੋ ਪਾਤਸ਼ਾਹ ਨੂੰ ਹਾਕਾ ਮਾਰਦਾ ਹੈ? ਤਦ ਦਾਊਦ ਨੇ ਅਬੀਨੇਰ ਨੂੰ ਆਖਿਆ, ਭਲਾ ਤੂੰ ਵੱਡਾ ਸੂਰਮਾ ਨਹੀਂ ਅਤੇ ਇਸਰਾਏਲ ਵਿੱਚ ਤੇਰੇ ਸਮਾਨ ਕੌਣ ਹੈ? ਫਿਰ ਕੀ ਹੋਇਆ ਜੋ ਤੂੰ ਆਪਣੇ ਸਵਾਮੀ ਪਾਤਸ਼ਾਹ ਦੀ ਰਾਖੀ ਨਹੀਂ ਕੀਤੀ? ਕਿਉਂ ਜੋ ਇਹਨਾਂ ਲੋਕਾਂ ਵਿੱਚੋਂ ਇੱਕ ਜਣਾ ਤੇਰੇ ਮਾਲਕ ਪਾਤਸ਼ਾਹ ਦੇ ਵੱਢਣ ਨੂੰ ਵੜ ਗਿਆ ਸੀ, ਸੋ ਇਹ ਕੰਮ ਤਾਂ ਤੈਂ ਕੁਝ ਚੰਗਾ ਨਹੀਂ ਕੀਤਾ। ਜਿਉਂਦੇ ਯਹੋਵਾ ਦੀ ਸਹੁੰ ਤੁਸੀਂ ਵੱਢਣ ਜੋਗੇ ਹੋ, ਕਿਉਂ ਜੋ ਤੁਸੀਂ ਆਪਣੇ ਮਾਲਕ ਦੀ ਜੋ ਯਹੋਵਾ ਦਾ ਮਸਾ ਕੀਤਾ ਹੋਇਆ ਹੈ ਰਾਖੀ ਨਹੀਂ ਕੀਤੀ। ਅਤੇ ਹੁਣ ਵੇਖੋ, ਪਾਤਸ਼ਾਹ ਦੀ ਬਰਛੀ ਅਤੇ ਪਾਣੀ ਦੀ ਗੜਵੀ ਜੋ ਉਹਦੇ ਸਰਾਣਿਓਂ ਕੋਲ ਸੀ ਕਿੱਥੇ ਹੈ? ਹੁਣ ਦੇਖੋ, ਬਸ ਅਗਰ ਕੋਈ ਚਾਹੇ ਤਾਂ ਕਰ ਜਾ ਕੇ ਪੜਿਓ। ਇੱਥੇ ਫਿਰ ਦਾਊਦ ਨੇ ਜ਼ੋਰ ਦੀ ਪੁਕਾਰ ਕੇ ਕਿਹਾ, ਹੇ ਅਬੀਨੇਰ, ਕੀ ਤੂੰ ਆਪਣੇ ਸਵਾਮੀ ਦੀ ਰਾਖੀ ਕਰਨ ਲਾਇਆ ਸੀਗਾ? ਤੁਸੀਂ ਆਏ ਹੋ ਜੋ ਮੈਨੂੰ ਮਾਰਨ ਦੇ ਲਈ? ਕੀ ਤੁਹਾਡੇ ਵਿੱਚੋਂ ਹੈ ਕੋਈ ਤੁਹਾਡੇ ਸਵਾਮੀ ਨੂੰ ਬਚਾ ਸਕੇ? ਦੇਖ, ਅੱਜ ਮੈਂ ਤੁਹਾਡੇ ਸਵਾਮੀ ਦੇ ਕੋਲੋਂ ਤੁਹਾਡੇ ਸਵਾਮੀ ਦੀ ਤਲਵਾਰ ਲੈ ਕੇ ਗਿਆਗਾ, ਉਹਦਾ ਭਾਂਡਾ ਲੈ ਕੇ ਗਿਆਗਾ। ਤੁਸੀਂ ਕਿੱਥੇ ਸੀਗੇ? ਕੀ ਐਸੇ ਰਾਖੇ ਤੁਸੀਂ ਕਿ ਆਪਣੇ ਸਵਾਮੀ ਦੀ ਤੁਸੀਂ ਰਾਖੀ ਨਹੀਂ ਕਰ ਸਕਦੇ? ਮੈਂ ਚਾਹੁੰਦਾ ਤਾਂ ਇਸ ਨੂੰ ਮਾਰ ਸਕਦਾ ਸੀਗਾ, ਮੇਰਾ ਸਾਥੀ ਚਾਹੁੰਦਾ ਇਸ ਨੂੰ ਮਾਰ ਸਕਦਾ ਸੀਗਾ, ਲੇਕਿਨ ਅਸੀਂ ਇਸ ਤਰ੍ਹਾਂ ਨਹੀਂ ਕੀਤਾ। ਹੁਣ ਇਹੀ ਗੱਲ ਜ਼ੋਰ ਜ਼ੋਰ ਦੀ ਦਾਊਦ ਬਾਦਸ਼ਾਹ ਬੋਲ ਰਿਹਾਗਾ। ਔਰ ਕਿਹਨੂੰ ਬੋਲ ਰਿਹਾਗਾ? ਉਹ ਤਾਂ ਸਾਊਲ ਰਾਜੇ ਨੂੰ ਸੁਣਾ ਰਿਹਾਗਾ, ਔਰ ਸਾਊਲ ਰਾਜੇ ਦੇ ਨਾਲ ਜੋ ਫੌਜ ਸੀ ਉਹਨਾਂ ਨੂੰ ਸੁਣਾ ਰਿਹਾਗਾ। ਔਰ ਜੋ ਦਾਊਦ ਦੇ ਨਾਲ ਸਿਪਾਹੀ ਆਇਆ, ਉਹਦਾ ਸਾਥੀ ਆਇਆ ਸੀਗਾ, ਉਹ ਤਾਂ ਅਬੀਸਈ ਸੀ। ਅਬੀਸਈ ਨੇ ਕਿਹਾ ਕਿ ਮੈਂ ਮਾਰਾਂਗਾ ਇਹਨੂੰ, ਲੇਕਿਨ ਉਸਨੇ ਕੀ ਕਿਹਾ ਦਾਊਦ ਨੇ ਕਿ ਮੇਰਾ ਇੱਕ ਸਾਥੀ ਸੀ, ਸਾਡੇ ਵਿੱਚ ਇੱਕ ਸੀਗਾ, ਉਹ ਤਾਂ ਚਾਹੁੰਦਾ ਤੇਰੇ ਮਾਲਕ ਨੂੰ, ਤੇਰੇ ਸਵਾਮੀ ਨੂੰ ਉਹ ਨਾਸ਼ ਕਰ ਸਕਦਾ ਸੀਗਾ, ਲੇਕਿਨ ਇਸ ਤਰ੍ਹਾਂ ਨਹੀਂ ਹੋਇਆ। ਦੇਖ, ਸਾਡੇ ਕੋਲ ਤੇਰੇ ਸਵਾਮੀ ਦਾ ਭਾਂਡਾ ਗਾ, ਸਾਡੇ ਕੋਲ ਤੇਰੇ ਸਵਾਮੀ ਦੀ ਤਲਵਾਰ ਹੈ, ਲੇਕਿਨ ਅਸੀਂ ਇਹ ਨਹੀਂ ਚਾਹੁੰਦੇ ਕਿ ਅਸੀਂ ਪਰਮੇਸ਼ਵਰ ਦੇ ਮਸਾ ਕੀਤੇ ਹੋਏ ਉੱਪਰ ਹੱਥ ਚੁੱਕੀਏ। ਅਸੀਂ ਇਹ ਨਹੀਂ ਚਾਹੁੰਦੇ। ਮਤਲਬ ਦੂਜੀ ਵਾਰ ਵੀ ਪਰਮੇਸ਼ਵਰ ਦੇ ਦਾਸ ਨੇ ਸਾਊਲ ਨੂੰ ਮਾਫ ਕਰਤਾ, ਸਾਊਲ ਦੇ ਉੱਪਰ ਫਿਰ ਉਸਨੇ ਰਹਿਮ ਕੀਤਾ। ਲੇਕਿਨ ਜੋ ਪਰਮੇਸ਼ਵਰ ਦਾ ਦਾਸ ਦਾਊਦ ਸੀਗਾ, ਜੋ ਉਹਦੇ ਨਾਲ ਉਸਦਾ ਸਾਥੀ ਸੀਗਾ ਅਬੀਸਈ, ਉਸਨੇ ਤਾਂ ਕਿਹਾ ਕਿ ਮੈਨੂੰ ਆਗਿਆ ਦੇ, ਮੈਂ ਇਹਨੂੰ ਹੁਣੇ ਖਤਮ ਕਰ ਦਿੰਨਾਗਾ। ਲੇਕਿਨ ਦਾਊਦ ਨੇ ਅਬੀਸਈ ਨੂੰ ਕਿਹਾ, ਅਬੀਸਈ ਨਹੀਂ, ਇਹ ਤਾਂ ਪਰਮੇਸ਼ਵਰ ਦਾ ਮਸਾ ਕੀਤਾ ਹੋਇਆਗਾ, ਇਹ ਤਾਂ ਪਰਮੇਸ਼ਵਰ ਦਾ ਅਭਿਸ਼ੇਕ ਕੀਤਾ ਹੋਇਆ ਦਾਸ ਹੈ, ਇਹਦੇ ਉੱਪਰ ਹੱਥ ਨਾ ਚੁੱਕੀ। ਲੇਕਿਨ ਸਹੀ ਦੇ ਵਿੱਚ ਇੱਥੇ ਕੀ ਹੋਇਆ ਕਿ ਪਰਮੇਸ਼ਵਰ ਦੇ ਦਾਸ ਦਾਊਦ ਨੇ ਉਸ ਦੇ ਉੱਪਰ ਫਿਰ ਰਹਿਮ ਕੀਤਾ, ਉਸ ਤੇ ਫਿਰ ਤਰਸ ਕੀਤਾ। ਫਿਰ ਦਾਊਦ ਨੇ ਜ਼ੋਰ ਦੀ ਆਵਾਜ਼ ਮਾਰੀ ਕਿ ਤੁਹਾਡੇ ਵਿੱਚ ਕੌਣ ਹੈ ਜੋ ਉਸ ਨੂੰ ਬਚਾ ਸਕਦਾ ਸੀਗਾ? ਤੁਸੀਂ ਤਾਂ ਸਾਰੇ ਗੂੜੀ ਨੀਂਦ ਸੁੱਤੇ ਪਏ ਹੋ। ਕੀ ਤੁਸੀਂ ਆਪਣੇ ਮਾਲਕ ਦੀ ਰਾਖੀ ਕਰ ਸਕਦੇ ਹੋ? ਕੀ ਤੁਸੀਂ ਆਪਣੇ ਸਵਾਮੀ ਨੂੰ ਬਚਾ ਸਕਦੇ ਹੋ? ਲੇਕਿਨ ਤੁਸੀਂ ਨਹੀਂ ਬਚਾ ਸਕਦੇ। ਚਾਹੁੰਦਾ ਤਾਂ ਦਾਊਦ ਜਾਂ ਦਾਊਦ ਦਾ ਸਾਥੀ ਜੋ ਅਬੀਸਈ ਸੀ, ਉਹ ਉਸ ਨੂੰ ਖਤਮ ਕਰ ਸਕਦੇ ਸੀਗੇ, ਲੇਕਿਨ ਉਹਨਾਂ ਨੇ ਉਸ ਦੇ ਉੱਪਰ ਰਹਿਮ ਕੀਤਾ, ਉਸ ਦੇ ਉੱਪਰ ਤਰਸ ਕੀਤਾ। ਮਤਲਬ ਪਰਮੇਸ਼ਵਰ ਕੀ ਕਹਿੰਦੇ ਨੇ ਕਿ ਮੇਰੇ ਦਾਸ ਦੇ ਖਿਲਾਫ ਨਾ ਜਾਓ। ਬੇਸ਼ੱਕ ਪਰਮੇਸ਼ਵਰ ਨੇ ਸਾਊਲ ਨੂੰ ਛੱਡ ਦਿੱਤਾ ਸੀਗਾ, ਲੇਕਿਨ ਜੋ ਪਰਮੇਸ਼ਵਰ ਦਾ ਦਾਸ ਸੀਗਾ, ਉਸ ਦੀ ਨਜ਼ਰਾਂ ਦੇ ਵਿੱਚ ਅੱਜ ਵੀ ਉਸ ਦੀ ਕਦਰ ਸੀ, ਅੱਜ ਵੀ ਉਹ ਉਸ ਨੂੰ ਪਿਆਰ ਕਰਦਾ ਸੀਗਾ, ਅੱਜ ਵੀ ਉਸ ਦੇ ਉੱਪਰ ਉਸ ਨੂੰ ਤਰਸ ਆਉਂਦਾ ਸੀਗਾ। ਬੇਸ਼ੱਕ ਪਰਮੇਸ਼ਵਰ ਨੇ ਸਾਊਲ ਨੂੰ ਛੱਡਿਆ ਹੋਇਆ ਸੀਗਾ, ਲੇਕਿਨ ਜੋ ਪਰਮੇਸ਼ਵਰ ਦਾ ਦੂਸਰਾ ਅਭਿਸ਼ੇਕ ਕੀਤਾ ਹੋਇਆ ਦਾਸ ਸੀਗਾ ਦਾਊਦ, ਉਹਨੇ ਇਸ ਤਰ੍ਹਾਂ ਨਹੀਂ ਚਾਹਿਆ। ਲੇਕਿਨ ਅੱਜ ਦੇ ਸੇਵਕ ਲੋਕਾਂ ਨੂੰ ਸਿਰਫ ਮੌਕਾ ਮਿਲਣਾ ਚਾਹੀਦਾ ਹੈਗਾ, ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈਗਾ, ਤੇ ਉਹ ਕੀ ਕਰਨਗੇ? ਉਹ ਤਾਂ ਨਾਲ ਦੇ ਨਾਲ ਕੁਛ ਨਾ ਕੁਛ ਕਰਕੇ ਦਿਖਾ ਦੇਣਗੇ। ਹੁਣ ਇਹ ਦੇਖੋ, ਅਭਿਸ਼ੇਕ ਕੀਤਾ ਹੋਇਆ ਦਾਸ। ਪਰਮੇਸ਼ਵਰ ਕਹਿੰਦੇ ਨੇ ਜੋ ਇਹੋ ਜਿਹੇ ਦਾਸ ਨੇ, ਜੋ ਆਤਮਾ ਸੱਚਾਈ ਨਾਲ ਚੱਲਦੇ ਨੇ, ਆਤਮਾ ਸੱਚਾਈ ਨਾਲ ਸਿਖਾਉਂਦੇ ਨੇ, ਐਸੇ ਦਾਸ ਦੇ ਖਿਲਾਫ ਕਦੇ ਵੀ ਨਾ ਜਾਓ। ਉਹਨਾਂ ਦੀ ਤਰਫ ਬੁਰਾ ਬੋਲੋ ਵੀ ਨਾ। ਮੀਕਲ ਨੇ ਕੀ ਕੀਤਾ? ਮਨ ਦੇ ਵਿੱਚ ਸੋਚਿਆ ਇਹ ਕੈਸਾ ਗਾ? ਉਸ ਨੂੰ ਕਹਿੰਦਾ ਮਰਨ ਤੋੜੀ ਬੱਚਾ ਨਹੀਂ ਹੋਇਆ। ਯਾਰਾਬੋਆਮ ਰਾਜਾ ਨੇ ਹੱਥ ਹੀ ਕੀਤਾ, ਫੜ ਲਓ ਇਹਨੂੰ। ਉਹਦਾ ਹੱਥ, ਉਸਦੀ ਬਾਂਹ ਸੁੱਕ ਗਈ। ਫਿਰ ਉਸੇ ਦਾਸ ਦੀ ਜ਼ਰੂਰਤ ਪਈ, ਉਸੇ ਦਾਸ ਦੀ ਜ਼ਰੂਰਤ ਪਈ, ਮੇਰੇ ਲਈ ਪ੍ਰਾਰਥਨਾ ਕਰ, ਮੇਰੀ ਬਾਂਹ ਚੰਗੀ ਹੋ ਜਾਏ। ਅੱਜ ਵੀ ਇਸ ਤਰ੍ਹਾਂ ਹੁੰਦਾ ਗਾ।
ਅੱਜ ਵੀ ਇਸ ਤਰ੍ਹਾਂ ਹੁੰਦਾ ਗਾ ਕਿ ਲੋਕ ਰੱਬ ਦੇ ਦਾਸ ਦੇ ਖਿਲਾਫ ਜਾਂਦੇ ਨੇ, ਫਿਰ ਉਹ ਕਿਸੇ ਸਮੱਸਿਆ ਵਿੱਚ ਫਸ ਜਾਂਦੇ ਨੇ, ਉਹਨਾਂ ਨੂੰ ਨਹੀਂ ਪਤਾ ਚੱਲਦਾ। ਲੇਕਿਨ ਪਰਮੇਸ਼ਵਰ ਦੇਖਦੇ ਨੇ ਕਿ ਮੇਰੇ ਦਾਸ ਦੇ ਖਿਲਾਫ ਗਿਆਗਾ, ਮੇਰੇ ਸੇਵਕ ਦੇ ਖਿਲਾਫ ਗਿਆਗਾ, ਉਹਨਾਂ ਨੂੰ ਕੋਈ ਨਾ ਕੋਈ ਭਿਆਨਕ ਸਮੱਸਿਆ ਫੜ ਲੈਂਦੀ ਹੈ। ਇੱਕ ਵਾਰ ਮੈਂ ਤੇ ਮੇਰੇ ਸਾਥੀ ਪਾਸਟਰ ਜੀ, ਅਸੀਂ ਕਿਸੇ ਘਰੇ ਚਲੇ ਗਏ। ਗਰਮੀਆਂ ਦਾ ਦਿਨ ਹੈ, ਦੁਪਹਿਰ ਦਾ ਸਮਾਂ ਗਾ, ਸਾਰੇ ਲੋਕ ਸੁੱਤੇ ਪਏ ਨੇ, ਤੇ ਅਸੀਂ ਤਾਂ ਮਤਲਬ ਕੋਈ ਬਾਹਰ ਜਾਂਦੇ ਸੀਗੇ। ਅਸੀਂ ਕਿਸੇ ਦੇ ਘਰ ਦੇ ਜਾ ਕੇ ਦਰਵਾਜ਼ਾ ਖੜਕਾਇਆ। ਮਸੀਹ ਪਰਿਵਾਰ ਹੈ, ਅਸੀਂ ਅਕਸਰ ਉਸ ਪਰਿਵਾਰ ਵਿੱਚ ਜਾਂਦੇ ਹਾਂ। ਤਾਂ ਉਸ ਘਰ ਦੇ ਵਿੱਚ ਲੜਕੀ ਹੈ ਇੱਕ, ਲਗਭਗ 19-20 ਸਾਲ ਦੇ ਲਗਭਗ। ਤਾਂ ਉਹਨਾਂ ਦੇ ਚਾਚਾ ਦਾ ਬੇਟਾ ਆਇਆ, ਉਸਨੇ ਜਾ ਕੇ ਅੰਦਰਲਾ ਗੇਟ ਖੜਕਾਇਆ ਔਰ ਕਿਹਾ ਬਾਹਰ ਪਾਸਟਰ ਆਏ ਨੇ। ਤਾਂ ਉਸ ਲੜਕੀ ਨੇ ਕਿਹਾ ਕਿ ਉਹਨਾਂ ਨੂੰ ਕਹਿ ਦਿਓ ਮੇਰਾ ਸਿਰ ਦੁਖਦਾ ਹੈਗਾ। ਤੇ ਲੜਕਾ ਬਾਹਰ ਆਇਆ, ਕਹਿੰਦਾ ਘਰੇ ਤਾਂ ਹੈਗੇ ਲੇਕਿਨ ਉਹਨਾਂ ਦਾ ਸਿਰ ਦੁਖਦਾ ਹੈਗਾ। ਅਸੀਂ ਚਲੇ ਗਏ ਉੱਥੋਂ, ਅਸੀਂ ਚਲੇ ਗਏ। ਅਸੀਂ ਸੋਚਿਆ ਵੀ ਉਹ ਗਰਮੀ ਹੈ, ਉਹ ਆਰਾਮ ਕਰ ਰਹੇ ਹੋਣਗੇ ਜਾਂ ਫਿਰ ਸਿਰ ਦਰਦ ਕਰਦਾ ਹੋਊਗਾ। ਇਸ ਗੱਲ ਨੂੰ ਤਕਰੀਬਨ ਮਹੀਨਾ ਲੰਘ ਗਿਆ, 1.5 ਮਹੀਨਾ ਲੰਘ ਗਿਆ। ਸਾਡਾ ਵਾਪਸ ਜਾਣਾ ਹੋਇਆ ਘਰ ਦੇ ਵਿੱਚ। ਤਾਂ ਫਿਰ ਜਾ ਕੇ ਗਏ ਘਰੇ, ਤਾਂ ਲੜਕੀ ਭੱਜ ਕੇ ਆਈ, ਪਾਣੀ ਲੈ ਕੇ ਆਈ, ਚਾਹ ਲੈ ਕੇ ਆਈ। ਤਾਂ ਫਿਰ ਉਹਨਾਂ ਨੇ ਇੱਕ ਗੱਲ ਕਹੀ, ਕਹਿੰਦਾ ਪਿਛਲੀ ਵਾਰ ਮੇਰੇ ਤੋਂ ਗਲਤੀ ਹੋ ਗਈ ਤੇ ਸਾਡੇ ਦਾ ਕੁਝ ਖਿਆਲ ਵੀ ਨਹੀਂ। ਕਹਿੰਦਾ ਤੁਸੀਂ ਜਦ ਪਿਛਲੀ ਵਾਰ ਸਾਡੇ ਘਰੇ ਆਏ ਸੀਗੇ, ਮੈਂ ਤੁਹਾਡੇ ਅੱਗੇ ਬਹਾਨਾ ਮਾਰਿਆ ਕਿ ਮੇਰਾ ਸਿਰ ਦੁਖਦਾ ਗਾ, ਔਰ ਤੁਸੀਂ ਯਕੀਨ ਕਰਿਓ ਉਸੇ ਦਿਨ ਤੋਂ ਲੈ ਕੇ ਅੱਜ ਤੱਕ ਮੇਰਾ ਸਿਰ ਦਰਦ ਕਰ ਰਿਹਾ ਗਾ। ਮੇਰੇ ਲਈ ਪ੍ਰਾਰਥਨਾ ਕਰੋ। ਦਵਾਈ ਵੀ ਲਈ ਉਹਨਾਂ ਨੇ, ਸਭ ਕੁਝ ਕੀਤਾ, ਲੇਕਿਨ ਬਹਾਨਾ ਕੀ ਮਾਰਿਆ ਕਿ ਮੇਰਾ ਸਿਰ ਦਰਦ ਕਰਦਾ ਗਾ। ਝੂਠ ਮਾਰਿਆ ਉਹਨਾਂ ਨੇ, ਲੇਕਿਨ ਉਹਨਾਂ ਨੂੰ ਸਿਰ ਦਰਦ ਦੀ ਪਰੇਸ਼ਾਨੀ ਆਈ। ਫਿਰ ਉਹਨਾਂ ਲਈ ਪ੍ਰਾਰਥਨਾ ਕਰਕੇ ਆਏ। ਅਸੀਂ ਸ਼ਾਇਦ ਕੱਲ੍ਹ ਜਾ ਕੇ ਆਏ ਉੱਥੇ ਪਰਿਵਾਰ ਦੇ ਵਿੱਚ। ਪਰਮੇਸ਼ਵਰ ਕੀ ਕਰਦੇ ਨੇ, ਆਪਣੇ ਦਾਸ ਲੋਕਾਂ ਦੀ ਦੇਖਭਾਲ ਕਰਦੇ ਨੇ। ਤੇ ਅੱਜ ਕੀ ਹੈ, ਅੱਜ ਇਨਸਾਨ ਜਾਣੇ ਅਣਜਾਣ ਦੇ ਵਿੱਚ ਪਰਮੇਸ਼ਵਰ ਦੇ ਦਾਸ ਦੇ ਖਿਲਾਫ ਚਲਾ ਜਾਂਦਾ ਹੈਗਾ। ਪਰਮੇਸ਼ਵਰ ਆਪਣੇ ਦਾਸ ਦੇ ਜਿਸਦਾ ਅਭਿਸ਼ੇਕ ਕਰ ਚੁੱਕੇ ਨੇ, ਜਿਸ ਨੂੰ ਪਰਮੇਸ਼ਵਰ ਨੇ ਬੁਲਾਇਆ ਹੈਗਾ, ਜਿਸ ਨੂੰ ਪਰਮੇਸ਼ਵਰ ਨੇ ਪਸੰਦ ਕੀਤਾ ਗਾ, ਉਸ ਦਾਸ ਦੀ ਪਰਮੇਸ਼ਵਰ ਗੱਲ ਕਰਦੇ ਨੇ ਕਿ ਮੇਰੇ ਸੇਵਕ ਦੇ ਖਿਲਾਫ ਨਾ ਜਾਓ, ਮੇਰੇ ਦਾਸ ਦੇ ਖਿਲਾਫ ਨਾ ਜਾਓ, ਜੋ ਆਪਣੀ ਮਰਜ਼ੀ ਨਾਲ ਖੜਾ ਹੋ ਚੁੱਕਿਆ ਹੈਗਾ। ਪਰਮੇਸ਼ਵਰ ਉਹਦੀ ਗੱਲ ਨਹੀਂ ਕਰਦੇ, ਲੇਕਿਨ ਆਪਾਂ ਨੇ ਉਹਦੇ ਖਿਲਾਫ ਵੀ ਨਹੀਂ ਜਾਣਾ। ਆਪਾਂ ਲੋਕਾਂ ਨੇ ਉਹਦੇ ਖਿਲਾਫ ਵੀ ਨਹੀਂ ਜਾਣਾ। ਉਹ ਜੈਸਾ ਵੀ ਹੈ, ਗੋਰਾ ਕਾਲਾ ਲੰਬਾ ਉੱਚਾ ਮੋਟਾ ਪਤਲਾ ਜੈਸਾ ਵੀ ਹੈ, ਆਪਾਂ ਨੇ ਉਹਦੇ ਖਿਲਾਫ ਬੋਲਣਾ ਹੀ ਨਹੀਂ ਹੈ। ਲੇਕਿਨ ਪਰਮੇਸ਼ਵਰ ਆਪਣੇ ਦਾਸ ਦੀ ਗੱਲ ਕਰਦੇ ਨੇ ਕਿ ਮੇਰੇ ਦਾਸ ਦੇ ਖਿਲਾਫ ਨਾ ਜਾਓ। ਸਾਊਲ ਰਾਜਾ ਬੇਸ਼ੱਕ ਪਰਮੇਸ਼ਵਰ ਛੱਡ ਚੁੱਕੇ ਨੇ, ਬੇਸ਼ੱਕ ਸਾਊਲ ਦੇ ਨਾਲ ਪਰਮੇਸ਼ਵਰ ਗੱਲਬਾਤ ਨਹੀਂ ਕਰ ਰਹੇ, ਲੇਕਿਨ ਦਾਊਦ ਦੇ ਅੰਦਰ ਉਸਦੇ ਪ੍ਰਤੀ ਰਹਿਮ ਹੈ, ਦਾਊਦ ਦੇ ਅੰਦਰ ਉਸਦੇ ਪ੍ਰਤੀ ਤਰਸ ਹੈ। ਦਾਊਦ ਤਾਂ ਅੱਜ ਵੀ ਉਸਦਾ ਮਾਣ ਸਨਮਾਨ ਕਰਦੇ ਨੇ। ਲੇਕਿਨ ਦਾਊਦ ਚਾਹੁੰਦੇ ਜਾਂ ਦਾਊਦ ਦਾ ਸਾਥੀ ਚਾਹੁੰਦਾ ਤਾਂ ਉਸ ਨੂੰ ਖਤਮ ਕਰ ਸਕਦੇ ਸੀਗੇ, ਲੇਕਿਨ ਨਹੀਂ ਚਾਹਿਆ ਉਹਨਾਂ ਨੇ। ਔਰ ਫਿਰ ਹੋਇਆ ਕੀ, ਬਚਨ ਪੜ੍ਹੋ ਇੱਕ ਮਿੰਟ ਨਾਲ, 2 ਸਮੂਏਲ ਉਹਦਾ 1 ਦੇ ਆਏ। ਇੱਥੇ ਕੀ ਹੋਇਆ ਇੱਕ ਵਾਰ ਕਿ ਇੱਕ ਵਾਰ ਲੜਾਈ ਲੱਗੀ ਫਿਲਿਸਤੀਆਂ ਦੇ ਨਾਲ। ਸਾਊਲ ਰਾਜਾ ਔਰ ਸਾਊਲ ਦੇ ਜੋ ਬੱਚੇ ਸੀਗੇ ਉਹ ਵੀ ਮਾਰੇ ਜਾ ਚੁੱਕੇ ਨੇ। ਔਰ ਸਾਊਲ ਰਾਜਾ ਸੀ ਜੋ ਦਾਊਦ ਨੂੰ ਮਾਰਨਾ ਚਾਹੁੰਦਾ ਸੀਗਾ, ਉਹ ਵੀ ਮਾਰਿਆ ਜਾ ਚੁੱਕਿਆ ਗਾ। ਲੇਕਿਨ ਜੋ ਦਾਊਦ ਸੀਗਾ ਉਹ ਕਿਸੇ ਪਾਸਿਓਂ ਵਾਪਸ ਆ ਰਿਹਾ ਸੀਗਾ। ਔਰ ਜਦੋਂ ਵਾਪਸ ਆ ਰਿਹਾ ਦਾਊਦ ਰਾਜਾ, ਤਾਂ ਉਸਦੇ ਪਿੱਛੇ ਇੱਕ ਇਨਸਾਨ ਆਇਆ। ਤਾਂ ਉਸ ਇਨਸਾਨ ਨੂੰ ਦਾਊਦ ਨੇ ਪੁੱਛਿਆ, ਤੂੰ ਕੌਣ ਹੈ? ਤਾਂ ਉਸ ਇਨਸਾਨ ਨੇ ਕੀ ਕਿਹਾ ਆਪਾਂ ਪੜਾਂਗੇ। ਇਹ 2 ਸਮੂਏਲ ਉਹਦਾ 1 ਦੇ ਆਏ, ਉਹਦਾ 8 ਵਚਨ। ਸੋ ਉਸਨੇ ਮੈਨੂੰ ਆਖਿਆ ਤੂੰ ਕੌਣ ਹੈ? ਮੈਂ ਉਸ ਨੂੰ ਆਖਿਆ ਮੈਂ ਅਮਾਲੇਕੀ ਹਾਂ। ਇਹ ਗੱਲ ਕਰ ਰਿਹਾਗਾ ਅਮਾਲੇਕੀ ਇਨਸਾਨ ਸਾਊਲ ਦੇ ਨਾਲ। ਮਤਲਬ ਸਾਊਲ ਦੇ ਨਾਲ ਜੋ ਗੱਲਬਾਤ ਹੋ ਰਹੀ ਹੈ, ਇਹ ਗੱਲ ਹੁਣ ਦਾਊਦ ਨੂੰ ਦੱਸ ਜਾਏਗਾ ਕਿ ਸਾਊਲ ਨੇ ਮੈਨੂੰ ਪੁੱਛਿਆ ਤੂੰ ਕੌਣ ਹੈ, ਤਾਂ ਮੈਂ ਉਸਨੂੰ ਦੱਸਿਆ ਕਿ ਮੈਂ ਕੌਣ ਹਾਂ, ਮੈਂ ਤਾਂ ਅਮਾਲੇਕੀ ਹਾਂ। ਫਿਰ ਉਸਨੇ ਮੈਨੂੰ ਆਖਿਆ ਮੇਰੇ ਕੋਲ ਖਲੋ ਕੇ ਮੈਨੂੰ ਵੱਢ ਸੁੱਟ, ਕਿਉਂ ਜੋ ਮੈਂ ਵੱਡੀ ਪੀੜ ਵਿੱਚ ਹਾਂ ਅਤੇ ਪ੍ਰਾਣ ਅਜੇ ਤੀਕ ਵੀ ਮੇਰੇ ਵਿੱਚ ਹਨ। ਹੁਣ ਇਹ ਇਨਸਾਨ ਨੇ ਇੱਕ ਗੱਲ ਬਣਾਈ। ਕਿਹੜੀ ਗੱਲ? ਕਿ ਜੋ ਸਾਊਲ ਸੀਗਾ, ਸਾਊਲ ਜ਼ਖਮੀ ਸੀਗਾ, ਉਹਦੇ ਬੱਚੇ ਮਾਰੇ ਗਏ। ਸਾਊਲ ਦੇ ਜੋ ਬੱਚੇ ਸੀਗੇ, ਬੇਟੇ ਸੀਗੇ, ਉਹ ਮਾਰੇ ਗਏ। ਹੁਣ ਸਾਊਲ ਕੀ ਸੀਗਾ? ਸਾਊਲ ਤਾਂ ਜ਼ਖਮੀ ਸੀਗਾ। ਹੁਣ ਮੈਂ ਜਦ ਉੱਥੇ ਜਾ ਕੇ ਦੇਖਿਆ, ਸਾਊਲ ਤਾਂ ਕਾਫੀ ਦੁੱਖ ਦੇ ਵਿੱਚ ਸੀਗਾ, ਕਾਫੀ ਵਿਪਤਾ ਦੇ ਵਿੱਚ ਸੀਗਾ। ਤੇ ਉਸਨੇ ਮੈਨੂੰ ਪੁੱਛਿਆ ਭਾਈ ਤੂੰ ਕੌਣ ਹੈ? ਤਾਂ ਉਸਨੂੰ ਮੈਂ ਕਿਹਾ ਮੈਂ ਤਾਂ ਅਮਾਲੇਕੀ ਹਾਂ। ਤਾਂ ਉਸਨੇ ਕੀ ਕਿਹਾ ਸਾਊਲ ਨੇ, ਵੀ ਤੂੰ ਉਰੇ ਆ ਜਾ
ਕੀ ਕਰਾਂ ਕਿ ਮੈਨੂੰ ਵੱਢ ਦੇ। ਮਤਲਬ ਮੇਰੇ ਕੋਲ ਦਰਦ ਨਹੀਂ ਸਹਿਨ ਹੋ ਰਿਹਾ, ਮੇਰੇ ਕੋਲੋਂ ਤਕਲੀਫ ਸਹਿਨ ਨਹੀਂ ਹੋ ਰਹੀ, ਮਤਲਬ ਮੇਰੇ ਵਿੱਚ ਕੀ ਹਾਲੇ ਜਾਨ ਹੈ, ਮੈਨੂੰ ਕੀ ਕਰਦੇ ਖਤਮ ਕਰਦੇ। ਫਿਰ ਤਦ ਮੈਂ ਉਸ ਦੇ ਉੱਤੇ ਖਲੋ ਕੇ ਉਸ ਨੂੰ ਵੱਢ ਸੁੱਟਿਆ, ਕਿਉਂ ਜੋ ਮੈਂ ਜਾਣਦਾ ਸਾਂ ਬਈ ਹੁਣ ਜਿਹੜਾ ਇੱਕ ਡਿੱਗਾ ਹੈ ਸੋ ਬਚੇਗਾ ਨਹੀਂ। ਦੁਬਾਰਾ ਫਿਰ ਪੜੋ। ਤਦ ਮੈਂ ਉਸ ਦੇ ਉੱਤੇ ਖਲੋ ਕੇ ਉਸ ਨੂੰ ਵੱਢ ਸੁੱਟਿਆ, ਕਿਉਂ ਜੋ ਮੈਂ ਜਾਣਦਾ ਸਾਂ ਬਈ ਹੁਣ ਜਿਹੜਾ ਇਹ ਡਿੱਗਾ ਹੈ ਸੋ ਬਚੇਗਾ ਨਹੀਂ। ਹੁਣ ਦੇਖੋ ਉਹ ਅਮਾਲਕ ਇਨਸਾਨ ਕੀ ਕਰੇਗਾ ਕਿ ਮੈਂ ਜਾ ਕੇ ਉਹਦੇ ਉੱਪਰ ਖੜਾ ਹੋ ਗਿਆ ਔਰ ਮੈਂ ਦੇਖ ਲਿਆ ਕਿ ਹੁਣ ਇਸਨੇ ਬਚਣਾ ਨਹੀਂ ਹੈ, ਇਹ ਤਾਂ ਮਰਨ ਵਾਲਾ ਹੀ ਹੈ। ਕੋਈ ਗੱਲ ਨਹੀਂ, 10 ਮਿੰਟ ਪਹਿਲਾਂ ਮਰ ਜੂ ਜਾਂ 5 ਮਿੰਟ ਪਹਿਲਾਂ ਮਰ ਜੂ, ਮਰ ਤਾਂ ਜਾਣਾ ਹੀ ਇਹਨੇ। ਤਾਂ ਮੈਂ ਉਹਦੇ ਉੱਪਰ ਜਾ ਕੇ ਖੜਾ ਹੋ ਗਿਆ, ਤਾਂ ਫਿਰ ਕੀ ਹੋਇਆ? ਅਤੇ ਮੈਂ ਉਹਦੇ ਸਿਰ ਦਾ ਮੁਕਟ ਅਤੇ ਉਹਦਾ ਕਫਨ ਜੋ ਉਸ ਦੀ ਬਾਹ ਵਿੱਚ ਸੀ ਲਾ ਲਿਆ, ਸੋ ਮੈਂ ਉਹਨਾਂ ਨੂੰ ਆਪਣੇ ਮਹਾਰਾਜ ਕੋਲ ਲੈ ਆਇਆ ਹਾਂ। ਹੁਣ ਇਹਦਾ ਕਹਿਣ ਦਾ ਮਤਲਬ ਸੀਗਾ ਕਿ ਮੈਂ ਉਸ ਨੂੰ ਖਤਮ ਕਰਤਾ, ਮੈਂ ਉਸ ਨੂੰ ਮਾਰ ਦਿੱਤਾ। ਆਹ ਦੇਖੋ ਦਾਊਦ ਲਵੇ ਆ ਗਿਆ, ਦਾਊਦ ਜੀ ਮਹਾਰਾਜ ਸਵਾਮੀ ਆਹ ਦੇਖ ਮੇਰੇ ਕੋਲ ਹੁਣ ਸੌਲ ਦਾ ਮੁਕਟ ਹੈ ਔਰ ਉਹਦੇ ਹੱਥ ਦਾ ਕੀ ਹੈ? ਉਹਦਾ ਕੰਗਣ ਹੈ। ਹਾਂ, ਉਹਦੇ ਹੱਥ ਦਾ ਕੀ ਹੈ? ਮੇਰੇ ਕੋਲ ਕੰਗਣ ਹੈ। ਫਿਰ ਅੱਗੇ ਪੜੋ। ਤਦ ਦਾਊਦ ਨੇ ਆਪਣੇ ਲੀੜੇ ਫੜ ਕੇ ਪਾੜੇ ਅਤੇ ਸਾਰੇ ਲੋਕਾਂ ਨੇ ਵੀ ਜੋ ਉਹਦੇ ਨਾਲ ਸਨ ਅਜਿਹਾ ਹੀ ਕੀਤਾ, ਅਤੇ ਉਹ ਰੋਏ ਪਿੱਟੇ। ਅਤੇ ਉਹਨਾਂ ਨੇ ਸੌਲ ਅਰ ਉਹਦੇ ਪੁੱਤਰ ਜੋਨਾਥਾਨ ਅਤੇ ਯਹੋਵਾ ਦਿਆਂ ਲੋਕਾਂ ਅਰ ਇਸਰਾਇਲ ਦੇ ਘਰਾਣੇ ਦੇ ਲਈ ਜੋ ਤਲਵਾਰ ਨਾਲ ਮਾਰੇ ਗਏ ਸਨ ਸੰਧਿਆ ਤੋੜੀ ਵਰਤ ਰੱਖਿਆ। ਹਾਂ, ਸਾਰੇ ਬੋਲੋ ਹਾਲੇਲੂਇਆ। ਜਦ ਦਾਊਦ ਨੇ ਗੱਲ ਸੁਣੀ ਕਿ ਸੌਲ ਮਾਰਿਆ ਗਿਆ, ਉਹਦੇ ਬੱਚੇ ਮਾਰੇ ਗਏ ਨੇ, ਤਾਂ ਦਾਊਦ ਨੂੰ ਕੀ ਹੋਇਆ? ਦੁੱਖ ਹੋਇਆ। ਆਪਣੇ ਕੱਪੜੇ ਪਾੜ ਲਏ ਉਸਨੇ। ਔਰ ਜੋ ਦਾਊਦ ਦੇ ਸਾਥੀ ਸੀਗੇ ਉਹਨਾਂ ਨੂੰ ਵੀ ਬਹੁਤ ਦੁੱਖ ਹੋਇਆ। ਉਹਨਾਂ ਨੇ ਇਸ ਤਰ੍ਹਾਂ ਕੀਤਾ ਔਰ ਸੰਧਿਆ ਤੋੜੀ। ਉਹਨਾਂ ਨੇ ਕੀ ਕੀਤਾ? ਵਰਤ ਰੱਖਿਆ। ਔਰ ਵਰਤ ਰੱਖਣ ਤੋਂ ਬਾਅਦ ਹੋਇਆ ਕੀ? 13 ਪੜੋ। ਫਿਰ ਦਾਊਦ ਨੇ ਉਸ ਜਵਾਨ ਨੂੰ ਜੋ ਇਹ ਖਬਰ ਲਿਆਇਆ ਸੀ ਪੁੱਛਿਆ, ਤੂੰ ਕਿੱਥੋਂ ਦਾ ਹੈ? ਉਸ ਨੇ ਆਖਿਆ, ਜੀ ਮੈਂ ਪਰਦੇਸੀ ਦਾ ਪੁੱਤਰ ਅਤੇ ਅਮਾਲੇਕੀ ਹਾਂ। ਸਾਰੇ ਬੋਲੋ ਹਾਲੇਲੂਇਆ। ਹੁਣ ਇਹ ਇਨਸਾਨ ਸੀ ਜਿਸਨੇ ਉਹ ਮੁਕਟ, ਉਹ ਕੰਗਨ ਲੈ ਕੇ ਆਇਆ ਸੀਗਾ। ਇਹਦਾ ਬੜਾ ਖੁਸ਼ ਹੋ ਰਿਹਾ ਸੀਗਾ। ਇਹਦੇ ਅੰਦਰ ਤਾਂ ਲਾਲਚ ਆ ਗਿਆ ਹੋਊਗਾ ਕਿ ਜਦ ਮੈਂ ਦਾਊਦ ਲਵੇ ਜਾਵਾਂਗਾ ਉਸ ਨੂੰ ਦੱਸਾਂਗਾ ਜਾ ਕੇ ਕਿ ਦਾਊਦ ਮੈਂ ਤਾਂ ਸੌਲ ਨੂੰ ਮਾਰ ਚੁੱਕਿਆਂਗਾ, ਮੈਂ ਤਾਂ ਖਤਮ ਕਰ ਚੁੱਕਿਆਂਗਾ, ਤਾਂ ਹੋ ਸਕਦਾ ਦਾਊਦ ਖੁਸ਼ ਹੋ ਕੇ ਮੈਨੂੰ ਕੁਝ ਇਨਾਮ ਦੇਵੇ। ਇਹ ਤਾਂ ਬੜੀ ਖੁਸ਼ੀ ਨਾਲ ਆਇਆ ਹੋਵੇਗਾ। ਤਾਂ ਜਦ ਉਸਨੇ ਪੁੱਛਿਆ ਦਾਊਦ ਨੇ ਕਿ ਤੂੰ ਕੌਣ ਹੈ, ਤੂੰ ਕਿੱਥੋਂ ਆਇਆ, ਤਾਂ ਉਸਨੇ ਕਿਹਾ ਮੈਂ ਪਰਦੇਸੀ ਹਾਂ, ਮੈਂ ਅਮਾਲੇਕੀ ਹਾਂ। ਫਿਰ ਦਾਊਦ ਨੇ ਕੀ ਕਿਹਾ? ਸੋ ਦਾਊਦ ਨੇ ਉਸ ਨੂੰ ਆਖਿਆ, ਭਲਾ ਤੂੰ ਯਹੋਵਾ ਦੇ ਮਸੇ ਹੋਏ ਉੱਤੇ ਉਸ ਦੇ ਨਾਸ਼ ਕਰਨ ਲਈ ਹੱਥ ਚਲਾਉਣ ਤੋਂ ਨਾ ਡਰਿਆ? ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਕੀ ਕਿਹਾ ਦਾਊਦ ਨੇ? ਉਹ ਤੈਨੂੰ ਡਰ ਨਹੀਂ ਲੱਗਿਆ ਕਿ ਤੂੰ ਪਰਮੇਸ਼ਵਰ ਦੇ ਮਸਾ ਕੀਤੇ ਹੋਏ ਉੱਪਰ ਹੱਥ ਚੁੱਕ ਰਿਹਾਗਾ? ਤੂੰ ਮਸਾ ਕੀਤੇ ਹੋਏ ਉੱਪਰ ਹੱਥ ਚੁੱਕ ਕੇ ਉਸਦਾ ਨਾਸ਼ ਕਰਨ ਦੇ ਲਈ ਤਿਆਰ ਹੋ ਚੁੱਕਿਆਗਾ? ਕੀ ਤੈਨੂੰ ਡਰ ਨਹੀਂ ਲੱਗਿਆ ਕਿ ਉਹ ਪਰਮੇਸ਼ਵਰ ਦਾ ਮਸਾ ਕੀਤਾ ਹੋਇਆ ਸੀਗਾ? ਫਿਰ ਅੱਗੇ ਫਿਰ ਦਾਊਦ ਨੇ ਇੱਕ ਜਵਾਨ ਨੂੰ ਸੱਦ ਕੇ ਆਖਿਆ, ਉਸ ਦੇ ਕੋਲ ਜਾ ਕੇ ਉਸ ਉੱਤੇ ਜਾ ਪਓ। ਸੋ ਉਹਨੇ ਉਸ ਨੂੰ ਅਜਿਹਾ ਮਾਰਿਆ ਜੋ ਮਰ ਗਿਆ। ਦੇਖੋ ਦਾਊਦ ਦਾ ਸਾਥੀ, ਦਾਊਦ ਨੇ ਆਪਣੀ ਸਾਥੀਆਂ ਵਿੱਚ ਇੱਕ ਨੂੰ ਕਿਹਾ ਜਾ ਕੇ ਇਸਨੂੰ ਖਤਮ ਕਰ ਦੇ। ਦਾਊਦ ਨੇ ਉਹਨੂੰ ਇਨਾਮ ਨਹੀਂ ਦਿੱਤਾ ਕਿ ਤੂੰ ਪਰਮੇਸ਼ਵਰ ਦੇ ਮਸਾ ਕੀਤੇ ਹੋਏ ਪਰ ਮਤਲਬ ਹੱਥ ਚੁੱਕ ਕੇ ਆਇਆਗਾ, ਉਹਨੂੰ ਮਾਰ ਕੇ ਆਇਆਗਾ। ਦਾਊਦ ਨੇ ਕੀ ਕਿਹਾ? ਇਸਨੇ ਪਰਮੇਸ਼ਵਰ ਦੇ ਮਸਾ ਕੀਤੇ ਹੋਏ ਉੱਪਰ ਕੀ ਕਰਿਆਗਾ? ਹੱਥ ਚੁੱਕਿਆਗਾ, ਇਹਨੂੰ ਜਾ ਕੇ ਖਤਮ ਕਰ ਦੇ, ਇਹਨੂੰ ਜਾ ਕੇ ਮਾਰ ਦੇ। ਤਾਂ ਫਿਰ ਉਸ ਇਨਸਾਨ ਨੇ ਉਹਨੂੰ ਅਜਿਹਾ ਮਾਰਿਆ ਕਿ ਉਹ ਉੱਥੇ ਹੀ ਮਰ ਗਿਆ। ਉਹ ਕੀ ਹੋਇਆ? ਉਹ ਉੱਥੇ ਹੀ ਮਰ ਗਿਆ। ਫਿਰ ਕੀ ਬੋਲ ਰਿਹਾ ਦਾਊਦ ਦੇ ਲਈ? ਅਤੇ ਦਾਊਦ ਨੇ ਉਸ ਨੂੰ ਆਖਿਆ, ਤੇਰਾ ਖੂਨ ਤੇਰੇ ਹੀ ਸਿਰ ਉੱਤੇ ਹੋਵੇ, ਕਿਉਂ ਜੋ ਤੈਂ ਆਪਣੇ ਮੂੰਹੋਂ ਆਪਣੀ ਗਵਾਹੀ ਦਿੱਤੀ ਅਤੇ ਆਖਿਆ ਬਈ ਮੈਂ ਯਹੋਵਾ ਦੇ ਮਸੇ ਹੋਏ ਨੂੰ ਜਿੰਦੋ ਮਾਰਿਆ। ਸਾਰੇ ਬੋਲੋ ਹਾਲੇਲੂਇਆ। ਮਤਲਬ ਤੇਰਾ ਜੋ ਖੂਨ ਹੈ ਉਹ ਤੇਰੇ ਹੀ ਜੁੰਮੇ ਲੱਗੇ। ਕਿਉਂ? ਉਹਦਾ ਕਾਰਨ ਕੀ ਹੈ? ਕਿਉਂਕਿ ਤੈਂ ਪਰਮੇਸ਼ਵਰ ਦੇ ਮਸਾ ਕੀਤੇ ਹੋਏ ਦੇ ਉੱਪਰ, ਅਭਿਸ਼ੇਕ ਕੀਤੇ ਹੋਏ ਦੇ ਉੱਪਰ ਕੀ ਹੈ? ਹੱਥ ਚੁੱਕਿਆਗਾ। ਤੈਂ ਮਸਾ ਕੀਤੇ ਹੋਏ ਦੇ ਉੱਪਰ ਹੱਥ ਚੁੱਕਿਆਗਾ। ਇਹਦਾ ਖੂਨ ਦਾ ਜ਼ਿੰਮੇਵਾਰ ਤੂੰ ਖੁਦ ਹੀ ਹੈ। ਕਿਉਂਕਿ ਜੋ ਪਰਮੇਸ਼ਵਰ ਨੇ ਮਸਾ ਕੀਤਾਗਾ, ਜੋ ਪਰਮੇਸ਼ਵਰ ਦਾ ਅਭਿਸ਼ੇਕ ਕੀਤਾ ਹੋਇਆਗਾ, ਤੇਰਾ ਕੋਈ ਵੀ ਫਰਜ਼ ਨਹੀਂ ਸੀਗਾ ਕਿ ਤੂੰ ਉਹਨੂੰ ਮਾਰਦਾ। ਲੇਕਿਨ ਉਸ ਇਨਸਾਨ ਨੂੰ ਜੋ ਮੁਕਟ ਲੈ ਕੇ ਆਇਆ ਸੀਗਾ, ਜਿਸ ਨੇ ਇੱਕ ਸਟੋਰੀ ਬਣਾਈ ਸੀ, ਜੋ ਸੌਲ ਦਾ ਕੰਗਨ ਲੈ ਕੇ ਆਇਆ ਸੀਗਾ, ਜਿਸ ਨੇ ਇੱਕ ਸਟੋਰੀ ਬਣਾ ਕੇ ਦੱਸੀ ਕਿ ਇਸ ਤਰ੍ਹਾਂ ਹੋਇਆ, ਮੈਂ ਉਸ ਨੂੰ ਮਾਰ ਕੇ ਆਇਆਗਾ। ਉਸ ਨੂੰ ਲੱਗਿਆ ਹੋਊਗਾ ਕਿ ਸ਼ਾਇਦ ਦਾਊਦ ਮੈਨੂੰ ਕੋਈ ਮਾਨ ਸਨਮਾਨ ਦੇਵੇ, ਹੋ ਸਕਦਾ ਦਾਊਦ ਕੋਈ ਮੈਨੂੰ ਇਨਾਮ ਦੇਵੇ। ਲੇਕਿਨ ਦਾਊਦ ਨੇ ਉਸ ਨੂੰ ਕੀ ਕਿਹਾ ਕਿ ਤੈਂ ਪਰਮੇਸ਼ਵਰ ਦੇ ਮਸਾ ਕੀਤੇ ਹੋਏ ਪਰ ਕੀ ਕਰਿਆਗਾ? ਹੱਥ ਚੁੱਕਿਆਗਾ। ਮਤਲਬ ਇਹ ਸੇਵਕ ਹੈ, ਐਸੇ ਸੇਵਕ ਨੇ। ਦਾਊਦ ਜਾਣਦਾ ਸੀਗਾ ਕਿ ਬੇਸ਼ੱਕ ਪਰਮੇਸ਼ਵਰ ਨੇ ਸੌਲ ਨੂੰ ਛੱਡ ਦਿੱਤਾਗਾ, ਬੇਸ਼ੱਕ ਅੱਜ ਪਰਮੇਸ਼ਵਰ ਸੌਲ ਦੇ ਨਾਲ ਗੱਲਬਾਤ ਨਹੀਂ ਕਰ ਰਿਹਾ, ਲੇਕਿਨ ਉਹ ਜਾਣਦਾ ਸੀਗਾ ਕਿ ਕਦੇ ਨਾ ਕਦੇ, ਚਾਹੇ ਥੋੜੇ ਸਮੇਂ ਦੇ ਲਈ, ਪਰਮੇਸ਼ਵਰ ਦੇ ਦਾਸ ਸੌਲ ਪਰਮੇਸ਼ਵਰ ਦੀ ਆਗਿਆ ਕਰੇ ਤਾਂ ਕਰਦਾ ਸੀਗਾ। ਜ਼ਿਆਦਾ ਸਮੇਂ ਦੇ ਲਈ ਨਹੀਂ,
ਚਾਹੇ ਕੁਝ ਸਮੇਂ ਦੇ ਲਈ, ਕੁਝ ਮਹੀਨਿਆਂ ਦੇ ਲਈ, ਕੁਝ ਸਾਲਾਂ ਦੇ ਲਈ ਇਹ ਪਰਮੇਸ਼ਵਰ ਦੇ ਵਿੱਚ ਵਫਾਦਾਰ ਤਾਂ ਰਿਹਾ। ਪਰਮੇਸ਼ਵਰ ਨੇ ਇਹਦਾ ਅਭਿਸ਼ੇਕ ਤਾਂ ਕੀਤਾ, ਪਰਮੇਸ਼ਵਰ ਨੇ ਇਹਦਾ ਮਸਾ ਤਾਂ ਕੀਤਾ, ਲੇਕਿਨ ਕੀ ਲੋੜ ਹੈ ਕਿ ਇਹਦੇ ਉੱਪਰ ਹੱਥ ਚੁੱਕਾਂ। ਲੇਕਿਨ ਇੱਥੋਂ ਪਤਾ ਚੱਲਦਾਗਾ ਕਿ ਸੌਲ ਦੇ ਮਨ ਦੇ ਵਿੱਚ ਚਾਹੇ ਦੁਸ਼ਮਣੀ ਸੀ, ਸੌਲ ਚਾਹੇ ਦਾਊਦ ਦਾ ਦੁਸ਼ਮਣ ਬਣ ਕੇ ਬੈਠਾ ਸੀਗਾ, ਲੇਕਿਨ ਦਾਊਦ ਦੇ ਅੰਦਰ ਉਸਦੇ ਲਈ ਕੋਈ ਵੀ ਦੁਸ਼ਮਣੀ ਨਹੀਂ ਸੀ। ਉਸਦੇ ਅੰਦਰ ਸਿਰਫ ਕੀ ਸੀਗਾ? ਰਹਿਮ ਸੀ। ਉਹਦੇ ਅੰਦਰ ਕੀ ਸੀਗਾ? ਤਰਸ ਸੀ। ਉਸਦੇ ਅੰਦਰ ਕੀ ਸੀਗਾ? ਸਿਰਫ ਪਿਆਰ ਸੀ। ਪਰਮੇਸ਼ਵਰ ਐਸੇ ਸੇਵਕਾਂ ਦੀ ਗੱਲ ਕਰਦੇ ਨੇ ਕਿ ਮੇਰੇ ਸੇਵਕ ਦੇ ਖਿਲਾਫ ਨਾ ਜਾਓ, ਮੇਰੇ ਸੇਵਕ ਦੇ ਕਦੇ ਵਿਰੋਧ ਵਿੱਚ ਨਾ ਜਾਓ, ਜੋ ਐਸੇ ਸੇਵਕ ਨੇ। ਲੇਕਿਨ ਜੋ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਨਹੀਂ ਕਰ ਰਹੇ, ਜੋ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਸਿਖਾ ਨਹੀਂ ਰਹੇ, ਤਾਂ ਪਰਮੇਸ਼ਵਰ ਐਸੇ ਲੋਕਾਂ ਦੀ ਗੱਲ ਨਹੀਂ ਕਰਦੇ। ਨਹੀਂ ਤਾਂ ਲੱਗਦਾਗਾ ਇਹ ਵੀ ਪਰਮੇਸ਼ਵਰ ਦਾ ਦਾਸ, ਉਹ ਵੀ ਪਰਮੇਸ਼ਵਰ ਦਾ ਦਾਸ। ਪਰਮੇਸ਼ਵਰ ਦਾ ਦਾਸ ਉਹੀ ਹੈ ਜੋ ਪਰਮੇਸ਼ਵਰ ਦੇ ਵਚਨਾਂ ਦੇ ਅਨੁਸਾਰ ਜੀਵਨ ਜੀਂਦਾ ਗਾ, ਜੋ ਪਰਮੇਸ਼ਵਰ ਦੇ ਵਚਨਾਂ ਦੇ ਅਨੁਸਾਰ ਕੰਮ ਕਰਦਾ ਗਾ। ਸੌਲ ਬੇਸ਼ੱਕ ਪਰਮੇਸ਼ਵਰ ਤੋਂ ਦੂਰ ਜਾ ਚੁੱਕਿਆ ਸੀ, ਪਰਮੇਸ਼ਵਰ ਨੇ ਬੇਸ਼ੱਕ ਸੌਲ ਨੂੰ ਛੱਡ ਦਿੱਤਾ ਸੀਗਾ, ਲੇਕਿਨ ਦਾਊਦ ਨੇ ਕਦੇ ਵੀ ਗੱਲ ਨੂੰ ਆਪਣੇ ਦਿਮਾਗ ਦੇ ਵਿੱਚ ਨਹੀਂ ਰੱਖਿਆ। ਸੌਲ ਬੇਸ਼ੱਕ ਦਾਊਦ ਨੂੰ ਦੁਸ਼ਮਣ ਮੰਨਦਾ ਸੀਗਾ, ਲੇਕਿਨ ਦਾਊਦ ਨੇ ਕਦੇ ਵੀ ਸੌਲ ਨੂੰ ਆਪਣਾ ਦੁਸ਼ਮਣ ਨਹੀਂ ਮੰਨਿਆ। ਇਹ ਪਰਮੇਸ਼ਵਰ ਦੇ ਦਾਸ ਨੇ। ਇਹ ਨਹੀਂ ਕਿ 2-250 ਦਾ ਬਾਈਬਲ ਲੈ ਕੇ ਖੜੇ ਹੋ ਜਾਓ, ਮੈਂ ਵੀ ਪਾਸਟਰ ਹਾਂ, ਮੇਰੇ ਦੁਆਰਾ ਵੀ ਚਮਤਕਾਰ ਹੁੰਦੇ ਨੇ, ਮੇਰੀਆਂ ਵੀ ਪ੍ਰਾਰਥਨਾਵਾਂ ਸੁਣੀਆਂ ਜਾਂਦੀਆਂ ਨੇ, ਮੈਂ ਵੀ ਪ੍ਰਚਾਰ ਕਰ ਸਕਦਾਗਾ, ਮੈਂ ਵੀ ਗਵਾਹੀ ਕਰ ਸਕਦਾਗਾ। ਪਰਮੇਸ਼ਵਰ ਐਸੇ ਲੋਕਾਂ ਦੀ ਗੱਲ ਨਹੀਂ ਕਰਦੇ। ਪਰਮੇਸ਼ਵਰ ਐਸੇ ਲੋਕਾਂ ਦੀ ਗੱਲ ਕਰਦੇ ਨੇ ਕਿ ਜੋ ਪਰਮੇਸ਼ਵਰ ਦਾ ਅਭਿਸ਼ੇਕ ਕੀਤਾ ਹੋਇਆ ਦਾਸ ਹੈ, ਜਿਸਦਾ ਪਰਮੇਸ਼ਵਰ ਨੇ ਮਸਾ ਕੀਤਾ ਹੋਇਆਗਾ। ਹੋ ਸਕਦਾ ਤੁਹਾਡੇ ਜੀਵਨ ਦੇ ਵਿੱਚ ਬਹੁਤ ਸਾਰੇ ਚਮਤਕਾਰ ਹੋਏ ਹੋਣ, ਦੂਜੇ ਸੇਵਕਾਂ ਦੁਆਰਾ ਹੋਏ ਹੋਣ, ਲੇਕਿਨ ਜੋ ਸਵਰਗ ਤੱਕ ਪਹੁੰਚਣ ਦੀ ਜ਼ਿੰਮੇਵਾਰੀ ਹੈ ਜਾਂ ਸਵਰਗ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਹੈ, ਉਹ ਤਾਂ ਐਸੇ ਹੀ ਸੇਵਕ ਦੀ ਹੈ ਜੋ ਪਰਮੇਸ਼ਵਰ ਵੱਲੋਂ ਪਸੰਦ ਕੀਤਾ ਹੋਇਆਗਾ, ਜੋ ਪਰਮੇਸ਼ਵਰ ਵੱਲੋਂ ਮਸਾ ਕੀਤਾ ਹੋਇਆਗਾ। ਔਰ ਪਰਮੇਸ਼ਵਰ ਕਹਿੰਦੇ ਨੇ ਐਸੇ ਸੇਵਕ ਦੇ ਖਿਲਾਫ ਨਾ ਜਾਓ। ਹੋ ਸਕਦਾ ਤੁਹਾਨੂੰ ਪਾਸਪੋਰਟ ਲੱਗ ਗਿਆ ਹੋਵੇ, ਤੁਹਾਡਾ ਵੀਜ਼ਾ ਲੱਗ ਗਿਆ ਹੋਵੇ, ਤੁਹਾਡਾ ਬੱਚੇ ਮਿਲ ਗਏ ਹੋਣ, ਆਸ਼ੀਸ਼ ਮਿਲ ਗਈ ਹੋਵੇ। ਪਰਮੇਸ਼ਵਰ ਐਸੇ ਹੀ ਸੇਵਕਾਂ ਦੀ ਗੱਲ ਨਹੀਂ ਕਰਦੇ। ਪਰਮੇਸ਼ਵਰ ਗੱਲ ਕਰਦੇ ਨੇ ਕਿ ਜੋ ਮੇਰਾ ਮਸਾ ਕੀਤਾ ਹੋਇਆਗਾ, ਜੋ ਮੇਰਾ ਅਭਿਸ਼ੇਕ ਕੀਤਾ ਹੋਇਆਗਾ, ਉਸ ਦਾਸ ਦੇ ਖਿਲਾਫ ਨਾ ਜਾਓ। ਲੇਕਿਨ ਅੱਜ ਕੀ ਹੈ, ਇਨਸਾਨ ਜਾਣੇ ਅਣਜਾਣੇ ਦੇ ਵਿੱਚ ਸੇਵਕ ਦੇ ਖਿਲਾਫ ਬੋਲਦਾਗਾ, ਲੇਕਿਨ ਵਿਪਤਾ ਵਿੱਚ ਪੈ ਜਾਂਦਾਗਾ, ਪਰੇਸ਼ਾਨੀ ਵਿੱਚ ਪੈ ਜਾਂਦਾਗਾ, ਸਮੱਸਿਆ ਵਿੱਚ ਪੈ ਜਾਂਦਾਗਾ। ਔਰ ਪਤਾ ਨਹੀਂ ਚੱਲਦਾ ਕਿ ਸਮੱਸਿਆ ਕਿਉਂ ਆ ਗਈ, ਪਤਾ ਨਹੀਂ ਚੱਲਦਾ ਇਹ ਪਰੇਸ਼ਾਨੀ ਕਿਉਂ ਆ ਗਈ, ਕਿਉਂਕਿ ਉਸਦੇ ਕੋਲ ਸਮਾਂ ਹੀ ਨਹੀਂ ਹੈ ਕਿ ਆਪਣੇ ਆਪ ਨੂੰ ਜਾਣ ਸਕੇ ਮੈਂ ਕਿੱਥੇ ਗਲਤੀ ਕਰ ਰਿਹਾਗਾ, ਮੈਂ ਕਿਹਦੇ ਖਿਲਾਫ ਕਰ ਰਿਹਾਗਾ। ਲੇਕਿਨ ਲੱਗਦਾ ਕੀ ਹੈ ਕਿ ਪਰਮੇਸ਼ਵਰ ਮੇਰਾ ਇਸਤੇਮਾਲ ਕਰਦੇ ਨੇ, ਪਰਮੇਸ਼ਵਰ ਉਸ ਦਾਸ ਦਾ ਇਸਤੇਮਾਲ ਕਰਦੇ ਨੇ। ਪਰਮੇਸ਼ਵਰ ਤਾਂ ਕਿਸੇ ਦਾ ਵੀ ਇਸਤੇਮਾਲ ਕਰ ਸਕਦੇ ਨੇ, ਉਹ ਪਰਮੇਸ਼ਵਰ ਹੈ। ਪਰਮੇਸ਼ਵਰ ਚਾਹੇ ਉਸਨੇ ਗਧੇ ਦਾ ਵੀ ਇਸਤੇਮਾਲ ਕੀਤਾਗਾ, ਗਧੀ ਦਾ ਵੀ ਇਸਤੇਮਾਲ ਕੀਤਾਗਾ, ਕਿ ਗਧੀ ਸਵਰਗ ਵਿੱਚ ਚਲੀ ਜਾਏਗੀ? ਨਹੀਂ, ਉਹ ਪਰਮੇਸ਼ਵਰ ਹੈ, ਉਹ ਕਿਸੇ ਦਾ ਵੀ ਇਸਤੇਮਾਲ ਕਰ ਸਕਦੇ ਨੇ। ਲੇਕਿਨ ਅੱਜ ਲੋਕਾਂ ਨੂੰ ਲੱਗਦਾਗਾ ਕਿ ਮੇਰਾ ਇਸਤੇਮਾਲ ਹੋ ਰਿਹਾਗਾ, ਮੈਂ ਸਹੀ ਹਾਂ। ਲੇਕਿਨ ਸਭ ਤੋਂ ਵੱਡੀ ਗੱਲ ਇਹ ਚੀਜ਼ ਨੂੰ ਜਾਣੋ ਕਿ ਪਰਮੇਸ਼ਵਰ ਨੇ ਕਿਹਦਾ ਅਭਿਸ਼ੇਕ ਕੀਤਾਗਾ, ਕਿਹਦਾ ਮਸਾ ਕੀਤਾਗਾ। ਉਸ ਪਰਮੇਸ਼ਵਰ ਦੇ ਸੇਵਕ ਦੇ ਖਿਲਾਫ ਕਦੇ ਵੀ ਨਾ ਜਾਓ। ਕਿਉਂਕਿ ਅੱਜ ਆਪਾਂ ਜੋ ਵਚਨ ਪੜਿਆਗਾ ਜ਼ਕਰਿਆ ਉਹਦਾ 2 ਅਧਿਆਏ, ਉਹਦਾ ਪੜੋ ਤੁਸੀਂ 8 ਵਚਨ। ਸੈਨਾ ਦਾ ਯਹੋਵਾ ਤੇ ਉਹ ਆਖਦਾ ਹੈ ਕਿ ਉਸਨੇ ਮੈਨੂੰ ਪ੍ਰਤਾਪ ਦੇ ਪਿੱਛੇ ਉਹਨਾਂ ਕੌਮਾਂ ਕੋਲ ਘੱਲਿਆ ਹੈ ਜਿਹਨਾਂ ਤੁਹਾਨੂੰ ਲੁੱਟ-ਪੁੱਟ ਲਿਆ ਹੈ, ਕਿਉਂ ਜੋ ਜਿਹੜਾ ਤੁਹਾਨੂੰ ਛੋਹਦਾ ਹੈ ਉਹ ਮੇਰੀ ਅੱਖ ਦੀ ਕਾਕੀ ਨੂੰ ਛੋਹਦਾ ਹੈ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਕਿੰਨਾ ਪਿਆਰ ਕਰਦੇ ਨੇ ਆਪਣੇ ਦਾਸ ਨੂੰ, ਕਿੰਨਾ ਪਿਆਰ ਕਰਦੇ ਨੇ ਪਰਮੇਸ਼ਵਰ। ਪਰਮੇਸ਼ਵਰ ਕੀ ਕਹਿੰਦੇ ਨੇ ਕਿ ਜੋ ਕੋਈ ਮੇਰੇ ਦਾਸ ਨੂੰ ਛੂੰਦਾ ਹੈ, ਜੋ ਕੋਈ ਤੁਹਾਨੂੰ ਛੂੰਦਾ ਹੈ, ਉਹ ਕਿਹਨੂੰ ਛੂੰਦਾ ਹੈ? ਉਹ ਪਰਮੇਸ਼ਵਰ ਦੀ ਅੱਖ ਦੀ ਪੁਤਲੀ ਨੂੰ ਛੂੰਦਾ ਹੈ। ਇੱਕ ਵਾਰ ਫਿਰ ਪੜੋ ਜੀ। ਕਿਉਂ ਜੋ ਸੈਨਾ ਜਿਹੜਾ ਦਾ ਯਹੋਵਾ ਇਹ ਆਖਦਾ ਹੈ ਕਿ ਉਸਨੇ ਮੈਨੂੰ ਪ੍ਰਤਾਪ ਦੇ ਪਿੱਛੇ ਉਹਨਾਂ ਕੌਮਾਂ ਕੋਲ ਘੱਲਿਆ ਹੈ ਜਿਹਨਾਂ ਤੁਹਾਨੂੰ ਲੁੱਟ-ਪੁੱਟ ਲਿਆ ਹੈ, ਕਿਉਂ ਜੋ ਜਿਹੜਾ ਤੁਹਾਨੂੰ ਛੋਹਦਾ ਹੈ। ਜਿਹੜਾ ਤੁਹਾਨੂੰ ਛੂੰਦਾ ਹੈ, ਮਤਲਬ ਪਰਮੇਸ਼ਵਰ ਆਪਣੇ ਦਾਸ ਦੀ ਗੱਲ ਕਰਦੇ ਨੇ, ਆਪਣੇ ਸੇਵਕ ਦੀ ਗੱਲ ਕਰਦੇ ਨੇ, ਉਹ ਐਸੇ ਵਿਸ਼ਵਾਸੀ ਦੀ ਗੱਲ ਕਰਦੇ ਨੇ ਕਿ ਜੋ ਆਤਮਾ ਸੱਚਾਈ ਨਾਲ ਪਰਮੇਸ਼ਵਰ ਦੇ ਪਿੱਛੇ ਚੱਲਦਾਗਾ। ਚਾਹੇ ਉਹ ਤੁਸੀਂ ਹੀ ਹੋ, ਬੇਸ਼ੱਕ ਤੁਸੀਂ ਸੇਵਕ ਨਹੀਂ ਹੋ, ਬੇਸ਼ੱਕ ਤੁਸੀਂ ਪਾਸਟਰ ਨਹੀਂ ਹੋ, ਅਗਰ ਤੁਸੀਂ ਇੱਕ ਵਿਸ਼ਵਾਸਯੋਗ ਵਿਸ਼ਵਾਸੀ ਹੋ, ਅਗਰ ਤੁਸੀਂ ਪਰਮੇਸ਼ਵਰ ਦੇ ਉੱਪਰ ਆਤਮਾ ਸੱਚਾਈ ਨਾਲ ਵਿਸ਼ਵਾਸ ਕਰਨ ਵਾਲੇ ਹੋ, ਪਰਮੇਸ਼ਵਰ ਦੇ ਪਿੱਛੇ ਆਤਮਾ ਸੱਚਾਈ ਨਾਲ ਚੱਲਣ ਵਾਲੇ ਲੋਕ ਹੋ,
ਤਾਂ ਪਰਮੇਸ਼ਵਰ ਉਹ ਹਰ ਇੱਕ ਐਸੇ ਇਨਸਾਨ ਦੀ ਗੱਲ ਕਰਦੇ ਨੇ ਜੋ ਆਤਮਾ ਸੱਚਾਈ ਨਾਲ ਪਰਮੇਸ਼ਵਰ ਦੇ ਪਿੱਛੇ ਚੱਲਦਾ ਹੈਗਾ, ਚਾਹੇ ਉਹ ਸੇਵਕ ਹੈ ਚਾਹੇ ਉਹ ਵਿਸ਼ਵਾਸੀ ਹੈ। ਕੀ ਕਹਿੰਦਾ ਪਰਮੇਸ਼ਵਰ ਕਿ ਜੋ ਕੋਈ ਤੁਹਾਨੂੰ ਜਿਹੜਾ ਤੁਹਾਨੂੰ ਛੂਹਦਾ ਹੈ, ਜੋ ਕੋਈ ਤੁਹਾਨੂੰ ਛੂੰਦਾ ਹੈ ਉਹ ਉਹਦੀ ਅੱਖ ਦੀ ਕਾਕੀ ਨੂੰ ਛੂਹਦਾ, ਉਹ ਅੱਖ ਦੀ ਪਰਮੇਸ਼ਵਰ ਦੀ ਅੱਖ ਦੀ ਕਾਕੀ ਨੂੰ ਛੂੰਦਾ ਹੈਗਾ, ਅੱਖ ਦੀ ਪੁਤਲੀ ਨੂੰ। ਹੁਣ ਕਿਹੜਾ ਐਸਾ ਇਨਸਾਨ ਹੈ ਕਿ ਜੋ ਪਰਮੇਸ਼ਵਰ ਦੀ ਅੱਖ ਦੇ ਵਿੱਚ ਉਂਗਲ ਮਾਰ ਦੇਵੇ ਔਰ ਉਹ ਬਚ ਜਾਏ? ਕੋਈ ਹੈ? ਆਪਾਂ ਜਿੰਨੇ ਲੋਕ ਇੱਥੇ ਬੈਠੇ ਹਾਂ ਸਾਰੇ ਲੋਕ ਇੱਕ ਵਾਰ ਕੋਸ਼ਿਸ਼ ਕਰਕੇ ਦੇਖੋ ਆਪਣੀ ਅੱਖ ਦੇ ਵਿੱਚ ਉਂਗਲ ਕਰਨ ਦੀ, ਕਰਕੇ ਦੇਖੋ, ਆਪਣੀ ਅੱਖ ਖੋਲ ਕੇ ਉਂਗਲ ਪਾ ਕੇ ਦੇਖੋ, ਅੱਖ ਦੇ ਵਿੱਚ ਪਾ ਕੇ ਦੇਖੋ, ਕੋਈ ਬਾਤ ਨਹੀਂ। ਹਾਂ, ਅੱਖ ਬੰਦ ਹੋ ਜਾਂਦੀ ਹੈ ਆਪਣੇ ਆਪ ਹੀ। ਅਗਰ ਛੋਟਾ ਜਿਹਾ ਮੱਛਰ ਸਾਹਮਣੇ ਤੋਂ ਆਵੇ ਆਪਾਂ ਦੇਖ ਲਈਏ, ਆਪਣੇ ਆਪ ਅੱਖ ਬੰਦ ਹੋ ਜਾਂਦੀ ਹੈ। ਲੇਕਿਨ ਪਰਮੇਸ਼ਵਰ ਕਹਿੰਦਾ ਜੋ ਕੋਈ ਮੇਰੇ ਦਾਸ ਨੂੰ ਛੂੰਦਾ ਹੈਗਾ, ਸੁਣੋ, ਜੋ ਕੋਈ ਮੇਰੇ ਵਿਸ਼ਵਾਸੀ ਨੂੰ ਛੂੰਦਾ ਹੈਗਾ, ਅਗਰ ਉਹਨੂੰ ਕੋਈ ਕੁਝ ਵੀ ਨੁਕਸਾਨ ਪਹੁੰਚਾਉਂਦਾ ਹੈਗਾ ਤਾਂ ਉਹ ਕੀ ਕਰਦਾ ਹੈਗਾ? ਪਰਮੇਸ਼ਵਰ ਦੀ ਅੱਖ ਦੇ ਵਿੱਚ ਉਂਗਲ ਮਾਰਦਾ ਹੈਗਾ। ਹੁਣ ਕਿਹੜਾ ਇਨਸਾਨ ਜੋ ਪਰਮੇਸ਼ਵਰ ਦੀ ਅੱਖ ਦੇ ਵਿੱਚ ਉਂਗਲ ਮਾਰ ਕੇ ਪਰਮੇਸ਼ਵਰ ਨੂੰ ਕਹੇ ਪਰਮੇਸ਼ਵਰ ਮੈਨੂੰ ਚੰਗਾਈ ਦੇ ਦੇ, ਪਰਮੇਸ਼ਵਰ ਮੈਨੂੰ ਆਸ਼ੀਸ਼ ਦੇ ਦੇ, ਪਰਮੇਸ਼ਵਰ ਮੇਰੇ ਕਾਰੋਬਾਰ ਨੂੰ ਆਸ਼ੀਸ਼ ਦੇ ਦੇ? ਕੋਈ ਹੈ ਐਸਾ ਇਨਸਾਨ ਜਿਹਦੇ ਮਨ ਦੇ ਵਿੱਚ ਹੋਵੇ ਕਿ ਪਰਮੇਸ਼ਵਰ ਦੇ ਦਾਸ ਨੂੰ ਦੁਖੀ ਕਰੋ, ਪਰਮੇਸ਼ਵਰ ਦਾਸ ਦੇ ਖਿਲਾਫ ਬੋਲੋ, ਪਰਮੇਸ਼ਵਰ ਦਾਸ ਦੇ ਖਿਲਾਫ ਜਾਓ? ਔਰ ਕੀ ਕਰਦਾ ਹੋ? ਪਰਮੇਸ਼ਵਰ ਦੀ ਅੱਖ ਦੇ ਵਿੱਚ ਉਂਗਲ ਮਾਰਦਾ ਹੈਗਾ। ਪਰਮੇਸ਼ਵਰ ਖੁਦ ਕਹਿੰਦੇ ਨੇ, ਮਤਲਬ ਚਾਹੇ ਤੁਸੀਂ ਵਿਸ਼ਵਾਸੀ ਹੋ, ਔਰ ਵਿਸ਼ਵਾਸੀ ਵੀ ਐਸੇ ਜੈਸਾ ਬਾਈਬਲ ਦੱਸਦੀ ਹੈ, ਆਤਮਾ ਸੱਚਾਈ ਨਾਲ ਵਿਸ਼ਵਾਸ ਕਰਨ ਵਾਲੇ, ਆਤਮਾ ਸੱਚਾਈ ਨਾਲ ਪਰਮੇਸ਼ਵਰ ਦੇ ਪਿੱਛੇ ਚੱਲਣ ਵਾਲੇ, ਚਾਹੇ ਤੁਸੀਂ ਪਾਸਟਰ ਹੋ, ਅਗਰ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲ ਰਹੇ ਹੋ, ਅਗਰ ਕੋਈ ਤੁਹਾਨੂੰ ਛੂੰਦਾ ਹੈਗਾ ਤਾਂ ਪਰਮੇਸ਼ਵਰ ਕੀ ਕਹਿੰਦਾ? ਉਹ ਮੇਰੀ ਅੱਖ ਦੇ ਵਿੱਚ ਉਂਗਲ ਮਾਰਦਾ ਹੈਗਾ। ਮਤਲਬ ਤੁਹਾਨੂੰ ਕੋਈ ਪਰੇਸ਼ਾਨ ਕਰਕੇ ਖੁਦ ਕਦੇ ਵੀ ਸ਼ਾਂਤੀ ਮਹਿਸੂਸ ਨਹੀਂ ਕਰੇਗਾ, ਤੁਹਾਨੂੰ ਪਰੇਸ਼ਾਨ ਕਰਕੇ ਕਦੇ ਵੀ ਉਹ ਚੰਗਾਈ ਮਹਿਸੂਸ ਨਹੀਂ ਕਰੇਗਾ, ਉਸਦੇ ਘਰ ਦੇ ਵਿੱਚ ਆਸ਼ੀਸ਼ ਨਹੀਂ ਆਏਗੀ। ਕਿੰਨਾ ਫਿਕਰ ਕਰਦੇ ਨੇ ਪਰਮੇਸ਼ਵਰ। ਮੀਕਲ ਨੇ ਆਪਣੇ ਪਤੀ ਲਈ ਕੀ ਬੋਲਿਆ ਕਿ ਇਹ ਤਾਂ ਅੱਛਾ ਹੈ, ਇਹ ਤਾਂ ਨੱਚਦਾ ਹੈਗਾ, ਇਹ ਤਾਂ ਟਪੂਸੀਆਂ ਮਾਰਦਾ ਹੈਗਾ। ਤਾਂ ਉਹਨੂੰ ਕੀ ਹੋਇਆਗਾ? ਉਸਨੇ ਸੋਚੇ ਮਨ ਦੇ ਵਿੱਚ, ਲੇਕਿਨ ਉਸਨੂੰ ਮਰਨ ਥੋੜੀ ਬੱਚਾ ਨਹੀਂ ਹੋਇਆ। ਯਾਰਾਬਾਮ ਨੇ ਕੀ ਕੀਤਾ? ਫੜ ਲਓ ਇਸ ਨੂੰ, ਉਸੇ ਘੜੀ ਉਸਦੀ ਬਾਂਹ ਸੁੱਕ ਗਈ। ਫਿਰ ਉਸੇ ਨੂੰ ਕਹਿੰਦਾਗਾ, ਹੇ ਪਰਮੇਸ਼ਵਰ ਦੇ ਦਾਸ, ਹੇ ਪਰਮੇਸ਼ਵਰ ਦੇ ਬੰਦੇ, ਮੇਰੇ ਲਈ ਪ੍ਰਾਰਥਨਾ ਕਰ, ਮੇਰੀ ਬਾਂਹ ਚੰਗੀ ਹੋ ਜਾਏ। ਤਾਂ ਉਸੇ ਦਾਸ ਨੇ ਉਸ ਲਈ ਪ੍ਰਾਰਥਨਾ ਕੀਤੀ, ਉਸੇ ਦਾਸ ਨੇ ਉਸ ਦੇ ਲਈ ਪ੍ਰਾਰਥਨਾ ਕੀਤੀ। ਆਪਾਂ ਪਿਛਲੀ ਵਾਰ ਦੇਖਿਆ ਸੀਗਾ ਮਰੀਅਮ ਜੋ ਮੂਸਾ ਦੇ ਖਿਲਾਫ ਬੋਲੀ ਤਾਂ ਕੋੜਨ ਹੋ ਗਈ, ਤਾਂ ਉਸੇ ਮੂਸਾ ਨੇ ਉਸ ਦੇ ਲਈ ਪ੍ਰਾਰਥਨਾ ਕੀਤੀ, ਉਸੇ ਮੂਸਾ ਨੇ ਉਸ ਦੇ ਲਈ ਪ੍ਰਾਰਥਨਾ ਕੀਤੀ ਔਰ ਉਸ ਦਾ ਕੋੜ ਚਲਾ ਗਿਆ। ਅੱਜ ਅਗਰ ਕੋਈ ਵੀ ਕਿਤੇ ਵੀ ਤੁਹਾਡੇ ਕੋਲ ਇਸ ਤਰ੍ਹਾਂ ਹੋ ਰਿਹਾ ਹੈਗਾ, ਤੁਸੀਂ ਪਰਮੇਸ਼ਵਰ ਦੇ ਦਾਸ ਦੇ ਖਿਲਾਫ ਜਾ ਰਹੇ ਹੋ ਔਰ ਜਿਹਦੇ ਕਰਕੇ ਕੋਈ ਸਮੱਸਿਆ ਆ ਚੁੱਕੀ ਹੈ, ਕੋਈ ਪਰੇਸ਼ਾਨੀ ਆ ਚੁੱਕੀ ਹੈ, ਤਾਂ ਆਪਣੇ ਆਪ ਨੂੰ ਜਾਂਚੋ ਔਰ ਬੁਲਾਓ ਉਸ ਦਾਸ ਨੂੰ, ਜਾਓ ਉਸ ਦਾਸ ਦੇ ਕੋਲ ਔਰ ਕਹੋ ਕਿ ਮੇਰੇ ਲਈ ਪ੍ਰਾਰਥਨਾ ਕਰ, ਮੈਨੂੰ क्षमा ਕਰ। ਤਾਂ ਫਿਰ ਉਹ ਦਾਸ ਤੁਹਾਡੇ ਲਈ ਪ੍ਰਾਰਥਨਾ ਕਰੇਗਾ, ਉਹ ਦਾਸ ਤੁਹਾਡੇ ਲਈ ਪ੍ਰਾਰਥਨਾ ਕਰਾਏਗਾ, ਪਰਮੇਸ਼ਵਰ ਅੱਗੇ ਬੇਨਤੀ ਕਰੇਗਾ, ਪਰਮੇਸ਼ਵਰ ਰਹਿਮ ਕਰ ਦਿਓ ਇਹਦੇ ਉੱਪਰ। ਨਹੀਂ ਤਾਂ ਜਿੰਨਾ ਚਿਰ ਤੁਸੀਂ ਪਰਮੇਸ਼ਵਰ ਦੇ ਦਾਸ ਕੋਲ ਨਹੀਂ ਆਉਂਦੇ, ਉਹਨਾਂ ਚਿਰ ਉਹ ਚੰਗਾਈ ਨਹੀਂ ਆਏਗੀ, ਉਹ ਆਸ਼ੀਸ਼ ਨਹੀਂ ਆਏਗੀ, ਉਹ ਸ਼ਾਂਤੀ ਨਹੀਂ ਆਏਗੀ। ਪਰਮੇਸ਼ਵਰ ਕੀ ਕਹਿੰਦੇ ਨੇ ਕਿ ਮੇਰੇ ਦਾਸ ਦੇ ਖਿਲਾਫ ਨਾ ਜਾਓ, ਮੇਰੇ ਦਾਸ ਦੇ ਵਿਰੋਧ ਵਿੱਚ ਨਾ ਜਾਓ। ਪਰਮੇਸ਼ਵਰ ਐਸੇ ਦਾਸ ਦੀ ਗੱਲ ਕਰਦੇ ਨੇ ਕਿ ਜਿਸ ਦਾ ਅਭਿਸ਼ੇਕ ਕੀਤਾ ਪਰਮੇਸ਼ਵਰ ਨੇ, ਜਿਸ ਨੂੰ ਪਸੰਦ ਕੀਤਾ ਗਾ, ਜਿਸ ਦਾ ਮਜ਼ਾ ਕੀਤਾ ਪਰਮੇਸ਼ਵਰ ਨੇ, ਅਜਿਹੇ ਦਾਸ ਦੀ ਗੱਲ ਕਰਦੇ ਨੇ। ਨਹੀਂ ਤਾਂ ਸੰਸਾਰ ਦੇ ਵਿੱਚ ਤਾਂ ਬਹੁਤ ਸਾਰੇ ਦਾਸ ਨੇ, ਬਹੁਤ ਸਾਰੇ ਦਾਸ ਨੇ। ਪਰਮੇਸ਼ਵਰ ਸਾਰਿਆਂ ਦੀ ਗੱਲ ਨਹੀਂ ਕਰਦੇ, ਪਰਮੇਸ਼ਵਰ ਐਸੇ ਹੀ ਦਾਸ ਦੀ ਗੱਲ ਕਰਦੇ ਨੇ ਜੋ ਆਤਮਾ ਸੱਚਾਈ ਨਾਲ ਪਰਮੇਸ਼ਵਰ ਦੇ ਵਚਨਾਂ ਨੂੰ ਸਿਖਾਉਂਦੇ ਨੇ, ਮੰਨਦੇ ਨੇ ਔਰ ਉਸ ਦੇ ਅਨੁਸਾਰ ਕਰਦੇ ਵੀ ਨੇ। ਫੈਸਲਾ ਤੁਹਾਡਾ ਗਾ, ਜ਼ਿੰਦਗੀ ਤੁਹਾਡੀ ਹੈ, ਕਿਉਂਕਿ ਪਰਮੇਸ਼ਵਰ ਨੇ ਤਾਂ ਕਹਿਤਾ ਕਿ ਜੋ ਕੋਈ ਮੇਰੇ ਦਾਸ ਨੂੰ ਛੂੰਦਾ ਗਾ, ਉਹ ਮੇਰੀ ਅੱਖ ਦੀ ਪੁਤਲੀ ਨੂੰ ਛੂੰਦਾ ਗਾ, ਉਹ ਮੇਰੀ ਅੱਖ ਦੇ ਵਿੱਚ ਉਂਗਲ ਮਾਰਦਾ ਗਾ। ਅਗਰ ਤੁਹਾਡੀ ਅੱਖ ਦੇ ਵਿੱਚ ਕੋਈ ਉਂਗਲ ਮਾਰੇ, ਚਾਹੇ ਤੁਹਾਡਾ ਜਿੰਨਾ ਮਰਜ਼ੀ ਪਿਆਰਾ ਬੱਚਾ ਗਾ, ਕਿੰਨਾ ਮਰਜ਼ੀ ਪਿਆਰਾ ਬੱਚਾ ਜਿਹਨੂੰ ਨਾਲ ਤੁਸੀਂ ਬੇਹੱਦ ਪਿਆਰ ਕਰਦੇ ਹੋ, ਅਗਰ ਉਸ ਬੱਚੇ ਦੀ ਉਂਗਲ ਵੀ ਅੱਖ ਵਿੱਚ ਲੱਗ ਜਾਏ ਤਾਂ ਨਾਲ ਦੀ ਨਾਲ ਦੂਜਾ ਹੱਥ ਪਟਾਕਾ ਮਾਰਦਾ ਉਹਦੇ ਮੂੰਹ ਦੇ ਉੱਪਰ, ਤੈਨੂੰ ਦਿਖਦਾ ਨਹੀਂ? ਇੱਦਾਂ ਹੁੰਦਾ ਗਾ, ਚਾਹੇ ਜਿੰਨਾ ਮਰਜ਼ੀ ਪਿਆਰਾ ਬੱਚਾ ਗਾ, ਅਗਰ ਅੱਖ ਦੇ ਵਿੱਚ ਉਂਗਲ ਲੱਗ ਗਈ
ਤੇ ਫਿਰ ਸਾਰੇ ਪਿਆਰ ਭੁੱਲ ਗਏ, ਨਾਲ ਦੀ ਨਾਲ ਬੱਚੇ ਦੇ ਉੱਪਰ ਹਮਲਾ ਕਰ ਦੇਣਾਗਾ, ਪਟਾਕਾ ਮਾਰਨਾ ਦੇ ਉੱਪਰ। ਲੇਕਿਨ ਪਰਮੇਸ਼ਵਰ ਕਹਿੰਦਾ ਜੇ ਕੋਈ ਤੁਹਾਨੂੰ ਛੂੰਦਾਗਾ ਤਾਂ ਉਹ ਕੀ ਕਰਦਾਗਾ? ਉਹ ਮੇਰੀ ਅੱਖ ਦੀ ਪੁਤਲੀ ਨੂੰ ਛੂ ਲੈਂਦਾਗਾ, ਉਹ ਮੇਰੀ ਅੱਖ ਦੇ ਵਿੱਚ ਉਂਗਲ ਮਾਰਦਾਗਾ। ਹੁਣ ਦੇਖੋ ਕਿਹੜਾ ਇਨਸਾਨ ਹੈ ਜੋ ਪਰਮੇਸ਼ਵਰ ਦੀ ਅੱਖ ਦੇ ਵਿੱਚ ਉਂਗਲ ਮਾਰ ਕੇ ਪਰਮੇਸ਼ਵਰ ਕੋਲ ਸ਼ਾਂਤੀ ਲੈ ਲਵੇ? ਕਿਹੜਾ ਇਨਸਾਨ ਹੈ ਜੋ ਪਰਮੇਸ਼ਵਰ ਦੀ ਅੱਖ ਦੇ ਵਿੱਚ ਉਂਗਲ ਮਾਰ ਕੇ ਉਸ ਤੋਂ ਚੰਗਾਈ ਲੈ ਲਵੇ? ਕਿਹੜਾ ਇਨਸਾਨ ਹੈ ਜੋ ਪਰਮੇਸ਼ਵਰ ਦੀ ਅੱਖ ਦੇ ਵਿੱਚ ਉਂਗਲ ਮਾਰ ਕੇ ਉਸ ਤੋਂ ਆਸ਼ੀਸ਼ ਲੈ ਲਵੇ? ਪਰਮੇਸ਼ਵਰ ਕਹਿੰਦੇ ਨੇ ਕਿ ਮੇਰੇ ਦਾਸ ਦੇ ਵਿਰੋਧ ਵਿੱਚ ਨਾ ਜਾਓ। ਆਓ ਸਾਰੇ ਆਪਣੀਆਂ ਅੱਖਾਂ ਬੰਦ ਕਰੋ, ਆਪਣੇ ਸਿਰਾਂ ਨੂੰ ਝੁਕਾਓ। और कोई भी जन अपनी अख नहीं खोलेगा और कोई आवाज नहीं करेगा, कोई आवाज नहीं करेगा, कोई अख नहीं खोलेगा। सिर्फ और सिर्फ अपनी अख बंद रखो। और समा है तुहाडे कोल, समा तुहाडे कोल, यही समा है क्योंकि तुहाडा मन अज तुहाडे नाल गलबात करन दे लई जा रहा है। ਤੁਹਾਡੇ ਜੀਵਨ ਦੇ ਵਿੱਚ ਸਮੱਸਿਆ ਹੈ, ਤੁਹਾਡੇ ਜੀਵਨ ਦੇ ਵਿੱਚ ਪਰੇਸ਼ਾਨੀ ਹੈ, ਤੁਹਾਡੇ ਜੀਵਨ ਦੇ ਵਿੱਚ ਸ਼ਾਂਤੀ ਨਹੀਂ ਹੈ, ਚੰਗਾਈ ਨਹੀਂ ਹੈ, ਆਸ਼ੀਸ਼ ਨਹੀਂ ਹੈ, ਤਾਂ ਅੱਜ ਸਿਰਫ ਔਰ ਸਿਰਫ ਆਪਣੇ ਆਪ ਨੂੰ ਸਵਾਲ ਕਰੋ, ਆਪਣੇ ਆਪ ਨੂੰ ਸਵਾਲ ਕਰੋ, ਪੁੱਛੋ ਕਿ ਕਿਤੇ ਮੈਂ ਪਰਮੇਸ਼ਵਰ ਦੇ ਕਿਸੇ ਦਾਸ ਦੇ ਖਿਲਾਫ ਤਾਂ ਨਹੀਂ, ਕਿਤੇ ਮੈਂ ਪਰਮੇਸ਼ਵਰ ਦੇ ਕਿਸੇ ਸੇਵਕ ਦੇ ਖਿਲਾਫ ਤਾਂ ਨਹੀਂ ਬੋਲਿਆ, ਜਾਂ ਮੈਂ ਕਿਸੇ ਸੇਵਕ ਦੇ ਖਿਲਾਫ ਤਾਂ ਨਹੀਂ ਬੋਲੀ। ਅਗਰ ਕੁਝ ਹੋਇਆਗਾ, ਅਗਰ ਅੱਜ ਲੱਗਦਾਗਾ, ਤਾਂ ਅੱਜ ਸਮਾਂ ਹੈ ਆਪਣੇ ਮਨ ਦੇ ਵਿੱਚੋਂ, ਆਪਣੇ ਦਿਲ ਦੇ ਵਿੱਚੋਂ ਉਹ ਸਾਰੀ ਗੱਲ ਨੂੰ ਦੂਰ ਕਰੋ ਔਰ ਮਿਲੋ ਸੇਵਕ ਨੂੰ। ਅੱਜ ਮਿਲੋ, ਹੁਣੇ ਮਿਲੋ, ਕੁਛ ਵੀ ਕਰੋ, ਉਸ ਸੇਵਕ ਨੂੰ ਕਹੋ ਕਿ ਮੇਰੇ ਤੇ ਪਰਮੇਸ਼ਵਰ ਰਹਿਮ ਕਰੇ, ਮੇਰੇ ਲਈ ਪ੍ਰਾਰਥਨਾ ਕਰੋ। ਔਰ ਦੇਖੋ ਪਰਮੇਸ਼ਵਰ ਤੁਹਾਡੇ ਜੀਵਨ ਦੇ ਵਿੱਚ ਕੰਮ ਕਰੇਗਾ। ਅਗਰ ਸ਼ਾਂਤੀ ਨਹੀਂ ਹੈ ਤਾਂ ਪਰਮੇਸ਼ਵਰ ਸ਼ਾਂਤੀ ਦੇਵੇਗਾ, ਅਗਰ ਆਸ਼ੀਸ਼ ਨਹੀਂ ਹੈ ਤਾਂ ਪਰਮੇਸ਼ਵਰ ਆਸ਼ੀਸ਼ ਦੇਵੇਗਾ, ਅਗਰ ਚੰਗਾਈ ਨਹੀਂ ਹੈ ਤਾਂ ਪਰਮੇਸ਼ਵਰ ਚੰਗਾਈ ਦੇਗਾ। ਕੀ ਆਸ਼ੀਸ਼ ਲੈਣ ਦੇ ਲਈ, ਕੀ ਚੰਗਾਈ ਲੈਣ ਦੇ ਲਈ, ਕੀ ਸ਼ਾਂਤੀ ਲੈਣ ਦੇ ਲਈ ਤੁਸੀਂ ਤਿਆਰ ਹੋ? ਅਗਰ ਤਿਆਰ ਹੋ ਤਾਂ ਅੱਜ ਹੀ ਪਰਮੇਸ਼ਵਰ ਦੇ ਕੋਲ ਆ ਜਾਓ, ਪਰਮੇਸ਼ਵਰ ਦੇ ਕੋਲੋਂ ਮਾਫੀ ਮੰਗੋ। ਇਹ ਵਚਨ ਨੂੰ ਸਮਝ ਸਕੋ, ਇਸ ਨੂੰ ਮੰਨ ਸਕੀਏ, ਇਸ ਦੇ ਅਨੁਸਾਰ ਜੀਵਨ ਜੀ ਸਕੀਏ। ਪਰਮੇਸ਼ਵਰ ਇਸ ਵਚਨ ਦੀ ਆਸੀਸ ਨਾਲ ਸਾਨੂੰ ਸਭ ਨੂੰ ਭਰ ਦੇਣ।